ਅੰਸ਼ੂ ਆਪਣੇ ਤੁਸੀਂ ਮੰਜੂ ਵਾਈ ਯੂ ਵੇਸਟਿੰਗ ਟਾਈਮ ਟਿਕਟੌਕ ਤੇ ਕਿਉਂ ਇਨਾ ਟਾਈਮ ਵੇਸਟ ਕਰਦੇ ਹੋ? ਉਹੀ ਸਾਹਿਬ ਤੁਸੀਂ 1 ਮਿੰਟ ਬ੍ਰੇਕ ਲੈ ਕੇ ਨਾ ਇਹਦਾ ਟਿਕਟੌਕ ਅਕਾਊਂਟ ਖੋਲ ਕੇ ਦੇਖੋ 1 ਮਿੰਟ ਜੀ। ਇਹ ਇੰਨਾ ਟਾਈਮ ਪਤਾ ਨਹੀਂ ਕਿੱਦਾਂ ਕੱਢ ਲੈਂਦੇ ਆ ਜੀ ਇੰਨਾ ਟਾਈਮ ਟਿਕਟੌਕ ਲਈ। ਮੰਜੂ ਗਾਣਾ ਸੁਣਾ ਉਹ ਜਿਹੜਾ ਉਹ ਗਾਇਆ ਸੀਗਾ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ। ਓ ਕਮ ਔਨ ਪਲੀਜ਼। ਮੇਰੀ ਬਾਕੀ ਦਾ ਗਾਂਦੀ ਬਹੁਤ ਸੋਹਣਾ ਇਹ। ਐਕਸਕਿਊਜ਼ ਮੀ ਪਲੀਜ਼, ਸ਼ੀ ਇਜ਼ ਨਾਟ ਸਿੰਗਰ ਬਾਈ ਦ ਵੇ। ਪਿਆਰ ਕਰਦੇ ਜਿਹਨੂੰ ਤੁਹਾਨੂੰ ਪਿਆਰ ਕੀਤਾ ਸੱਸ ਸਹੁਰੇ ਨੇ ਜਿਹੜੀ ਧੀ ਬਣਾਇਆ ਉਹ ਇਸ ਵੇਲੇ 8-9 ਹਜ਼ਾਰ ਡਾਲਰ ਕਮਾ ਰਹੇ ਆ, ਤੁਹਾਡੇ ਹਸਬੰਡ 10,000 ਕਮਾ ਰਹੇ ਆ ਤੇ 33-34 ਹਜ਼ਾਰ ਰੁਪਈਆ ਵਿਆਜ ਦੇ ਰਹੇ ਨੇ। ਆਈ ਡੋਂਟ ਨੋ ਕਿਵੇਂ ਇਹ ਹੈਂਡਲ ਕਰ ਰਹੇ ਨੇ। ਪਹਿਲੀ ਗੱਲ ਤਾਂ ਬਾਕੀ ਦਾ ਵੀ ਆਈਡੀ ਕਨਫਰਮ ਕਰੇ ਟਿਕਟੌਕ ਵਾਲੀ। ਨਥਿੰਗ ਟੂ ਡੂ ਵਿਦ ਆਈਡੀ। ਆਈਡੀ ਦਾ ਮਤਲਬ ਪਰਸਨਲ ਲਾਈਫ ਆਈ ਡੋਨਟ ਗੋ। ਰਣਜੋਤ ਜੀ ਸਪੀਕ ਯੂਰ ਮਾਈਂਡ। ਬਸ ਜੀ ਜਿਹੜੀ ਕੁੜੀ ਆ ਨਾ ਮੈਨੂੰ ਤਾਂ ਇਹ ਬੇਕਸੂਰੇ ਲੱਗਦੀ ਆ ਨਾ, ਜਿਹੜੇ ਇਹਨਾਂ ਦੇ ਗੱਭੇ ਮਿਊਚੁਅਲ ਫਰੈਂਡ ਨੇ ਤੇ ਉਹ ਇਹਨਾਂ ਦਾ ਰਿਸ਼ਤਾ ਖਰਾਬ ਕਰ ਰਹੇ ਨੇ। ਓਕੇ ਜੀ, ਥੈਂਕ ਯੂ। ਨੰਬਰ 5 ਕਾਲਰ ਪਲੀਜ਼। ਹੈਲੋ ਹਾਂਜੀ। ਤੁਸੀਂ ਬੋਲਦੇ ਕਿਉਂ ਜੀ? ਗੱਲ ਕਰੋ ਭੈਣ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਭਾਜੀ ਮੈਂ ਮੰਜੂ ਨੂੰ ਫੋਨ ਕਰਨਾ ਚਾਹੁੰਦੀ ਆ, ਗੱਲ ਕਰਨਾ ਚਾਹੁੰਦੀ ਆ। ਇਹਨੂੰ ਕਹਿਣਾ ਚਾਹੀਦਾ ਵਾ ਵੀ ਜੇ ਨਹੀਂ ਇਹਦੇ ਰਹਿਣਾ ਚਾਹੁੰਦੀ ਤੇ ਫਿਰ ਇਹਦੇ ਵਿਆਜ ਸਣੇ ਪੈਸੇ ਮੋੜੇ। ਮੰਜੂ ਜੀ ਜੇ ਤੁਸੀਂ ਨਹੀਂ ਰਹਿਣਾ ਚਾਹੁੰਦੇ ਤੇ ਕਹਿੰਦੇ ਤੁਸੀਂ ਵਿਆਜ ਦਿਓ ਨਾਲੇ ਪੈਸੇ ਜਿਹੜੇ ਲਏ ਉਹ ਵਾਪਸ ਕਰੋ, ਕੀ ਕਹਿਣਾ ਚਾਹੁੰਦੇ ਮੰਜੂ? ਸਰ ਮੈਂ ਉਸ ਚੀਜ਼ ਤੋਂ ਤਾਂ ਮੈਂ ਇਹਨਾਂ ਨੂੰ ਕਿਹਾ ਹੀ ਨਹੀਂ ਸੀਗਾ। ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀਗਾ ਕਿ ਇਹਨਾਂ ਨੇ ਈਵਨ ਨੇ ਰਾਜ਼ੀਨਾਮਾ ਲਿਖਿਆ ਹੋਇਆ ਮੇਰੇ ਪੁੱਛੇ ਬਗੈਰ ਹੀ ਕਿ ਤੂੰ ਕਰਨਾ ਕੀ ਚਾਹੁੰਦੀ ਆ। ਮੇਰੇ ਤੋਂ ਕਿਸੇ ਨੇ ਪੁੱਛਿਆ ਨਹੀਂ ਜਦੋਂ ਵੀ ਇਹਨਾਂ ਨੇ ਸਾਰਾ ਕੁਝ ਕੀਤਾ ਆ। ਤੇ ਇਹਨਾਂ ਨੇ ਹੁਣ ਵੀ ਇਹੀ ਮੁਕਾਇਆ ਹੋਇਆ ਵਾ ਕਿ ਸਾਨੂੰ ਹੁਣ ਡਾਕੂਮੈਂਟਸ ਦਿੱਤੇ ਜਾਣ, ਜੇ ਹੁਣ ਨਹੀਂ ਬਣਦਾ ਮੰਡੇ ਦਾ ਤਾਂ ਵਰਕ ਪਰਮਿਟ ਤੇ ਡਾਕੂਮੈਂਟਸ ਦਿੱਤੇ ਜਾਣ, ਜੇ ਉਦੋਂ ਵੀ ਨਾ ਬਣਿਆ ਉਸ ਤੋਂ ਬਾਅਦ ਪੈਸੇ ਦੇਣੇ ਹੀ ਪੈਣੇ। ਇਦਾਂ ਹੋ ਨਹੀਂ ਸਕਦਾ ਕਿ ਮੈਨੂੰ ਬਿਨਾਂ ਪੈਸੇ ਲਿੱਤੇ ਛੱਡ ਰਹੇ ਆ ਕਿਤੇ ਵੀ। ਇਹ ਤੁਸੀਂ ਪੈਸੇ ਦੇਵੋਗੇ ਜਾਂ ਤੁਸੀਂ ਹਾਲੇ ਸੋਚਣ ਨੂੰ ਟਾਈਮ ਚਾਹੀਦਾ ਤੁਹਾਨੂੰ? ਮੈਨੂੰ ਸੋਚਣ ਨੂੰ ਟਾਈਮ ਚਾਹੀਦਾ। ਵੈਰੀ ਗੁੱਡ। ਨੰਬਰ 4 ਕਾਲਰ ਪਲੀਜ਼। ਹਾਂਜੀ ਬਸ ਸਰ ਇਹ ਨਹੀਂ ਗੱਲ ਬਣੀ ਜੀ ਮੰਜੂ ਮੰਜਾ ਕਿਸੇ ਹੋਰ ਨਾਲ ਸ਼ੇਅਰ ਕਰ ਲਾ ਪਲੀਜ਼। ਐਕਸਕਿਊਜ਼ ਮੀ ਪਲੀਜ਼ ਸਟਾਪ ਇਟ। ਡੋਂਟ ਸੇ ਕਿਸੇ ਦੀ ਧੀ ਨੂੰ। ਮਸਟ ਵਾਚ ਦੀ ਲੈਂਗੁਏਜ। ਆਮ ਸੌਰੀ। ਉਹ ਸਾਡੀ ਧੀ ਹੈ, ਸਾਡੇ ਸਮਾਜ ਦੀ ਧੀ ਹੈ ਔਰ ਸ਼ੀ ਇਜ਼ ਵੈਰੀ ਇੰਟੈਲੀਜੈਂਟ ਗਰਲ ਔਰ ਬਿਲੋਂਗਸ ਟੂ ਵੈਰੀ ਗੁੱਡ ਫੈਮਿਲੀ। ਮਸਟ ਵਾਚ ਦੀ ਲੈਂਗੁਏਜ ਪਲੀਜ਼। ਨੰਬਰ 3 ਕਾਲਰ ਪਲੀਜ਼। ਹੈਲੋ ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਵੀ ਸ਼ੈਰੀਡਨ ਕਾਲਜ ਚ ਪੜ੍ਹੇ ਆ। ਕਦੇ ਵੀ ਪ੍ਰੋਫੈਸਰ ਆਪਾਂ ਨੂੰ ਏਦਾਂ ਨਹੀਂ ਕਹਿ ਸਕਦਾ ਵੀ ਤੁਹਾਡੇ ਰੂਲ ਆ ਇਹ ਰੂਲ ਆ। ਮੇਰੇ ਨਾਲ ਦੇ 10 ਜਾਣੇ ਆ ਕੋਈ ਕਿਸੇ ਕਾਲਜ, ਕਦੇ ਵੀ ਉਹ ਏਦਾਂ ਨਹੀਂ ਕਹਿੰਦੇ ਵੀ ਤੁਹਾਨੂੰ ਆ ਧੱਕੇ ਨਾਲ ਤੁਹਾਡੇ ਥੋਪਦੇ ਆ। ਉਹ ਕਹਿੰਦੇ ਜੇ ਤੁਸੀਂ ਕੰਫਰਟੇਬਲ ਹੋ ਵੀ ਤਾਂ ਤੁਸੀਂ ਐਂ ਕਰੋ। ਦੂਜੀ ਗੱਲ ਇਹ ਅਸੀਂ ਪੈਸੇ ਫੜਾ ਕੇ ਇੱਥੇ ਆਏ ਆ। ਜਦੋਂ ਉੱਥੇ 70,000 ਰੁਪਇਆ 80,000 ਰੁਪਇਆ ਕੋਈ ਵਿਆਜ ਭਰਦਾ ਨਾ ਉਹਨੂੰ ਪਤਾ ਹੁੰਦਾ ਹੈ। ਹੁਣ ਜੇ ਮੰਨੋ ਉਹ ਇਹ ਕੱਲ ਨੂੰ ਉਹਨੂੰ ਬੁਲਾ ਵੀ ਰਹੀ ਹੋ ਰਿਹਾ ਕਿ ਇਹ ਕਹਿੰਦੀ ਉਹਨੂੰ ਛੱਡ ਦੇਣਾ, ਉਹ ਕੱਲ ਨੂੰ ਅਗਲਾ ਫੇਰ ਪੈਸੇ ਲਾਊਗਾ। ਉਹਨੂੰ ਕੋਈ ਦੇਖਣਾ ਹੀ ਨਹੀਂ ਹੈਗਾ ਅੱਗੇ ਬੰਦੇ ਨੂੰ। ਮੰਜੂ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਇਸ ਸਟੂਡੈਂਟ ਨੂੰ? ਹਾਂਜੀ ਸਰ ਮੈਂ ਤੁਹਾਨੂੰ ਹੁਣ ਥੋੜੀ ਦੇਰ ਪਹਿਲਾਂ ਕਿਹਾ ਵੀ ਇੱਕ ਦਿਨ ਦੇ ਵਿੱਚ ਸਾਰਾ ਕੁਝ ਠੀਕ ਹੋਣਾ ਨਹੀਂ ਆ ਕਿਉਂਕਿ ਟਾਈਮ ਦਾ ਗੈਪ ਬਹੁਤ ਜ਼ਿਆਦਾ ਹੋ ਗਿਆ ਵਾ ਤੇ ਟਾਈਮ ਸੋਚਣ ਦਾ ਚਾਹੀਦਾ ਹਰ ਇੱਕ ਦੀ। ਕਈ ਫਰੈਂਡ ਦਾ ਕੇਸ ਉਹਦੇ ਨਾਲ ਵੀ ਏਦਾਂ ਹੋਇਆ। ਹੁਣ ਉਹ ਵਿਚਾਰਾ ਉਹਦੇ ਭਟਕਦਾ ਫਿਰਦਾ, ਵਰਕ ਪਰਮਿਟ ਉਹਦਾ ਮੁੱਕਣੇ ਵਾਲਾ, ਉਹ ਕੱਲ ਨੂੰ ਕਿੱਥੇ ਜਾਊਗਾ? ਹੁਣ 30 ਲੱਖ ਰੁਪਇਆ ਲਾ ਗਿਆ ਉਹ ਤੇ ਲਾਇਆ। ਮੰਜੂ ਇੱਥੇ ਬੜੀ ਪ੍ਰੋਬਲਮ ਹੈ। ਕੁੜੀਆਂ ਇੱਥੇ ਸੱਦ ਕੇ ਪਹਿਲਾਂ ਸਾਦੀਆਂ ਦੀ ਸੱਦ ਲੈਂਦੀ, ਉਸ ਤੋਂ ਬਾਅਦ ਉਹਨੂੰ ਜਵਾਬ ਦੇ ਦਿੰਦੀਆਂ ਮੈਂ ਪੱਕਾ ਨਹੀਂ ਕਰਾਉਣਾ, ਮੈਂ ਵਰਕ ਪਰਮਿਟ ਲੈ ਕੇ ਦੇਣਾ, ਵਰਕ ਪਰਮਿਟ ਰਿਨਿਊ ਨਹੀਂ ਹੁੰਦਾ। ਇਹ ਮੰਜੂ ਜੀ ਤੁਹਾਨੂੰ ਵੀ ਸੁਣਨ ਵਿੱਚ ਆਇਆ ਕਿ ਬਹੁਤ ਸਾਰੀਆਂ ਗਰਲਸ ਜਿਹੜੀਆਂ ਨੇ ਮੁੰਡਿਆਂ ਦੇ ਆਪਸ ਵਿੱਚ ਕੜੱਤਣ ਜਿਹੜੀ ਵੱਧਦੀ ਜਾ ਰਹੀ ਹੈ। ਟੈਲ ਮੀ ਟਰੂ, ਤੁਹਾਨੂੰ ਪਤਾ ਹੈ ਸਾਡੇ ਕੈਨੇਡਾ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਇਹ ਸਮੱਸਿਆ ਜਿਹੜੀ ਆ, ਇੱਕ ਫਲੂ ਨਵਾਂ ਆਇਆ ਹੋਇਆ ਜਿਹੜਾ ਕਿ ਪੰਜਾਬ ਤੋਂ ਆਇਆ ਇੱਥੇ ਇਸ ਕੰਟਰੀ ਵਿੱਚ, ਤੇ ਮੁੰਡੇ ਕੁੜੀਆਂ ਆਪਸ ਵਿੱਚ ਹੀ ਰਿਸ਼ਤਾ ਜਿਹੜਾ ਤੋੜ ਲੈਂਦੇ ਨੇ। ਮੈਂ 70% ਤੁਹਾਨੂੰ ਇਹ ਦੱਸ ਦਿੰਦਾ ਜੀ, ਮੇਰੇ ਨਾਲ ਕਾਲਜ 'ਚ ਨਾ 3 ਕੁੜੀਆਂ ਨੇ ਏਦਾਂ ਕੰਮ ਕਰਿਆ, ਛੱਡਿਆ ਉਹਨਾਂ ਨੂੰ। ਤੁਸੀਂ ਵੀ ਸਟੂਡੈਂਟ ਹੋ? ਜਵਾਕ ਸੀ ਸਾਲ ਦੇ, ਉਹ ਉਹਨਾਂ ਨੂੰ ਛੱਡਣ ਲਈ ਕਿਸੇ ਹੋਰ ਪਿੱਛੇ ਤਿਆਰ ਹੋ ਗਈਆਂ। ਦੇਖ ਲਓ ਤੁਸੀਂ ਆਪ ਹਿਸਾਬ ਲਾ ਲਓ। ਤੁਸੀਂ ਵੀ ਸਟੂਡੈਂਟ ਹੋ? ਮੇਰੇ ਨਾਲ ਕਿਸੇ ਕਾਲਜ 'ਚ ਚਲੋ 10 ਸਟੂਡੈਂਟ ਆ ਨਾ, ਉਹਨਾਂ ਨੇ ਆਪ ਮੂੰਹ ਸੁਣ ਲਿਓ 7 ਦੇ। ਨਹੀਂ ਤੁਸੀਂ ਸਟੂਡੈਂਟ ਹੋ ਆਪ ਜੀ? ਹਾਂਜੀ ਹੁਣ ਤਾਂ ਅਸੀਂ ਵਰਕ ਤੇ ਆ। ਮੰਜੂ ਜੀ ਸੁਣ ਲਓ ਕੀ ਕਹਿੰਦੇ ਨੇ। ਇਹ ਮੈਂ ਆਪ ਦੱਸ ਰਿਹਾ, ਮੇਰਾ ਪਹਿਲਾਂ ਕਾਲਜ ਹੋਰ ਸੀ, ਫਿਰ ਮੈਂ ਚੇਂਜ ਕਰਿਆ ਸੀ। ਮੈਂ ਦੂਏ ਕਾਲਜ ਦੀ ਵੀ ਆ ਤੁਹਾਨੂੰ ਸਟੋਰੀ ਦੱਸ ਰਿਹਾ। ਏਦਾਂ ਹੋਇਆ ਹੈ ਮੰਜੂ ਜੀ। ਇਦਾਂ ਕੁੜੀਆਂ ਕਰਦੀਆਂ ਇੱਥੇ ਵੈਸੇ ਟੈਲੀਮੀਟਰ, ਪਰ ਤੁਸੀਂ ਤਾਂ ਮੇਰੇ ਕਹਿਣ ਤੇ ਲੱਗ ਗਏ ਹੋ ਕਿ ਤੁਹਾਨੂੰ ਤੁਸੀਂ ਇਹ ਮਤਲਬ ਅੱਜ ਕਹਿ ਦਿੱਤਾ ਕਿ ਮੈਨੂੰ ਸੋਚਣ ਨੂੰ ਟਾਈਮ ਚਾਹੀਦਾ। ਮੈਨੂੰ ਲੱਗਦਾ ਕਿ ਤੁਸੀਂ ਚੰਗੀ ਸੋਚ ਦੇ ਮਾਲਕ ਹੋ। ਨਹੀਂ ਉਹ ਬੰਦੇ ਨੇ ਜਿਹੜਾ ਸਾਡੇ ਨਾਲ ਰਹਿੰਦਾ ਉਹ ਬੰਦਾ ਡੇਲੀ ਇੰਨੇ ਟੈਨਸ਼ਨ ਚ, ਉਹਦੇ ਡੈਡੀ ਨੂੰ ਉੱਥੇ 2 ਵਾਰ ਸਟੰਟ ਪਏ ਉਹਦੇ ਇਸ ਚੱਕਰ ਦਾ, ਵਿਆਜ ਵਾਲੇ ਗੇੜੇ ਮਾਰਦੇ ਆ ਨਾ ਇੰਡੀਆ। ਇਹਨੇ 20 ਲੱਖ ਰੁਪਏ। ਆਈ ਅੰਡਰਸਟੈਂਡ ਕਾਲਰ, ਥੈਂਕ ਯੂ ਸੋ ਮਚ। ਨੰਬਰ 2 ਕਾਲਰ ਪਲੀਜ਼। ਬੱਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮੈਂ ਸੈਕਰਾਮੈਂਟੋ ਤੋਂ ਜਾਨਪਾਲ ਬੋਲਦਾ ਜੀ।
ਮੈਨੂੰ ਤਾਂ ਮੁੰਡਾ ਵੀ ਸਹੀ ਲੱਗਦਾ, ਕੁੜੀ ਵੀ ਸਹੀ ਲੱਗਦੀ। ਮੈਂ ਤਾਂ ਇਹੀ ਕਹਿੰਦਾ ਵੀ ਦੋਨਾਂ ਜਣਿਆਂ ਨੂੰ ਆਪਣਾ ਦੁਬਾਰਾ ਇਕੱਠੇ ਰਹਿਣਾ ਚਾਹੀਦਾ ਹੈ, ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਲੈਣੀ ਚਾਹੀਦੀ ਹੈ। ਗੁੱਸੇ ਗਿਲੇ ਲਾਈਫ 'ਚ ਚੱਲਦੇ ਰਹਿੰਦੇ ਆ, ਬਸ ਜ਼ਿੰਦਗੀ ਨੂੰ ਦੁਬਾਰਾ ਰੀਨਿਊ ਕਰੋ, ਸਟਾਰਟ ਕਰੋ, ਵਧੀਆ ਰਹੋਗੇ ਲਾਈਫ 'ਚ। ਮੁੰਡਾ ਵੀ ਸਹੀ ਰਹੂਗਾ, ਕੁੜੀ ਵੀ ਸਹੀ ਰਹੂਗਾ, ਨਹੀਂ ਤਾਂ ਦੋਨਾਂ ਦੀ ਲਾਈਫ ਖਰਾਬ ਹੋਣੀ ਹੈ। ਵੈਰੀ ਗੁੱਡ। ਨੰਬਰ 5 ਕਾਲਰ ਪਲੀਜ਼। ਹੈਲੋ ਬਾਕੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਜੀ, ਮੈਂ ਮੰਜੂ ਜੀ ਨਾਲ ਗੱਲ ਕਰਨਾ ਚਾਹੁੰਦਾ ਇੱਕ ਮਿੰਟ ਲਈ। ਹਾਂਜੀ ਪਲੀਜ਼ ਪ੍ਰੋਸੀਡ। ਹਾਂਜੀ ਮੰਜੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਰਾਜੇ ਮੈਨੂੰ ਇੱਕ ਗੱਲ ਦੱਸੋ ਹਨਾ, ਵੀ ਕਿਸੇ ਦੀ ਇੰਨੀ ਮਿਹਨਤ ਦੀ ਕਮਾਈ, ਜੇ ਕਿਤੇ ਤੁਸੀਂ ਝੂਠ ਨਾ ਬੋਲਿਓ, ਤੁਹਾਨੂੰ ਸੌਣ ਲੱਗੇ ਜੇ ਤੁਸੀਂ ਇੰਡੀਆ 'ਚ ਹੁੰਦੇ ਤਾਂ ਵੀ ਤੁਸੀਂ ਇਹ ਗੱਲ ਕਰਨੀ ਸੀ। ਤੁਸੀਂ ਕਹਿੰਦੇ ਵੂਮਨ ਡੇ ਆ, ਪਰ ਜੇ ਆਪਾਂ ਉਹ ਚੀਜ਼ਾਂ ਦਾ ਆਪਾਂ ਨਜਾਇਜ਼ ਫਾਇਦਾ ਚੱਕਾਂਗੇ ਨਾ ਤੇ ਏਦਾਂ ਸਾਰਾ ਸਿਸਟਮ ਗੰਦਲਾ ਹੁੰਦਾ ਹੈ ਨਾ, ਤੇ ਇਹ ਚੀਜ਼ ਤੁਹਾਨੂੰ ਵੀ ਸੋਚਣੀ ਚਾਹੀਦੀ ਹੈ। ਆਪਣਾ ਮੰਜੂ ਜੀ ਇਹਦਾ ਜਵਾਬ ਦਵਾਂਗੇ। ਮੈਂ ਕਾਲ ਨਾ ਵੀਰ ਜੀ ਮੈਂ ਤੁਹਾਨੂੰ ਜਵਾਬ ਦਿੰਦੀ, ਜੇ ਤੁਸੀਂ ਕਹਿੰਦੇ ਵੀ ਮੈਂ ਇੰਡੀਆ 'ਚ ਹੁੰਦੀ ਤਾਂ ਸ਼ਾਇਦ ਨੂੰ ਹੁਣ ਤਾਂ ਕਦੋਂ ਦੀ ਇਹ ਚੀਜ਼ ਹੋ ਜਾਂਦੀ ਕਿ ਮੈਂ ਆਪਣੇ ਘਰ ਬੈਠੀ ਹੁੰਦੀ, ਕਿਉਂਕਿ ਵੀਰ ਜੀ ਮੈਂ ਵੀ ਬਹੁਤ ਜ਼ਿਆਦਾ ਹਨਾ ਆਪਾਂ ਕਹਿੰਦੇ ਦੂਜਾ ਲੱਭੋਗੇ ਇਹਨਾਂ ਨਾਲ ਇੱਕਦਮ ਕੋਈ ਵੀ ਨਹੀਂ ਲੱਗਦਾ। ਚੱਕਰ ਆ ਜਦੋਂ ਤੁਸੀਂ ਬਾਹਰਲੀਆਂ ਕੰਟਰੀਆਂ ਜਾਂਦੇ ਹੋ ਨਾ, ਮੇਰੇ ਘਰਦਿਆਂ ਦੀ ਤੁਹਾਨੂੰ ਜੇ ਲੱਗਦਾ ਤੁਹਾਨੂੰ ਕੁਝ ਸਪੈਸ਼ਲ ਰਾਜ ਵੱਡੇ ਲੈਵਲ ਤੇ ਇਦਾਂ ਦੀ ਚੀਜ਼ ਹੋਊਗੀ, ਇਦਾਂ ਨਹੀਂ ਹੋਣੀ। ਜੇ ਤੁਹਾਨੂੰ ਲੱਗਦਾ ਨਾ ਤੁਹਾਡੇ ਲਈ ਕੋਈ ਸਪੈਸ਼ਲ ਰਾਜਕੁਮਾਰ ਘੋੜੇ ਤੇ ਬਹਿ ਕੇ ਆ ਰਿਹਾ, ਜਾਂ ਤੁਸੀਂ ਤੁਹਾਡੀ ਮੈਂ ਦੇਖੀ ਤੁਹਾਡੀ ਹੈ ਨਾ, ਮੈਂ ਤੁਹਾਨੂੰ ਉਂਝ ਜਾਣਦਾ ਵਾਂ, ਮੈਂ ਤੁਹਾਡੀ ਟਿਕਟੋਕ ਦੇਖੀ ਹੈ ਨਾ, ਜਾਂ ਤਾਂ ਉਹਨਾਂ ਵਿੱਚ ਤੁਸੀਂ ਬਹੁਤ ਕਟਰੀਨਾ, ਚਲੋ ਰੱਬ ਦੇ ਦੋ ਹੁੰਦੇ ਆ ਨਾ, ਸੋਹਣਾ ਜਾਂ ਨਹੀਂ ਸੋਹਣਾ, ਪਰ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ, ਕਿਹੜੇ ਚੱਕਰਾਂ 'ਚ ਪਏ ਹੋ ਨਾ। ਇਹਦੇ ਨਾਲ ਕੱਲ ਫਿਰ ਨਵਾਂ ਜਵਾਈ ਆਊਗਾ ਤੁਹਾਡੇ ਬਣ ਕੇ, ਫਿਰ ਤੁਸੀਂ ਉਹਦੇ ਨਾਲ ਪੈ ਜਾਓਗੇ, ਫਿਰ ਉਹ ਨਹੀਂ ਚੰਗਾ ਲੱਗੂਗਾ, ਫਿਰ ਤੀਜੇ ਇਹੀ ਕੁਝ ਕਰੀ ਜਾਓਗੇ। ਆਹ ਵੂਮਨ ਡੇ ਆ ਯਾਰ, ਲਾਂਤ ਹੈ ਇਹੀ ਵੂਮਨ ਹੈ ਤੇ ਸੌਰੀ ਟੂ ਸੇ ਬਾਕੀ ਸਾਹਿਬ। ਹਾਂਜੀ ਨੰਬਰ 4 ਕਾਲਰ ਪਲੀਜ਼। ਆਈ ਟੋਟਲੀ ਕਨਫਿਊਜ਼ਡ। ਹਾਂਜੀ ਬਾਸੀ ਸਾਹਿਬ, ਜਦੋਂ ਨਾ ਰਿਜੈਕਟ ਕਰਦੇ ਹੁੰਦੇ ਆ ਹਮੇਸ਼ਾ ਰੀਜ਼ਨ ਦਿੰਦੇ ਹੁੰਦੇ, ਇੱਕੋ ਤਾਂ ਰੀਜ਼ਨ ਵੀ ਨਹੀਂ ਹੈਗਾ, ਨਹੀਂ ਦੱਸਿਆ ਤੱਕ ਵੀ ਨਹੀਂ। ਦੇਖੋ ਜੀ ਕੱਲ ਕੁੜੀ ਵੀ ਕਹਿੰਦੀ ਪਈ ਸੀ, ਜਦੋਂ ਪਰਸੋਂ ਜਿਹੜੀ ਆਈ ਸੀਗੀ, ਜਿਹੜੀ ਇਹਦੇ ਨਾਲ ਕੁੜੀ ਆਈ ਸੀ ਟ੍ਰੇਨ 'ਚ, ਉਹ ਕਹਿੰਦੀ ਪਈ ਸੀ ਕਿ ਇਹਨੇ ਜਾਣ ਕੇ ਲਿਖਾਇਆ ਆ ਕਿ ਗਲਤ ਡੇਟ ਹੈ ਨਾ। ਹੁਣ ਇਹਨੇ ਕਹਿਣਾ ਕਿ ਜੀ ਇਹ ਤਾਂ ਮੈਨੂੰ ਉਹਨਾਂ ਨੇ ਗਲਤ ਦਿੱਤੀ ਸੀ ਆਪਣੀ ਬਰਥਡੇ, ਏਦਾਂ ਹੋ ਹੀ ਨਹੀਂ ਸਕਦਾ। ਦੂਜੀ ਗੱਲ ਬਾਸੀ ਸਾਹਿਬ ਜੀ, ਮੈਂ ਏਦਾਂ ਬਹੁਤ ਕੁੜੀਆਂ ਨਾਲ ਕੰਮ ਕਰ ਚੁੱਕਾ ਆ, ਗੈਸ ਸਟੇਸ਼ਨ, ਮੈਕਡੋਨਲਡ 'ਚ। ਗੱਲ ਪਤਾ ਕੀ ਹੁੰਦੀ, ਇਹਨਾਂ ਦਾ ਵਿਆਹ ਵਿਊਹ ਕਰਨ ਦਾ ਕੋਈ ਚੀਜ਼ ਨਹੀਂ ਹੁੰਦਾ, ਸਾਰਾ ਚੱਕਰ ਹੁੰਦਾ ਬਾਹਰ ਜਾਣ ਦਾ। ਤਾਂ ਫਿਰ ਇਹੀ ਬਾਹਰ ਇੰਨੀ ਐਕਸਾਈਟਮੈਂਟ ਹੁੰਦੀ, ਬਾਹਰ ਜਾਂਦੇ ਇੱਦੀ ਵੀ ਵਿਆਹ ਕਰ ਲੈਂਦੇ ਆ, ਫਿਰ ਇੱਥੇ ਆ ਕੇ ਇਹਨਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਫਸ ਗਏ ਆ, ਕਿ ਇਹਨਾਂ ਨੇ ਵਿਆਹ ਕਿਉਂ ਕਰ ਲਿਆ। ਥੈਂਕ ਯੂ, ਬਾਏ। ਆਈ ਸੀ। ਨੰਬਰ 3 ਕਾਲਰ ਪਲੀਜ਼। ਹਾਂਜੀ ਬਾਕੀ ਸਤਿ ਸ਼੍ਰੀ ਅਕਾਲ ਜੀ। ਦੇਖੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਔਰ ਪ੍ਰੋਸੀਡ ਕਰੋ, ਲੈਣਾ ਬਹੁਤ ਬਿਜ਼ੀ ਨੇ ਜੀ, ਦੱਸੋ। ਹਾਂਜੀ ਬਾਕੀ ਸਾਹਿਬ ਮੈਂ ਕਹਿਣਾ ਚਾਹੁੰਦਾ ਜੀ, ਮੇਰਾ ਇੱਕ ਮਿੱਤਰ ਸੀ ਬਰੈਂਪਟਨ ਦੇ ਵਿੱਚ, ਉਹ ਇਸੇ ਤਰ੍ਹਾਂ ਹੀ ਆਇਆ ਸੀਗਾ। ਉਹਦੀ ਘਰ ਵਾਲੀ ਕਹਿੰਦੀ ਮੈਂ ਤੈਨੂੰ ਪੱਕਾ ਕਰਾ ਦੂੰਗੀ, ਪਰ ਉਹ ਇਸ ਟਾਈਮ ਨਰਕ ਦੀ ਜ਼ਿੰਦਗੀ ਜਿਉ ਰਿਹਾ। ਉਹ ਕਿਵੇਂ ਬਾਕੀ ਸਾਹਿਬ, ਉਹਨੂੰ ਉਹ $20 ਦੇ ਕੇ ਤੋਰਦੀ ਆ, ਐਮਾਜ਼ੋਨ ਡਿਲੀਵਰੀ 'ਚ ਲੱਗਿਆ ਹੋਇਆ, ਸਿਰਫ ਪ੍ਰੈਸੋ ਦੇ ਪੈਸੇ, ਉਹਦੇ ਕਾਰਡ ਸਾਰੇ ਦੱਬੇ ਹੋਏ ਆ, ਸਾਰਾ ਕੁਝ ਕਰਿਆ ਹੋਇਆ। ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਪੂਰੇ ਰਾਈਟ ਦਓਗੇ ਜਦੋਂ ਉਹ ਆ ਜਾਣਗੇ, ਵੀ ਜਾਂ ਏਦਾਂ ਦੀ ਲਾਈਫ ਵੀ ਉਹਨਾਂ ਨੂੰ ਦੱਸੋ ਰਹਿਣ ਦੀ ਦਓਗੇ? ਹਾਲ ਤਾਂ ਮਾਈਂਡ ਹੀ ਨਹੀਂ ਬਣਾਇਆ ਸਪਾਂਸਰ ਕਰਨ ਵਾਲੇ, ਚੀਜ਼ ਨੂੰ ਮੇਕ ਮਾਈਂਡ। ਓਕੇ ਬਾਕੀ ਸਾਹਿਬ, ਥੈਂਕ ਯੂ ਜੀ। ਜੀ ਹਾਂ। ਨੰਬਰ 2 ਕਾਲਰ ਪਲੀਜ਼। ਹੈਲੋ ਜੀ। ਹਾਂਜੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਲਾਈਕ ਮੇਰੀ ਵੀ ਕਜ਼ਨ ਆਈ ਹੋਈ ਹੈ ਇੰਡੀਆ ਤੋਂ, ਜਿੱਦਾਂ ਇਹ ਕਹਿ ਰਹੇ ਆ ਕਿ ਲਾਈਕ ਇਹ ਕਹਿ ਰਿਹਾ ਕਿ ਗਰੁੱਪ ਬਣਾ ਦਿੰਦੇ ਆ, ਪਰ ਉਹ ਵੀ ਹੈਗੀ, ਉਹ ਵੀ ਸਟੱਡੀ ਕਰਦੀ, ਆਨਲਾਈਨ ਕਰਦੀ, ਬਟ ਉਹ ਕਹਿੰਦੀ ਆ ਕਿ ਮੈਂ ਨਹੀਂ ਗਰੁੱਪ ਬਣਾਉਣਾ ਕਿਸੇ ਨਾਲ, ਮੈਂ ਆਪੇ ਆਪਣੀਆਂ ਅਸਾਈਨਮੈਂਟਾਂ ਪੂਰੀਆਂ ਕਰਨੀਆਂ, ਬਿਕਾਜ਼ ਉਹਨੂੰ ਪਤਾ ਉਹਦਾ ਹਸਬੈਂਡ ਨਹੀਂ ਲਾਈਕ ਕਰਦਾ ਹੈਗਾ। ਲਾਈਕ ਅਸੀਂ ਕਹਿ ਸਕਦੇ ਆ, ਜਦ ਮੈਂ ਤਾਂ PR ਆ, ਉਹ ਮੇਰੇ ਕੋਲੇ ਆਉਂਦੀ ਆ, ਤੇ ਉਹ ਅਸੀਂ ਕਹਿ ਸਕਦੇ ਆ ਇੰਸਟ੍ਰਕਟਰ ਨੂੰ ਕਿ ਨਹੀਂ ਮੈਂ ਗਰੁੱਪ ਨਹੀਂ ਬਣਾਉਣਾ, ਜਿੱਦਾਂ ਕਹਿੰਦੇ ਸਾਨੂੰ ਹੈਵ ਟੂ ਬਣਾਉਣਾ ਪੈਂਦਾ ਗਰੁੱਪ। ਤੇ ਨੰਬਰ ਮੰਜੂ, ਵਾਈ ਯੂ ਲਾਈਕ ਦੈਟ ਕਿ ਯੂ ਸੈਡ ਕਿ ਆਈ ਹੈਵ ਟੂ, ਮਤਲਬ ਤੁਹਾਨੂੰ ਹੈਵ ਟੂ ਆ? ਨਹੀਂ ਸਰ, ਮੈਂ ਇਹ ਨਹੀਂ ਕਿਹਾ ਵੀ ਮੈਨੂੰ ਹੈਵ ਟੂ ਆ, ਮੈਂ ਕਿਹਾ ਮੈਂ ਇੱਕ ਵਾਰ ਮਨਾ ਕੀਤਾ, ਮੈਂ 2 ਵਾਰ ਮਨਾ ਕੀਤਾ, ਮੈਂ ਹਰ ਵਾਰ ਮਨਾ ਨਹੀਂ ਕਰ ਸਕਦੀ। ਪਰ ਤੁਸੀਂ ਕਹਿ ਸਕਦੇ ਕਿ ਉਹਨਾਂ ਦਾ ਵੀ ਇੱਕ ਪੈਟਰਨ ਹੁੰਦਾ ਬਣਾਉਣਾ ਹੈ। ਤੁਸੀਂ ਮੰਜੂ ਇਹ ਤਾਂ ਕਹਿ ਸਕਦੇ ਕਿ ਮੇਰਾ ਹਸਬੈਂਡ ਜਿਹੜਾ ਆ, ਮੈਂ ਇਹ ਵਿਵਾਦਾਂ ਵਿੱਚ ਕਰਨਾ ਨਹੀਂ ਚਾਹੁੰਦੀ, ਔਰ ਮੇਰਾ ਹਸਬੈਂਡ, ਮੈਂ ਸ਼ਾਦੀशुदा ਹਾਂ, ਔਰ ਮੈਂ ਕਿਸੇ ਮੁੰਡੇ ਨਾਲ ਕੋਈ ਪ੍ਰੋਜੈਕਟ ਨਹੀਂ ਕਰਨਾ ਚਾਹੁੰਦਾ ਸਾਂਝਾ। ਯੂ ਕੈਨ ਸੇ ਦੈਟ, ਫਰੀडम ਆਫ ਸਪੀਚ। 20 ਸਟੂਡੈਂਟਸ ਆ ਕਲਾਸ ਦੇ ਵਿੱਚ, ਜੇ ਉਹਨਾਂ ਨੇ 5-5 ਦਾ ਆਲਰੇਡੀ ਗਰੁੱਪ ਬਣਾ ਦਿੱਤਾ, ਤਾਂ ਮੈਨੂੰ ਉਹਨਾਂ ਨੇ ਆਬਵੀਅਸਲੀ, ਤੇ ਹੁਣ ਬਾਕੀ ਗਰੁੱਪਾਂ ਦੇ ਵਿੱਚ ਵੀ ਮੁੰਡੇ ਆ, ਉਹਨਾਂ ਨੇ ਮੈਨੂੰ ਸਵਿਚ ਕਰਨਾ ਜਾਂ ਫਿਰ ਕਿਸੇ ਹੋਰ ਨੂੰ ਸਵਿਚ ਕਰਨਗੇ ਮੇਰੇ ਨਾਲ, ਕਿਉਂਕਿ ਗਰੁੱਪ ਪ੍ਰੋਜੈਕਟ ਜਿਹੜਾ ਆ ਉਹ ਤਾਂ ਇਕੱਠੇ। ਆਈ ਅੰਡਰਸਟੈਂਡ ਜੋ ਗਰੁੱਪ ਜਿਹੜਾ ਆ ਤੁਹਾਡਾ, ਗਰੁੱਪ ਪ੍ਰੋਜੈਕਟ ਜਿਹੜਾ ਆ, ਟਰਾਈ ਟੂ ਅੰਡਰਸਟੈਂਡ ਵਾਟ ਆਮ ਸੇਇੰਗ। ਤੁਹਾਡੇ ਸਾਹਮਣੇ ਇੱਕ ਸਟੂਡੈਂਟ ਕਹਿ ਰਹੀ ਹੈ, ਤੁਸੀਂ ਲਿਸਨ ਕਰੋ ਬੇਟਾ, ਕਿ ਮਾਈਟ ਯੂ ਡੋਂਟ ਨੋ ਅਬਾਊਟ ਦਿਸ ਮੈਟਰ, ਕਿ ਇਹ ਜੇ ਤੁਹਾਨੂੰ ਸ਼ੱਕ ਪੈਦਾ ਹੁੰਦੀ ਆ
ਸ਼ੱਕ ਦੀ ਸਰ ਸੂਈ ਮੇਰੇ ਦੇ ਪਹਿਲੇ ਵਿੱਚ ਸਮੈਸਟਰ 'ਚ ਹੋਈ ਹੈ ਨਾ ਚੀਜ਼ ਬਾਕੀ ਕਿ ਮੈਂ ਪਹਿਲੇ ਮੈਂ ਸਮੈਸਟਰ ਇਹ ਦੇ ਕਹਿਣਾ ਵਿੱਚ ਚਾਹੁੰਦੀ ਇੰਨਾ ਹਾਂ ਕਿ ਚੀਜ਼ ਦਾ ਜੇ ਹੁਣ ਵੀ ਇਹਨਾਂ ਮੈਨੂੰ ਦਾ ਨੌਲੇਜ ਨਹੀਂ ਉਹਨੇ ਸੀ ਇੰਨੇ ਪੈਸੇ ਲਾਏ ਹੁਣ ਇਹਦੇ ਤੇ ਇਹਨੂੰ ਸਪਾਂਸਰ ਕਰਨਾ ਚਾਹੀਦਾ ਹੌਲੀ ਹੌਲੀ ਆਪਾਂ ਜਿਹਨੇ ਪੈਸੇ ਲਾਏ ਹੁੰਦੇ ਉਹਨੂੰ ਪਤਾ ਹੁੰਦਾ ਇੰਡੀਆ ਤੋਂ ਸਾਰਾ ਕੁਝ ਆਪਣਾ ਪਰ ਜਦੋਂ ਆਪਣੇ ਤੁਸੀਂ ਮੰਜੂ ਜੀ ਤੁਹਾਨੂੰ ਮੈਂ ਦੱਸਾਂ ਤੁਹਾਡੇ ਜਿਹਨੂੰ ਤੁਸੀਂ ਪਿਆਰ ਕਰਦੇ ਜਿਹਨੂੰ ਤੁਹਾਨੂੰ ਪਿਆਰ ਕੀਤਾ ਸੱਸ ਸਹੁਰੇ ਨੇ ਜਿਹਨੂੰ ਧੀ ਬਣਾਇਆ ਉਹ ਇਸ ਵੇਲੇ 8-9 ਹਜ਼ਾਰ ਡਾਲਰ ਕਮਾ ਰਹੇ ਆ, ਤੁਹਾਡੇ ਹਸਬੰਡ 10,000 ਕਮਾ ਰਹੇ ਆ ਤੇ 33-34 ਹਜ਼ਾਰ ਰੁਪਈਆ ਵਿਆਜ ਦੇ ਰਹੇ ਨੇ। ਆਈ ਡੋਂਟ ਨੋ ਕਿਵੇਂ ਇਹ ਹੈਂਡਲ ਕਰ ਰਹੇ ਨੇ। ਤੁਸੀਂ ਥੋੜੀ ਜਿਹੀ ਦਇਆ ਕਰੋ, ਤਰਸ ਕਰੋ। ਤੁਸੀਂ ਆਪਣੀ ਜ਼ਿੰਦਗੀ ਤੱਕ ਐਂਡਾ ਵਿੱਚ ਆ ਕੇ ਬਣਾ ਲਈ ਹੈ, ਜਿਨ੍ਹਾਂ ਨੇ ਤੁਹਾਨੂੰ ਭੇਜਿਆ ਆ ਇਹ ਧਰਤੀ ਦਿਖਾ ਲਈ ਆ, ਹਾਂਜੀ, ਤਾਂ ਉਹਨਾਂ ਤੇ ਵੀ ਥੋੜੀ ਜਿਹੀ ਗੌਰ ਫਰਮਾਓ। ਤੁਹਾਡੀ ਨਿਕਾ ਜਿਹੜੀ ਹੈ ਟਿਕਟੌਕ ਤੇ ਜਾਣੀ ਵੱਖਰੀ ਗੱਲ ਹੈ, ਤੁਹਾਡਾ ਆਪਣਾ ਪਰਸਨਲ ਜ਼ਿੰਦਗੀ ਦਾ ਸ਼ੌਕ ਹੋ ਸਕਦਾ, ਨਥਿੰਗ ਰੋਂਗ ਟਿਕਟੌਕ ਤੇ ਜਾਣਾ ਇਜ਼ ਓਕੇ, ਐਵਰੀਬਾਡੀ ਹੈਵ ਰਾਈਟਸ ਟੂ ਡੂ ਵਾਟ ਐਵਰ ਵਾਂਟ ਟੂ ਡੂ ਇਟ। ਸੋ ਇਹ ਮੰਜੂ ਜੀ ਤੁਸੀਂ ਬੜੇ ਸਿਆਣੇ ਹੋ, ਤੁਹਾਡੇ ਦੇ ਵੇ ਯੂ ਟਾਕ ਟੂ ਮੀ ਯੂ ਆਰ ਵੈਰੀ ਇੰਟੈਲੀਜੈਂਟ ਗਰਲ, ਔਰ ਮੈਂ ਤੁਹਾਡਾ ਬੜਾ ਸਤਿਕਾਰ ਕਰਦਾ, ਤੁਸੀਂ ਮੇਰੇ ਸਿਰ ਦੇ ਤਾਜ ਹੋ। ਔਰ ਤੁਸੀਂ ਵਾਈ ਯੂ ਡੂਇੰਗ ਦਿਸ, ਤੁਸੀਂ ਕਿਉਂ ਕਰ ਰਹੇ ਬੇਟਾ ਇੰਨੇ ਤੁਸੀਂ ਅੱਛੇ ਹੋ, ਤੁਸੀਂ ਕਹਿਣੇ ਕਾਰ ਹੋ, ਔਰ ਵੱਡੀ ਤੁਹਾਡੇ ਵਿੱਚ ਖੋਰ ਖੂਬੀ ਆ, ਤੁਸੀਂ ਕਹਿਣੇ ਵੀ ਲੱਗਦੇ ਹੋ। ਇਹ ਤਾਂ ਕਿਹਾ ਹੀ ਨਹੀਂ ਵੀ ਮੈਂ ਨਹੀਂ ਸੋਚੂੰਗੀ, ਮੈਂ ਤੁਹਾਨੂੰ ਕਿਹਾ ਮੈਨੂੰ ਸੋਚਣ ਦਾ ਮੈਂ ਬਾਕੀ ਮੰਜੂ ਦੀ ਇੱਕ ਸਿਫਤ ਆ ਇਹ ਜੋ ਕਹਿੰਦੇ ਕਰਦੀ ਆ, ਜਿਸ ਟਰੂ ਮੈਂ ਕਹਿ ਸਕਦਾ, ਕੋਰੇ ਕਾਗਜ਼ ਲਿਖ ਸਕਦਾ ਕਿ ਗੱਲ ਸੁਣਦੀ ਆ ਔਰ ਫਿਰ ਗੱਲ ਸੁਣ ਕੇ ਜੇ ਕਹੀਏ ਤਾਂ ਕਰਦੀ ਵੀ ਆ। ਤੇ ਮੈਨੂੰ ਪੂਰੀ ਆਸ ਹੈ ਕਿ ਆਸੂ ਦੇ ਨਾਲ ਇਹ ਜ਼ਰੂਰ ਮੁੜ ਕੇ ਫਿਰ ਉਹਨਾਂ ਦੇ ਆਪਸ ਵਿੱਚ ਹੀ ਇਹ ਨਿੱਘ ਮਾਣਨਗੇ ਪਿਆਰ ਦਾ, ਆਪਣੀ ਜ਼ਿੰਦਗੀ ਦਾ। ਬਟ ਮੈਂ ਲਾਸਟ ਤੋਂ ਬਸ ਇਹੀ ਕਹਿਣਾ ਚਾਹੁੰਦੀ ਹਾਂ, ਪਲੀਜ਼ ਤੁਸੀਂ ਹੈ ਨਾ ਉਹਨਾਂ ਨੂੰ ਇੱਧਰ ਸਪਾਂਸਰ ਕਰੋ, ਬਿਕਾਜ਼ ਉਹਨੇ ਬਹੁਤ ਪੈਸੇ ਸਪੈਂਡ ਕੀਤੇ। ਹਾਂਜੀ ਜੀ, ਮੈਂ ਉਹਦੇ ਲਈ ਮਨਾ ਨਹੀਂ ਕੀਤਾ। Yeah, please. Please, thank you so much. Number 5 caller, she's very intelligent and आज्ञाकार लड़की। हाँ जी, number 5 caller please. हाँ जी जी, मैं तो सिर्फ इन्ना कहना चाहनी हाँ भी लड़का बिल्कुल सही है, लड़की गलत है, क्योंकि तुसीं ये देखो भी ये लड़की कहंदी भी मेरे माँ बाप की इज्जत भी खराब हो रही है इस गल दे विच। भी ये तुसीं देखो भी जिन्हां दे घरे रोज पैसे लैण आउंदे नेगे, ब्याज भरदे ने, उन्हां दी कोई इज्जत नहीं गी। पैसे ब्याज जे नहीं ये कहते ने ना भी मैं फैसला करूंगी, मैं मन बनाया नहीं हले, इन्हां ने सारे पैसे ब्याज समेत ते ਉਹ टाइम पीरियड ਜਿਹੜਾ ਬੱਚੇ ਦਾ ਲੜਕੇ ਦਾ ਇੰਨਾ टाइम खराब ਕੀਤਾ, ਉਹ टाइम पीरियड ਵਿੱਚ ਨਾਲ ਹੋਰ ਐਡ ਕਰੋ ਵੀ ਜਿੰਨਾ ਚਿਰ ਇਹ ਆਪਦਾ ਕੋਈ ਫੈਸਲਾ ਨਹੀਂ ਕਰਦੀ, ਉਹਦੀ ਸਾਰੇ ਪੈਸੇ ਇਹਨੂੰ ਰਿਟਰਨ ਕਰੇ ਸਮੇਤ ਵਿਆਜ ਸਮੇਤ ਟਾਈਮ ਸਮੇਤ ਉਹਦੀ ਲਾਈਫ ਖਰਾਬ ਕੀਤੀ ਆ। ਫਿਰ ਇਹ ਤੇ ਬਾਕੀ ਇਮੀਗ੍ਰੇਸ਼ਨ ਵਾਲੇ ਇਹਨੂੰ ਵਾਪਸ ਭੇਜਣ, ਫਿਰ ਦੇਖੋ ਵੀ ਬੱਚੇ ਕਿਵੇਂ ਫੈਸਲਾ ਕਰਦੇ ਨੇ। ਓਕੇ ਵੀ ਜੀ। ਹਾਂਜੀ ਜੀ, ਬੋਲੋ ਜੀ। ਬਾਸਾ ਕੀ ਹਾਲ ਚਾਲ ਹੈ ਜੀ? ਤੁਸੀਂ ਲਾਈਨ ਤੇ ਬੋਲੋ ਸੇਠੀ ਸਾਹਿਬ। ਹਾਂਜੀ ਬਾਸੀ ਸਾਹਿਬ, ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਇੱਕ ਭੈਣ ਜੀ ਵੀ ਬੋਲ ਕੇ ਗਏ ਤੇ ਇੱਕ ਮੁੰਡਾ ਹੋਰ ਬੋਲ ਕੇ ਗਿਆ ਸ਼ੈਰੀਡਨ ਕਾਲਜ ਦਾ, ਕਿ ਸਾਨੂੰ ਆਪਸ਼ਨ ਹੁੰਦੀ ਆ। ਬਾਸੀ ਸਾਹਿਬ ਇਹ ਮੈਡਮ ਪੜ੍ਹਦੇ ਨੇ ਹੰਬਰ ਕਾਲਜ 'ਚ, ਤੇ ਉਹ ਵਨ ਆਫ ਦਾ ਫਾਈਨੈਸਟ ਕਾਲਜ ਹੈ, ਤੇ ਉੱਥੇ ਤੁਸੀਂ ਇਹ ਪ੍ਰੋਫੈਸਰਾਂ ਨੂੰ ਨਹੀਂ ਕਹਿ ਸਕਦੇ ਕਿ ਆਪਾਂ ਆਪਣੀ ਪਸੰਦ ਦਾ ਕਰਨਾ, ਆਪਾਂ ਮੁੰਡੇ ਨਹੀਂ ਰੱਖਣੇ ਗਰੁੱਪ 'ਚ। ਲਾਣ ਤਾਂ ਇਹੋ ਜਿਹੇ ਹਸਬੈਂਡ ਤੇ ਜੇ ਉਹਨੇ ਰੋਕਿਆ ਹੋਏਗਾ, ਇਹ ਕੈਨੇਡਾ ਵਾਸੀ ਦਾ। ਤੇ ਇਹ ਜਿਹੜੇ ਆ ਬੰਦੇ ਨੇ ਨਾ, ਜਿਹਨੇ ਆ ਕੇ ਬੋਲਿਆ ਕਿ ਮੈਂ ਸ਼ੈਰੀਡਨ ਕਾਲਜ 'ਚ ਸਾਨੂੰ ਪੁੱਛਿਆ ਜਾਂਦਾ ਕਿ ਆਪਾਂ ਮੁੰਡਿਆਂ ਨਾਲ ਰਹਿਣਾ ਕੁੜੀਆਂ ਨਾਲ ਰਹਿਣਾ, ਇਹ ਉਹੀ ਬੰਦੇ ਨੇ ਜਿਹੜੇ ਕਿ ਆਉਣ ਵਾਲੇ ਟਾਈਮ 'ਚ ਆਪਣੇ ਵਾਈਫ ਤੇ ਵੀ ਲਾਣਗੇ ਕਿ ਤੂੰ ਮੁੰਡੇ ਨਹੀਂ ਰੱਖਣੇ ਆਪਣੇ ਗਰੁੱਪ 'ਚ, ਇੱਦਾਂ ਚੱਲਣਾ ਉੱਦਾਂ ਚੱਲਣਾ। ਇਹ ਸਭ ਤੁਹਾਨੂੰ ਪਤਾ ਕੰਜ਼ਰਵੇਟਿਵ ਸੋਚ ਹੈ। ਤੇ ਦੂਜਾ ਮੈਂ ਇਹ ਕਹਿਣਾ ਚਾਹਾਂਗਾ, ਇਹਨਾਂ ਦੇ ਹਸਬੈਂਡ ਆਨਲਾਈਨ? ਯੈਸ ਹੀ ਇਜ਼। ਹਾਂਜੀ ਭਾਜੀ, ਮੈਂ ਬਸ ਇਹਨਾਂ ਨੂੰ ਇੱਕ ਗੱਲ ਪੁੱਛਣਾ ਚਾਹਾਂਗਾ ਕਿ ਤੁਸੀਂ ਮੈਡਮ ਨੇ ਕਿਹਾ ਕਿ ਇਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਪੈਰਾਂ ਦੀ ਜੁੱਤੀ ਹੋ, ਮੈਨੂੰ ਨਾਲ ਉਹਨਾਂ ਨੇ ਗਾਲਾਂ ਕੱਢ ਕੇ ਦਿਖਾਈਆਂ, ਕੀ ਇਹ ਸੱਚ ਹੈ? ਸਰ ਜੀ ਇਹ ਤੁਸੀਂ ਸੁਣਿਆ ਸੀਗਾ ਕਿ ਜਦੋਂ ਇਹਨੇ ਕਿਹਾ ਵੀ ਮੇਰੇ ਪੈਰ ਦੀ ਜੁੱਤੀ? ਨਹੀਂ, ਮੈਡਮ ਨੇ ਕਿਹਾ ਨਾ, ਮੈਂ ਤਾਂ ਹੀ ਤੁਹਾਨੂੰ ਪੁੱਛ ਰਿਹਾ। ਮੈਂ ਤੁਹਾਨੂੰ ਇਹ ਸਰ ਮੈਂ ਤਾਂ ਕੁਝ ਵੀ ਬੋਲਣਗੇ, ਕਿਉਂਕਿ ਹੁਣ ਸਾਡੇ ਜੋ ਡਿਸਪਿਊਟ ਪੈਦਾ ਹੋ ਜਾਂਦਾ, ਬਹੁਤ ਸਾਰੀਆਂ ਗੱਲਾਂ ਮੈਨੂੰ ਬਾਸੀ ਸਾਹਿਬ ਨੇ ਥੋੜਾ ਹੁਕਮ ਨੇ ਗੱਲ ਕਰਨ ਦਾ, ਇਹ ਤਾਂ ਮੈਂ ਗੱਲ ਕਰਾਂ ਸਟਾਰਟਅਪ ਤੋਂ ਗੱਲ ਕਰਾਂ। ਜਿਵੇਂ ਮੰਜੂ ਬਾਲਾ ਜੀ ਨੇ ਕਿਹਾ ਕਿ ਮੇਰੀ ਏਜ ਦਾ ਫਰਕ ਉਹਨੂੰ ਪਤਾ ਨਹੀਂ ਸੀਗਾ। ਸਰ ਸਭ ਤੋਂ ਪਹਿਲਾਂ ਇਹੀ ਗੱਲ ਜਿਹੜੀ ਇਹਨਾਂ ਦੇ ਆਪਣੇ ਮਦਰ ਦੇ ਫਰੈਂਡ ਆ, ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਇਹੀ ਗੱਲ ਪੁੱਛੀ ਜਦੋਂ ਅਸੀਂ ਇਕੱਠੇ ਹੋਏ ਸੀ। ਉਸ ਤੋਂ ਬਾਅਦ ਇਹਨੇ ਐਗਰੀਮੈਂਟ ਹੋ ਗਿਆ ਸਾਡਾ, ਆਪ ਐਗਰੀ ਵੀ 4 ਮਹੀਨੇ 5 ਮਹੀਨੇ ਵਿਆਹ ਤੋਂ ਪਹਿਲਾਂ ਅਸੀਂ ਗੱਲ ਕਰਦੇ ਰਹੇ ਆਪਸ ਵਿੱਚ। ਕੀ ਗੱਲ ਇਹਨੂੰ ਮੇਰੀ ਡੇਟ ਆਫ ਬਰਥ ਨਹੀਂ ਪਤਾ ਲੱਗੀ? ਮੰਜੂ ਬਾਜੂ ਲਾਈਨ ਮੰਜੂ ਜੀ ਨਹੀਂ ਸਰ, ਮੈਨੂੰ ਨਹੀਂ ਪਤਾ ਲੱਗੀ। ਮੈਨੂੰ ਕਿਹਾ ਗਿਆ ਸੀਗਾ, ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਮੈਂ ਇਹਨਾਂ ਨੂੰ ਕਰੈਕਟ ਕਰ ਦੇਵਾਂ। ਮੇਰੇ ਖਿਆਲ ਦੇ ਵਿੱਚ ਆਸ਼ੂ ਜੀ ਨੇ ਰੀਜ਼ਨ ਦਿੱਤਾ ਸੀ ਕਿ ਇਹਨਾਂ ਦੇ ਇੱਕ ਬ੍ਰਦਰ ਦੀ ਡੈਥ ਹੋ ਗਈ ਆ, ਜਿਨ੍ਹਾਂ ਦੀ ਜਨਮ ਤਰੀਕ ਇਹਨਾਂ ਦੇ ਨਾਮ ਤੇ ਚੱਲੀ ਜਾਂਦੀ ਆ, ਤੇ ਬਾਅਦ ਵਿੱਚ ਇਹਨਾਂ ਨੇ ਕਿਹਾ ਨਹੀਂ ਇਹ ਤਾਂ ਮੇਰੀ ਰੀਅਲ ਬਰਥ ਡੇਟ ਆ। ਇਹ ਇੱਕ ਭਰਾ ਦੀ ਡੇਟ ਆਫ ਬਰਥ ਦੂਜੇ ਤੇ ਕਿਵੇਂ ਚੱਲ ਸਕਦੀ ਮੰਜੂ? ਇਹ ਕਿਵੇਂ ਹੋ ਸਕਦਾ? ਜਦੋਂ ਮੈਂ ਪੁੱਛਿਆ ਜਦੋਂ ਮੇਰੀ ਮੈਰਿਜ ਹੋ ਗਈ, ਓਕੇ ਮੰਜੂ ਹੋਲਡ ਅਪ, ਮੰਜੂ ਸਾਇਲੈਂਟ ਪਲੀਜ਼। ਮਿਸਟੇਕ ਹੋ ਸਕਦੀ ਮੰਜੂ ਟਾਈਮ ਇਜ਼ ਓਵਰ। ਮੈਂ ਕਾਫੀ ਟਾਈਮ ਤੋਂ ਚੁੱਪ ਹਾਂ। ਹੈਲੋ
ਮੈਂ ਕਾਫੀ ਟਾਈਮ ਤੋਂ ਚੁੱਪ ਹਾਂ ਜੀ। ਹਾਂਜੀ ਓਕੇ ਮੈਂ ਆਪਣੇ ਅੰਸ਼ੂ ਗੋ ਹੈਡ ਪਲੀਜ਼ ਆਈ ਗਿਵ ਯੂ ਟਾਈਮ 1 ਮਿੰਟ ਪਲੀਜ਼। ਹਾਂਜੀ ਮੈਨੂੰ ਜਦੋਂ ਤੱਕ ਮੇਰੀ ਮੈਰਿਜ ਹੋ ਰਹੀ ਸੀਗੀ ਤਾਂ ਗੁਰਦੁਆਰੇ ਦੇ ਵਿੱਚ ਵੀ ਗ੍ਰੰਥੀ ਸਾਹਿਬ ਜਿਹੜੇ ਬੈਠੇ ਹੁੰਦੇ ਜਿਹੜੇ ਸਾਡੇ ਲਾਵਾਂ ਕਰਵਾਉਂਦੇ ਆ, ਠੀਕ ਹੈ, ਉਹਨਾਂ ਨੇ ਰਜਿਸਟਰ ਤੇ ਸਾਡੇ ਤੋਂ ਸਾਈਨ ਕਰਾਇਆ, ਬਕਾਇਦਾ ਸਾਡੇ ਤੋਂ ਡੇਟ ਆਫ ਬਰਥ ਪੁੱਛੀ, ਐਡਰੈਸ ਪੁੱਛਿਆ। ਅਸੀਂ ਦੋਨਾਂ ਨੇ ਆਪਣਾ ਐਡਰੈਸ ਤੇ ਡੇਟ ਆਫ ਬਰਥ, ਨੇਮ ਦਿੱਤਾ, ਜੈਂਡਰ ਸਾਰਾ ਕੁਝ ਦਿੱਤਾ ਸੀ ਉਹਨਾਂ ਨੂੰ, ਠੀਕ ਹੈ। ਉੱਥੇ ਸੇਮ ਮੰਜੀ ਦੇ ਸਾਈਨ ਹੋਏ, ਮੇਰੇ ਸਾਈਨ ਹੋਏ, ਠੀਕ ਹੈ। ਉਸ ਤੋਂ ਬਾਅਦ ਵਿਆਹ ਹੋਣ ਤੋਂ ਬਾਅਦ, ਠੀਕ ਹੈ, ਸਾਡਾ ਵਿਆਹ ਹੋ ਗਿਆ, ਫਿਰ ਅਸੀਂ ਆਪਣੀ ਮੈਰਿਜ ਰਜਿਸਟਰ ਕਰਾਉਣ ਚਲੇ ਗਏ, ਠੀਕ ਹੈ। ਮੈਰਿਜ ਰਜਿਸਟਰ ਕਰਾਈ, ਇੱਕ ਉਹ ਜਿਹੜੀ ਮੈਡਮ ਸੀਗੇ ਜਿਹੜੀ ਸਾਡੇ ਰਜਿਸਟਰ ਕਰ ਰਹੇ ਸੀ, ਉਹਨੇ 1 ਵਾਰ 2 ਵਾਰ 3 ਵਾਰ ਸਾਨੂੰ ਕਿਹਾ ਵੀ ਆਪਣਾ ਕਰੈਕਸ਼ਨ ਦੇਖ ਲਓ, ਕੁਛ ਗਲਤੀ ਹੈਗੀ, ਡੇਟ ਆਫ ਬਰਥ ਸਪੈਸੀਫਿਕ ਬੋਲਦੇ ਆ। ਉਹਨਾਂ ਨੇ ਬੋਲਿਆ ਵੀ ਤੁਹਾਡੀ ਡੇਟ ਆਫ ਬਰਥ ਚੈੱਕ ਕਰ ਲਓ, ਮੰਜੂ ਵਾਲੀ ਡੇਟ ਆਫ ਬਰਥ ਚੈੱਕ ਕਰ ਲਓ, ਮਦਰ ਫਾਦਰ ਐਡਰੈਸ ਸਾਰਾ ਕੁਝ ਚੈੱਕ ਕਰ ਲਓ, ਆਈ ਸੀ, ਠੀਕ ਹੈ। ਮੰਜੂ ਵਾਲਾ ਹੁਣ ਇਹ ਨਹੀਂ ਗੱਲ ਕਹਿ ਸਕਦੇ। ਇੱਕ ਹੋਰ ਮੈਨੂੰ ਅੱਜ ਪਤਾ ਲੱਗਿਆ ਕਿ ਮੰਜੂ ਵਾਲਾ ਇੱਥੇ ਵੈਨਕੂਵਰ ਵਿੱਚ ਆ। ਮੈਂ 7-8 ਦਿਨ ਪਹਿਲਾਂ ਇਹਨਾਂ ਦੇ ਘਰ ਗਿਆ, ਮੰਜੂ ਦੀ ਮਦਰ ਨੇ ਕਿਹਾ ਉਹ ਪ੍ਰਿੰਸ ਜਾਰਜ ਵਿੱਚ ਰਹਿ ਰਹੀ ਆ। ਅੱਜ ਮੰਜੂ ਵਾਲਾ ਖੁਦ ਐਡਮਿਟ ਕਰ ਰਿਹਾ ਕਿ ਇਹ 4-5 ਮਹੀਨੇ ਹੋ ਗਏ ਇੱਥੇ ਆਏ ਹੋਏ ਵੈਨਕੂਵਰ ਚ ਆਏ ਹੋਏ। ਹੋਲਡ ਔਨ ਮੰਜੂ, ਹੋਲਡ ਔਨ ਪਲੀਜ਼। ਹਾਂਜੀ ਸਰ, ਬਹੁਤ ਕੁਛ ਸਰ, ਇੰਨਾ ਕੋਈ ਸੂਟ। ਔਰ ਸਰ ਇੱਕ ਗੱਲ, ਜਿਹੜੇ ਡਾਕੂਮੈਂਟ ਦੀ ਗੱਲ ਕਰ ਰਹੇ ਹਾਂ, ਡਾਕੂਮੈਂਟ ਗਲਤ ਡੇਟ ਪਈ ਸਰ। ਕੋਈ ਵੀ ਚਾਹੇ ਤੁਸੀਂ ਹੈ, ਚਾਹੇ ਮੈਂ, ਚਾਹੇ ਇੰਡੀਆ ਚਾਹੇ ਕੈਨੇਡਾ ਵਿੱਚ, ਬੰਦਾ ਇੱਕ ਡਾਕੂਮੈਂਟ ਬਣਵਾਉਣ ਦਿੰਦਾ, ਉਹ ਡਾਕੂਮੈਂਟ ਪੂਰਾ ਚੈੱਕ ਕਰਦਾ ਵਾ। ਸਭ ਤੋਂ ਪਹਿਲਾਂ ਆਪਣਾ ਨੇਮ ਚੈੱਕ ਕਰਦਾ ਜੀ, ਆਪਣਾ ਐਡਰੈਸ ਚੈੱਕ ਕਰਦਾ, ਠੀਕ ਹੈ, ਡੇਟ ਆਫ ਬਰਥ ਚੈੱਕ ਕਰਦਾ। ਮੰਜੂ ਵਾਲਾ ਨੇ ਇਹ ਕਹਿ ਰਹੇ ਸੀ $100 ਸਪੈਂਡ ਕੀਤੇ, $100 ਕੀ ਛੋਟੀ ਮੋਟੀ ਗੱਲ ਹੈਗੀ ਹੈ। Please enter your destination number now, followed by the pound sign. I see. मंजू जी थर्ड लाइन कट हो गई? नहीं सर। अच्छा होल्ड ऑन, और दूसरी लाइन कट हो गई है, होल्ड ऑन, नो प्रॉब्लम। आई थिंक लाइन गेट ड्रॉप्ड, सो रिकॉर्डिंग कॉलिंग बैक। हाँ जी, नंबर 5 कॉलर की कहना चाहते हो? मंजू जी लाइन च ने। हेलो जी, बस जी मैं मंजू जी नाल गल कर सकदा? हाँ बोलो बोलो, कैरी ऑन। हाँ जी मंजू जी, सत श्री अकाल जी। सत श्री अकाल जी। मैं ਤੁਹਾਨੂੰ ਇਹੋ ਕਹੂੰਗਾ ਕਿ ਲਾਈਕ ਤੁਹਾਡੇ 'ਚ ਕੋਈ ਬਿਗ ਇਸ਼ੂ ਨਹੀਂ ਹੈਗਾ, ਥੋੜੇ ਜਿਹੇ ਟਰਸਟ ਇਸ਼ੂ ਨੇ। ਲੋਕਾਂ ਦੀਆਂ ਗੱਲਾਂ ਨਾ ਸੁਣੋ ਕਿ ਕੋਈ ਕਹਿ ਰਿਹਾ ਜੀ ਮੁੰਡੇ ਹਸਬੈਂਡ ਵਾਈਫ ਦੇ ਵਿੱਚ ਬਹੁਤ ਕੁਝ ਹੋ ਜਾਂਦਾ। ਈਵਨ ਸਾਡੇ ਪੇਰੈਂਟਸ ਦੇ ਵਿੱਚ ਵੀ ਗਾਲੀ ਗਲੋਚ ਦੇ ਤੱਕ ਵੀ ਲੜਾਈਆਂ ਹੁੰਦੀਆਂ, ਈਵਨ ਉਹ ਬੁੱਢੇ ਵੀ ਹੋ ਗਏ, ਰਾਈਟ। ਤੇ ਤੁਸੀਂ ਆਪਣੀ ਲਾਈਫ ਨੂੰ ਇਦਾਂ ਵੇਸਟ ਨਾ ਕਰੋ। ਐਂਡ ਬਾਕੀ ਜੋ ਵੀ ਲਾਈਕ ਮੁੰਡਿਆਂ ਦਾ ਵਾ, ਇੱਕ ਹਰ ਹਸਬੈਂਡ ਆਪਣੀ ਵਾਈਫ ਨੂੰ ਪ੍ਰੋਟੈਕਟ ਕਰਦਾ ਹੈ। ਉਹ ਕਹਿੰਦਾ ਹੈ ਕਿ ਤੂੰ ਇੱਦਾਂ ਨਾ ਕਰ, ਇੱਦਾਂ ਨਾ ਕਰ। ਇਹ ਚੀਜ਼ਾਂ ਗਲਤ ਹੋ ਸਕਦੀਆਂ ਕਿਉਂਕਿ ਉਹਨੂੰ ਫਿਕਰ ਵੀ ਹੋ ਸਕਦੀ ਹੈ, ਅਸੀਂ ਸ਼ੱਕ ਨਹੀਂ ਕਹਿ ਸਕਦੇ ਇਹਨੂੰ, ਰਾਈਟ। ਤੇ ਤੁਸੀਂ ਇਹ ਚੀਜ਼ ਨੂੰ ਵੈਰੀ ਗੁੱਡ ਪੈਚ ਅਪ ਕਰੋ। ਬੜਾ ਕੁਐਸਚਨ ਅੱਛਾ ਅਰੇਂਜ ਕੀਤਾ ਔਰ ਗੁੱਡ ਐਡਵਾਈਸ ਦਿੱਤੀ ਹੈ। ਕਾਲਰ ਰਵਿੰਦਰ, ਆਈ ਸਲੂਟ ਯੂ। ਆਪਣੇ ਮੰਜੂ ਤੂੰ ਸੁਣ ਲੈ ਕੀ ਕਿਹਾ ਲੜਕੇ ਨੇ ਕਿ ਹਰ ਚੀਜ਼ ਜਿਹੜੀ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਰਹੀ ਹਾਂ ਕਿ ਮੈਨੂੰ ਸੋਚਣ ਦਾ ਟਾਈਮ ਚਾਹੀਦਾ, ਮੈਂ ਇੱਕ ਦਿਨ ਚ ਠੀਕ ਨਹੀਂ ਹੋ ਸਕਦਾ। ਆਈ ਸੀ, ਬਟ ਭਾਜੀ ਮੈਂ ਇੱਕ ਹੋਰ ਗੱਲ ਕਹਿਣੀ ਸੀ ਕਿ ਉਹ ਪਿੱਛੇ ਇੱਕ ਕਾਲਰ ਕਹਿ ਕੇ ਗਏ ਸੀ ਕਿ ਉਹ ਕਾਲਜ ਇੰਨਾ ਹਾਈ ਫਾਈ ਆ। ਅਸੀਂ ਗਾਰੰਟੀ ਨਹੀਂ ਲੈ ਸਕਦੇ ਨਾ ਕਿ ਹਾਈ ਫਾਈ ਆ ਤੇ ਉੱਥੇ ਸਾਰੇ ਚੰਗੇ ਹੀ ਪੜ੍ਹਦੇ ਹੋਣਗੇ, ਕਿ ਤੁਹਾਡੀ ਵਾਈਫ ਨੂੰ ਕੋਈ ਮਿਸਗਾਈਡ ਨਹੀਂ ਕਰਦਾ ਹੋਊਗਾ। ਨੋ ਟਰੂ ਹੈ ਜੀ, ਕਾਲਜ ਕੋਈ ਵੀ ਹਾਈ ਫਾਈ ਸਭ ਇਦਾਂ ਦੇ ਕਾਲਜ ਨੇ। ਹਾਂਜੀ, ਬਹੁਤ ਸਾਰੇ ਇਹੋ ਜਿਹੇ ਕਾਲਜ ਖੁੱਲੇ ਹੋਏ ਨੇ ਜਿਹੜੇ ਕਿ ਕਾਗਜ਼ਾਂ ਦੇ ਵਿੱਚ ਹੈਗੇ ਨੇ। ਤੁਸੀਂ ਯੂਨਿਟ ਦੇਖ ਲਓ, ਮਾਲ ਦੇਖ ਲਓ, ਯੂਨੀਵਰਸਿਟੀ ਬਣਾਈਆਂ ਹੋਈਆਂ ਜਿਵੇਂ ਛੋਟੇ 2 ਕਮਰੇ ਲਾ ਕੇ। ਇਸ ਕੰਟਰੀ ਵਿੱਚ ਐਡਾ ਵੱਡਾ ਫਰਾਡ ਹੋ ਰਿਹਾ ਇਮੀਗ੍ਰੇਸ਼ਨ ਦੇ ਮਸਲੇ ਤੇ, ਇਮੀਗ੍ਰੇਸ਼ਨ ਵਾਲਾ ਡਿਪਾਰਟਮੈਂਟ ਸੁੱਤਾ ਪਿਆ ਮੈਨੂੰ ਲੱਗਦਾ ਹੈ। ਹਾਂਜੀ ਹਾਂਜੀ, ਬਾਕੀ ਬਸ ਇਹਨਾਂ ਨੂੰ ਇੱਕ ਹੋਰ ਐਡਵਾਈਸ ਹੈ ਕਿ ਜਿਹੜੀਆਂ ਫਾਈਟਸ ਆ, ਗਾਲੀ ਗਲੋਚ ਹਰ ਹਸਬੈਂਡ ਵਾਈਫ ਚ ਹੁੰਦਾ ਹੀ ਹੈ। ਡਜ਼ਨਟ ਮੈਟਰ, ਸਾਡੇ ਪੇਰੈਂਟਸ ਚ ਵੀ ਹੋ ਜਾਂਦਾ ਹੈ ਅਜੇ ਤੱਕ, ਤਾਂ ਇਟਸ ਨਾਟ ਅ ਬਿਗ ਡੀਲ। ਹਾਂਜੀ, ਨੰਬਰ 4 ਕਾਲਰ ਪਲੀਜ਼। ਹਾਂਜੀ ਗੁੱਡ ਮਾਰਨਿੰਗ ਬਾਸੀ ਸਾਹਿਬ, ਰੋਹਨ ਬੋਲ ਰਹੇ ਜੀ। ਜੀ ਬੋਲੋ ਬੋਲੋ, ਜਲਦੀ ਕਰੋ। ਹਾਂਜੀ ਬਾਸੀ ਸਾਹਿਬ, ਪਹਿਲੀ ਗੱਲ ਤਾਂ ਇਹ ਕੀ ਚਵਲਾ ਮਾਰੀ ਜਾਂਦੀ ਹੈ ਕਿ ਹਾਂ ਵੀ ਆਪਣਾ ਇਹਨੂੰ ਪਤਾ ਨਹੀਂ ਸੀਗਾ ਜੀ ਏਜ ਬਾਰੇ। ਬਾਸੀ ਸਾਹਿਬ ਜਦ ਪਹਿਲਾਂ ਰਿਸ਼ਤਾ ਪੱਕਾ ਹੁੰਦਾ ਨਾ ਜੀ, ਉਸ ਟਾਈਮ ਪਹਿਲਾਂ ਏਜ ਦਾ ਪਤਾ ਸਾਰਾ ਕੁਝ ਦੱਸਦੇ ਹੁੰਦੇ ਨੇ। ਤੇ ਬਾਸੀ ਸਾਹਿਬ ਦੂਜੀ ਗੱਲ, ਇਹ ਕਹਿੰਦੀ ਮੈਂ ਜੀ ਉਹ ਫੇਲ ਹੋ ਗਈ, ਮੈਂ ਡਿਪਰੈਸ਼ਨ ਸੀਗੀ। ਬਾਸੀ ਸਾਹਿਬ ਮੈਂ 10ਵੀਂ 3 ਵਾਰ ਫੇਲ ਹੋਇਆ, ਠੀਕ ਹੈ। ਹੁਣ ਮੈਂ ਡਿਪਰੈਸ਼ਨ ਸੀਗਾ ਜੀ। ਇਹ ਆਪ ਟਿਕਟੌਕ, ਪਹਿਲੀ ਗੱਲ ਤਾਂ ਬਾਸੀ ਸਾਹਿਬ ਇਹਦੀ ਆਈਡੀ ਕਨਫਰਮ ਕਰਿਓ ਟਿਕਟੌਕ ਵਾਲੀ। Nothing to do with ID. ID ਦਾ ਮਤਲਬ ਨਹੀਂ ਪਰਸਨਲ ਲਾਈਫ ਹੈ, I don't go to. ਚਲੋ ਹਾਂਜੀ ਚਲੋ ਠੀਕ ਹੈ, ਮੈਨੂੰ ਪਤਾ ਬਾਸੀ ਸਾਹਿਬ ਇਹਦੀ ਆਈਡੀ। ਆਪਣਾ ਬਾਸੀ ਸਾਹਿਬ ਜਿਹੜੀ ਇਹਦੀ ਆਈਡੀ ਟਿਕਟੌਕ ਵਾਲੀ ਨਾ, ਉਹ ਤੇ ਆਪ ਮੰਨੀ ਆ ਕਿ ਕਹਿੰਦੀ ਮੈਂ ਪੈਨ ਘੱਟ ਹੀ ਚਲਾਉਂਦੀ ਸੀ ਉੱਥੇ। ਤੁਹਾਡੀ ਟਿਕਟੌਕ ਇਸ ਤਰ੍ਹਾਂ ਬਣਾਏ ਹੋਏ ਨੇ? ਕੀ ਬਣਾਇਆ ਹੋਇਆ ਸਰ? ਜਿਹਦੇ ਤੁਸੀਂ ਗਾਣਾ ਗਾਉਂਦੇ ਪਏ ਹੋ, ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ। ਹਾਂਜੀ ਆਹੋ, ਫਿਰ ਉਹ ਤੇ ਤੁਸੀਂ ਆਪ ਤਾਂ ਮੰਨਿਓ ਕਿ ਮੈਂ ਤਾਂ ਪੇਪਰ 'ਚ ਪੈਨ ਪੁੰਨ ਚਲਾਉਂਦੀ ਹੋਣੀ ਸੀਗੀ। ਮੰਜੂ ਵਾਈ ਯੂ ਡੂਇੰਗ ਦਿਸ? ਮੰਜੂ ਇਹ ਕਿਉਂ, ਕੀ ਚੀਜ਼ਾਂ ਕਰ ਤੁਸੀਂ? ਵਾਈ ਯੂ ਡੂਇੰਗ ਦਿਸ ਵਨ ਹਨੀ? ਨਹੀਂ ਸਰ, ਮੈਂ ਇੱਕ ਮੇਰੇ ਖਿਆਲ ਦੇ ਵਿੱਚ ਜੋ ਇਹ ਗੱਲ ਕਰ ਰਹੇ ਨੇ ਉਹ ਮੈਂ ਏਦਾਂ ਕਿਹਾ ਸੀਗਾ ਕਿ ਮੈਂ
ਲਿਖਦੀ ਘੱਟ ਹੁੰਦੀ ਸੀ। ਪਹਿਲਾਂ ਮੈਨੂੰ ਦੱਸੋ ਤੁਸੀਂ ਹੋਲਡ ਔਨ ਮੰਜੂ ਹੋਲਡ 1 ਸੈਕਿੰਡ, ਤੁਸੀਂ ਤੇ ਪੜਨ ਆਏ ਹੋ ਜਾਂ ਇਹ ਟਿਕਟੌਕ ਤੇ ਪਿਆਰ ਦੀਆਂ ਪਿੰਗਾ ਪਾਉਣ ਆਏ ਹੋ? ਵਾਈ ਡੂਇੰਗ ਦਿਸ? ਸਰ ਮੈਂ ਉੱਥੇ ਨਾ ਬਾਜੀ ਦਾ ਪਿੰਗਾ ਪਾਣਾ ਹੀ ਹੈ, ਪਿੰਗਾ ਪਾਣਾ ਹੀ ਹੈ। ਤੇ ਬਾਜੀ ਦਾ ਦੂਜੀ ਗੱਲ ਆਪਣਾ ਹੋਰ ਇੱਕ ਵਾਰ ਮੰਜੂ ਗਾਣਾ ਦਾ ਸੁਣਾ, ਉਹ ਜਿਹੜਾ ਉਹ ਗਾਇਆ ਸੀਗਾ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ। ਓ ਕਮ ਔਨ ਪਲੀਜ਼। ਨਹੀਂ ਬਾਜੀ ਦਾ ਗਾਂਦੀ ਬਹੁਤ ਸੋਹਣਾ ਇਹ। ਐਕਸਕਿਊਜ਼ ਮੀ ਪਲੀਜ਼, she is not singer by the way, ਉਂਝ ਕਿਸੇ ਗੁਣਗੁਣਾਇਆ ਹੋਗਾ ਬਟ she is not singer। I'm ਤਾਂ ਮੇਰੇ ਇੰਟਰਵਿਊ ਨਹੀਂ ਹੋ ਰਹੀ ਸਿੰਗਰ ਨਾਲ, she is not ਨਹੀਂ ਬਾਜੀ ਸਾਹਿਬ ਮੈਂ ਸੱਚੀ ਗੱਲ ਕਹਿੰਦਾ ਬਹੁਤ ਸੋਹਣਾ ਗਾਉਂਦੀ ਹੈ ਇਹ। ਓਕੇ ਫਾਈਨ, ਪੁੱਛ ਕੇ ਦੇਖੋ। ਹਾਂਜੀ ਓ ਪਲੀਜ਼ ਗਿਵ ਮੀ ਬ੍ਰੇਕ। ਨੰਬਰ 3 ਕਾਲਰ ਪਲੀਜ਼। I'm not, ਮੈਂ ਆਰਟਿਸਟ ਨਾਲ ਨਹੀਂ ਇੰਟਰਵਿਊ ਕਰ ਰਿਹਾ, ਮੈਂ ਕਰ ਰਿਹਾ ਕਿ ਇਹਨਾਂ ਆਪਸ ਵਿੱਚ ਸਮਝੌਤਾ ਹੋਵੇ। ਹਾਂਜੀ ਨੰਬਰ 3 ਕਾਲਰ, ਮੈਂ 3 ਕਾਲਰ ਨੂੰ ਕੱਟ ਰਿਹਾ। ਜਦ ਤੁਸੀਂ ਸਾਡੇ ਜਦੋਂ ਕਾਲ ਕਰਦੇ ਤਾਂ ਆਪਣੀ ਆਵਾਜ਼ ਪਿੱਛੇ ਬੰਦ ਕਰੋ। ਨੰਬਰ 2 ਕਾਲਰ ਪਲੀਜ਼। ਹੈਲੋ ਜੀ ਬੋਲੋ ਜੀ। ਹਾਂ ਸਤਿ ਸ਼੍ਰੀ ਅਕਾਲ ਜੀ। ਆਪਣੇ ਮੰਜੂ ਜੀ ਨੂੰ ਪੁੱਛ ਸਕਦਾ ਕੋਈ ਗੱਲ ਦੱਸੋ ਭਾਜੀ? ਤੁਸੀਂ ਗੱਲ ਕੀ ਕਰ ਰਹੇ ਹੋ? ਅੱਛਾ ਹਾਂਜੀ ਮੰਜੂ ਜੀ ਇੱਕ ਗੱਲ ਹੈਗੀ ਆ, ਦੇਖੋ ਤੁਸੀਂ ਉੱਥੇ ਨਾ ਝੂਠ ਬੋਲ ਕੇ ਆਏ ਕਿ ਮੈਂ ਮੈਰਿਜ ਸੀ। ਜੇ ਕੱਲ ਨੂੰ ਤੁਹਾਡੀ ਕੰਪਲੇਂਟ ਹੋਈ ਨਹੀਂ, ਤੁਹਾਨੂੰ ਵੀ ਇਮੀਗ੍ਰੇਸ਼ਨ ਨਹੀਂ ਮਿਲਣੀ, ਇਹ ਵੀ ਤੁਸੀਂ ਧਿਆਨ ਚ ਰੱਖੋ ਨਾਲ ਗੱਲ ਹੈ। ਤੇ ਇਹ ਨਾ ਤੁਸੀਂ ਸਮਝੋ ਕਿ ਮੈਂ ਹੁਣ ਇੱਥੇ ਆ ਗਈ ਹੈ ਤੇ ਵਿਚਾਰੇ ਮੁੰਡੇ ਨਾਲ ਮਰਜ਼ੀ ਕਰੋ ਹੈ। ਤੇ ਇਹਦੇ ਧਿਆਨ ਚ ਇਹ ਗੱਲ ਆਪਣੇ ਰੱਖਿਓ। ਓਕੇ ਪਲੀਜ਼, ਥੈਂਕ ਯੂ। ਹਾਂਜੀ ਉਹਨੇ ਅਪਲਾਈ ਕੀਤਾ ਆਪਣੇ ਹਸਬੈਂਡ ਨੂੰ, ਤਾਂ ਆਬਵੀਅਸਲੀ ਕਿ ਇਹਨੇ ਲਿਖਿਆ ਹੋਗਾ ਮੈਂ ਮੈਰਿਡ ਆ। 에어ਪੋਰਟ ਤੇ ਨਹੀਂ ਦੱਸਿਆ, ਉਸ ਤੋਂ ਬਾਅਦ ਇਹਨਾਂ ਨੇ ਫਾਰਮ ਭਰੇ ਨੇ। ਆਮ ਰਾਈਟ? ਤੁਸੀਂ ਆਲਰੇਡੀ ਐਪਲੀਕੇਸ਼ਨ ਭਰ ਚੁੱਕੇ ਨਾ ਵਰਕ ਪਰਮਿਟ ਦੀ? ਤੁਸੀਂ ਲਿਖਿਆ ਨਾ ਕਾਲਮ ਦੇ ਵਿੱਚ ਕਿ ਯੂ ਆਰ ਮੈਰਿਡ, 10 ਵਜੇ ਸਪਾਂਸਰ। ਹਾਂਜੀ ਸਰ ਬਿਲਕੁਲ, ਆਬਵੀਅਸਲੀ I understand because some people don't understand ਇੱਕ sense, ਇੱਕ common sense, ਇੱਕ aesthetic sense. So sometimes people don't understand what is mean aesthetic sense. Okay, number 5 call please. 5 ਕਾਲਰ ਚਲਾਉਂਦੇ ਹੋ ਜੀ? ਹਾਂਜੀ ਪੈਸਾ ਮੈਂ ਜੀ ਨੰਬਰ 5 ਤੁਹਾਡੇ, ਤੁਸੀਂ 5 ਤੋਂ ਜੀ। ਹਾਂਜੀ ਸਰ। ਅੱਛਾ ਮੈਂ ਬਾਜੀ ਸਾਹਿਬ ਇਹ ਕਹਿਣਾ ਸੀ, ਮੰਜੂ ਨੇ ਥੋੜੀ ਦੇਰ ਪਹਿਲਾਂ ਬੋਲਿਆ ਨਾ ਕਿ ਕੋਈ ਐਗਰੀਮੈਂਟ ਇਹਨੂੰ ਕੀ ਲਿਖਿਆ ਆ, ਉਹ ਥੋੜਾ ਜਿਹਾ ਦੱਸਣਗੇ ਵੀ ਕਿਹੜਾ ਐਗਰੀਮੈਂਟ ਲਿਖਿਆ ਹੈ ਨਾ, ਫਿਰ ਮੈਂ ਅੱਗੇ ਫੋਲੋ ਅਪ ਬਾਅਦ ਚ ਗੱਲ ਕਰਦਾ। ਮਾੜਾ ਜਿਹਾ ਸੁਣਨਾ ਚਾਹੁੰਦਾ ਮੈਂ ਉਹਨਾਂ ਤੋਂ ਕਿ ਕਿਹੜਾ ਉਹਨੇ ਰਾਜੀਨਾਮਾ ਕਹਿੰਦੇ ਸੀ ਨਾ ਲਿਖਿਆ ਆ। ਸਰ ਭਾਜੀ ਇਹਨਾਂ ਨੇ ਇੰਡੀਆ ਮੇਰੇ ਪੇਰੈਂਟਸ ਤੇ FIR ਦਰਜ ਕਰਵਾਈ ਸੀ, ਤੇ ਮੇਰੇ ਛੋਟੇ ਬ੍ਰਦਰ ਦਾ, ਮੇਰੇ ਪਾਪਾ ਦਾ, ਮੇਰੀ ਮੰਮਾ ਦਾ ਨਾਮ ਉਹਨਾਂ ਨੇ ਲਿਖਵਾਇਆ ਕੰਪਲੇਂਟ ਦੇ ਵਿੱਚ। ਤੇ ਹੁਣ ਇਹਨਾਂ ਨੇ ਇਹ ਰਾਜੀਨਾਮਾ ਦਿੱਤਾ। ਈਵਨ ਮੈਂ ਕਹਾ ਮੇਰਾ ਨਾਮ ਕਿਤੇ ਨਹੀਂ ਪਾਇਆ, ਇਹਨਾਂ ਨੇ ਜਸਟ ਡਾਕੂਮੈਂਟਸ ਮੰਗੇ ਆ। ਤੁਹਾਡਾ ਕੋਈ ਵਿਆਹ ਦਾ ਵੀ ਐਗਰੀਮੈਂਟ ਹੋਇਆ ਆ ਵੀ ਪੈਸੇ ਅਸੀਂ ਲਾਉਨੇ ਆ ਤਾਂ ਮਤਲਬ ਕਿ ਤੁਸੀਂ ਵਿਆਹ ਕਰਕੇ ਮੰਗਵਾਉਣਾ, ਇਦਾਂ ਦਾ ਕੋਈ ਐਗਰੀਮੈਂਟ ਹੋਇਆ? ਨਹੀਂ ਵੀਰੇ ਇਦਾਂ ਦਾ ਕੁਝ ਨਹੀਂ ਹੋਇਆ ਸੀ ਇੰਡੀਆ। ਅੱਛਾ, ਕਿਉਂਕਿ ਜੇ ਆਪਣਾ ਤੁਸੀਂ ਜਿੱਦਾਂ ਪਹਿਲੇ ਕਾਲਰ ਕਹੇ ਜਾਂ ਨਹੀਂ ਕਰਦੇ ਨਾ, ਅਗਰ CBSE ਜਾਂ ਬਾਸੀ ਸਾਹਿਬ ਨੂੰ ਸਾਰਾ ਕੁਝ ਪਤਾ ਆ ਤੇ ਅਗਰ ਉਹਨਾਂ ਦਾ ਕੱਲ ਤੁਹਾਨੂੰ ਉਹਨੇ ਘਰੋਂ ਚੱਕ ਕੇ ਰਾਤੋਂ ਰਾਤ ਡਿਵੋਰਸ ਕਾਲਜ ਚੋਂ ਚੱਕ ਕੇ ਕਰ ਦੇਣਾ। ਅਗਰ ਤੁਸੀਂ ਹੁਣ ਮੁੰਡੇ ਨਾਲ ਜਿੰਨਾ ਤੁਸੀਂ ਕਰਕੇ ਆਏ ਹੋ ਆ ਨਾ, ਅਗਰ ਤੁਸੀਂ ਉਸ ਗੱਲ ਤੋਂ ਹੁਣ ਮੁੱਕਰਦੇ ਆ ਨਾ ਤਾਂ ਨਹੀਂ ਉਹਨੂੰ ਫੋਲੋ ਅਪ ਕਰਦੇ ਤਾਂ ਤੁਹਾਨੂੰ ਉਹਦੇ ਵਿੱਚ ਤੁਹਾਡਾ ਹਿਊਮਨ ਆਪਣੇ ਕੀ ਕਹਿੰਦੇ ਹੁੰਦੇ ਆ ਆਪਣੇ ਸਮਗਲਿੰਗ ਦਾ ਕੇਸ ਲਾ ਕੇ ਤਾਂ ਤੁਹਾਨੂੰ ਰਾਤੋਂ ਰਾਤ ਡਿਪੋਰਟ ਕਰ ਦੇਣਾ ਉਹਨਾਂ ਨੇ ਤੇ ਤੁਸੀਂ ਪੈਸੇ ਲੈ ਕੇ ਫੇਕ ਮੈਰਿਜ ਕਰਕੇ ਬੰਦੇ ਤੂੰ ਕੱਢ ਰਹੀ ਸੀ ਇੱਥੇ। ਇਸ ਕਰਕੇ ਬਾਸੀ ਸਾਹਿਬ ਜੋ ਗਾਈਡ ਕਰ ਰਹੇ ਆ ਕਿ ਆਪਣੀ ਜੇ ਵਿਆਹ ਕੀਤਾ ਹੈ ਤਾਂ ਆਪਣੀ ਅੱਗੇ ਲਾਈਫ ਸਾਲ ਵਰਨਾ ਤੁਸੀਂ ਬਹੁਤ ਮੁਸ਼ਕਲ ਚ ਆ ਜਾਣਾ ਅੱਗੇ। ਇਹ ਦੇ ਲੈ ਕਿਉਂਕਿ ਹਜ਼ਾਰਾਂ ਲੋਕਾਂ ਨੇ ਹੁਣ ਤੁਹਾਨੂੰ ਰਿਐਲਿਟੀ ਪਤਾ ਲੱਗ ਗਈ। ਕੰਪਲੇਂਟ ਹਾਂਜੀ ਕੰਪਲੇਂਟ ਬਹੁਤ ਹੈ ਕਿਉਂਕਿ ਤੁਹਾਡਾ ਫਿਰ ਜੀਣਾ ਮੁਸ਼ਕਲ ਹੋ ਜਾਣਾ ਜੇ ਹੁਣ ਤੁਸੀਂ ਲੜਕੇ ਨਹੀਂ ਸਪਾਂਸਰ ਕਰਦੇ ਤਾਂ। ਹਾਂਜੀ ਬਿਲਕੁਲ। ਹਾਂਜੀ ਮੰਜੂ ਜੀ, ਜਦੋਂ ਅਸੀਂ ਕੋਈ ਵੀ ਇੰਟਰਵਿਊ ਕੰਡਕਟ ਕਰਦੇ ਆ ਅਸੀਂ ਰਾਈਟਸ ਲੈਂਦੇ ਆ ਤੇ ਉਸ ਤੋਂ ਬਾਅਦ ਸਾਨੂੰ ਕੋਈ ਕੋਰਟ ਦੇ ਆਰਡਰ ਆਉਂਦੇ ਨੇ ਜਾਂ ਕੋਈ ਅਥਾਰਟੀ ਸਾਨੂੰ ਕਾਲ ਕਰਦੀ ਤਾਂ ਆਈ ਹੈਵ ਰਾਈਟਸ ਟੂ ਇਨਫਾਰਮ ਟੂ ਦੀ ਪੁਲਿਸ ਕਿਉਂਕਿ ਮੈਂ ਇਸ ਕੰਟਰੀ ਦਾ ਜਿਸ ਦੇਸ਼ ਦੇ ਵਿੱਚ ਜਨਮ ਲਿਆ ਮੈਂ ਵਫਾਦਾਰ ਆ। ਮੈਂ ਉਥੇ ਇਸ ਕੰਟਰੀ ਕੈਨੇਡਾ ਦੀ ਤਾਂ ਉਹ ਜਿਹੜੀ ਆ ਜਦੋਂ ਮੈਂ ਜਨਮ ਲਿਆ ਉਸ ਦੇਸ਼ ਦੀ ਵੀ ਲਈ ਆ ਸਾਡੇ ਭਾਰਤ ਜੀ। ਸੋ ਮੈਂ ਆਪਣੇ ਭਾਰਤ ਪ੍ਰਤੀ ਸ਼ਰਧ ਰੱਖਦਾ ਨਤਮਸਤਕ ਹੁੰਦਾ ਤੇ ਇਸ ਦੇਸ਼ ਦੀ ਓਥ ਲੈ ਕੇ ਮੈਂ ਸਿਟੀਜ਼ਨ ਹਾਂ ਇੱਥੋਂ ਦਾ ਔਰ ਕੋਈ ਵੀ ਅਥਾਰਟੀ ਨੂੰ ਪੁੱਛੇ ਤਾਂ ਆਈ ਹੈਵ ਟੈਲ them ਟਰੂ ਔਰ ਮੈਂ ਪ੍ਰੋਸੀਡ ਕਰ ਸਕਦਾ ਤੁਹਾਡੀ ਔਰ ਸਾਰੀ ਇਹ ਪਬਲਿਕ ਫਾਈਲ ਤੇ ਤੁਹਾਡੀ ਇੰਟਰਵਿਊ ਜਿਹੜੀ ਕੰਡਕਟ ਹੋ ਰਹੀ ਹੈ ਇਸ ਵੇਲੇ। ਸੋ ਮੇਕ ਸ਼ੋਰ ਡੋਂਟ ਲਾਈ ਔਰ ਇਫ ਯੂ ਲਾਈ ਯੂ ਇਨ ਟਰਬਲ। ਸੋ ਨੋ ਮੈਟਰ ਬਟ ਤੁਸੀਂ ਦੇਖਦੇ ਜਾਓ 2-3 ਵਿਅਕਤੀ ਆਲਰੇਡੀ ਪੁਲਿਸ ਦੇ ਡਰ ਤੇ ਨੇ ਕਈ ਸਾਨੂੰ ਤੰਗ ਕਰ ਰਹੇ ਸੀਗੇ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਅੱਜ ਕਈਆਂ ਤੇ ਕੇਸ ਵੀ ਰਜਿਸਟਰ ਹੋ ਗਏ ਨੇ ਪੁਲਿਸ ਨੇ ਚਾਰਜਸ ਵੀ ਲੇਟ ਕੀਤੇ ਨੇ ਔਰ ਕਈਆਂ ਤੇ ਅਸੀਂ ਕੋਰਟ ਦੇ ਕੇਸ ਵੀ ਮੈਂ ਚਲਾਏ ਨੇ ਕਿਉਂਕਿ ਕੁਝ ਲੋਕ ਸਮਝਦੇ ਨੇ ਕਿ ਇੱਥੇ ਮਜ਼ਾਕ ਇਸ ਕੰਟਰੀ 'ਚ। ਸੂਨ ਔਰ ਲੇਟਰ ਤੁਹਾਨੂੰ ਜੱਜ ਸਾਹਿਬ ਦੀ ਜਦੋਂ ਜੱਜਮੈਂਟ ਆਉਣੀ ਆ ਤੇ ਵੱਡੇ ਵੱਡੇ ਤੁਹਾਡੇ ਮਹਿਲ ਵੀ ਵਿਕਣੇ ਪੈਂਦੇ ਤੁਹਾਨੂੰ ਵੇਚਣੇ ਪੈਂਦੇ ਆ। ਸੋ ਇੱਥੇ ਈਜ਼ੀਲੀ ਤੁਸੀਂ ਕਿਸੇ ਦੀ ਇਨਸਲਟ ਨਹੀਂ ਕਰ ਸਕਦੇ ਤੇ ਇਸ ਮੁਲਕ ਦੇ ਵਿੱਚ ਕਿਸੇ ਨੂੰ ਥ੍ਰੈਟ ਨਹੀਂ ਕਰ ਸਕਦੇ। ਸੋ ਤੁਹਾਡੇ ਕੋਲ ਡਜ਼ਨਟ ਮੈਟਰ ਤੁਸੀਂ ਵਿਜ਼ਟਰ ਹੋ ਚਾਹੇ ਸਟੂਡੈਂਟ ਹੋ ਵੀ ਰਿਸਪੈਕਟ ਯੂ ਔਰ ਇਸ ਕੰਟਰੀ ਦੇ ਕਾਨੂੰਨ ਜਿਹੜੇ ਨੇ ਹਰ ਕੰਟਰੀ ਦੇ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਤੁਹਾਨੂੰ ਫੋਲੋ ਕਰਨਾ ਚਾਹੀਦਾ।
ਸੋ ਮੈਨੂੰ ਬੜਾ ਚੰਗਾ ਲੱਗਾ ਆ ਕਿ ਤੁਸੀਂ ਇਹ ਅੱਜ ਦੇ ਪ੍ਰੋਗਰਾਮ ਵਿੱਚ ਕਨਫਰੈਂਸ ਕੀਤਾ ਆ, ਕੁਝ ਗੱਲਾਂ ਨੂੰ ਅਤੇ ਨਾਲ ਕੰਸੀਡਰ ਕਰ ਰਹੇ ਹੋ ਅਤੇ ਕੁਝ ਗੱਲਾਂ ਦੇ ਬਾਰੇ ਵਿੱਚ ਸਮਾਂ ਮੰਗ ਰਹੇ ਹੋ ਕਿ ਮੈਨੂੰ ਸਮਾਂ ਜਿਹੜਾ ਆ ਚਾਹੀਦਾ ਆ। ਆਈ ਐਮ ਰੀਲੀ ਹੈਪੀ ਵਿਦ ਯੂ। ਐਂਡ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਇਸ ਲੜਕੀ ਦੀ, ਇੱਕ ਇਹਦੇ ਵਿੱਚ ਬਹੁਤ ਵੱਡੀ ਸਿਫਤ ਹੈ ਕਿ ਜੇ ਇਹਨੂੰ ਗੱਲ ਕਹੀ ਤਾਂ ਉਹ ਸੁਣਦੀ ਹੈ ਤੇ ਗੱਲ ਕਰਦੀ ਹੈ, ਤੇ ਮੈਨੂੰ ਪੂਰੀ ਆਸ ਹੈ ਕਿ ਇਹ ਜ਼ਰੂਰ ਆਪਣੀ ਜ਼ਿੰਦਗੀ ਦਾ ਇੱਕ ਵਧੀਆ ਫੈਸਲਾ ਲੈ ਕੇ ਮੈਨੂੰ ਕਾਲ ਕਰੀ ਕੱਲ ਨੂੰ। ਔਰ ਸ਼ੀ ਇਜ਼ ਵੈਰੀ ਇੰਟੈਲੀਜੈਂਟ। ਆਈ ਨੋ ਟਿਕਟੌਕ ਤੇ ਜਾਂਦੀ ਹੈ, ਗਾਣੇ ਗਾਉਂਦੀ ਹੈ। ਆਮ ਛੋਟੀ ਮੋਟੀ ਉਮਰ ਦੇ ਵਿੱਚ ਲੋਕ ਅਕਸਰ ਗੁਣਗੁਣਾਉਂਦੇ ਨੇ, ਨਥਿੰਗ ਰੋਂਗ। ਆਈ ਵਾਂਟ ਟੂ ਗੋ ਇਨਟੂ ਦੈਟ ਕਿ ਤੁਸੀਂ ਗਾਣੇ ਕੋ ਗਾਉਂਦੇ ਟਿਕਟੌਕ ਤੇ ਜਾਂਦੇ ਹੋ, ਮੇਰੀ ਕੋਈ ਹਿਸਟਰੀ ਨਹੀਂ ਹੈ, ਸਾਡੇ ਕੋਲ ਮੈਟਰ ਨਹੀਂ ਹੈ। ਸੋ ਨਥਿੰਗ ਰੋਂਗ। ਇੱਥੇ ਕੁੜੀਆਂ ਮੁੰਡੇ ਸਾਰੇ ਗਾਣੇ ਗਾਉਂਦੇ ਨੇ। ਇੱਥੇ ਮੈਂ ਇੱਕ ਦਿਨ MP ਦੀ ਕਾਰ ਵਿੱਚ ਲੇਡੀ ਜਾਂਦੀ ਸੀਗੀ, ਉੱਚ ਉੱਚ ਮਿਊਜ਼ਿਕ ਲਾਇਆ ਹੋਇਆ ਸੀਗਾ, ਪਿੱਛੋਂ ਕੋਈ ਸੀਰੀਅਸ ਐਕਸੀਡੈਂਟ ਵਾਪਰਦਾ ਜਾਂ ਫਿਰ ਐਂਬੂਲੈਂਸ ਜਾਂਦੀ ਤਾਂ ਹਾਊ ਕੈਨ ਕੰਟਰੋਲ। ਮੈਂ ਕਿ ਦੇਖ ਲਓ ਕਿ ਇਹੋ ਲੋਕ ਇੱਧਰ ਉੱਧਰ ਕਰਦੇ ਨੇ। ਸੋ ਇਟਸ ਹੈਪਨ। ਸੋ ਇਹ ਗੱਲਾਂ ਜਿਹੜੀਆਂ ਨਾਰਮਲ ਹੈ ਲਾਈਫ ਦੀਆਂ। ਨੰਬਰ 2 ਕਾਲਰ ਪਲੀਜ਼। ਔਰ ਪੇ ਪੈਨੀ ਦੁਆਰਾ ਅੱਜ ਪੈਸੇ ਭੇਜੋਗੇ 58 ਰੁਪਏ 58 ਪੈਸੇ। ਆਪਣੀ ਘਰ ਤੋਂ ਬਾਹਰ ਜਾਣ ਦੀ ਲੋੜ ਨਹੀਂ, ਤੁਸੀਂ ਬੈੱਡ ਤੇ ਹੋ, ਸੋਫੇ ਤੇ ਹੋ, ਜਦੋਂ ਵੀ ਪੈਸੇ ਭੇਜਣੇ ਹੋ, ਕੈਨੇਡਾ ਕਿਸੇ ਵੀ ਸ਼ਹਿਰ ਵਿੱਚ ਰਹਿੰਦੇ ਹੋ, ਤੁਹਾਡੇ ਕੋਲ ਐਪਲ ਦਾ ਫੋਨ ਹੈ, ਐਂਡਰੋਇਡ ਦਾ ਹੈ, ਇਹਦੇ ਵਿੱਚ ਇੱਕ ਐਪ ਡਾਊਨਲੋਡ ਕਰ ਲਓ, ਪੇ ਪੈਨੀ। ਤੁਹਾਡੇ ਪੈਸੇ 2 ਮਿੰਟਾਂ 'ਚ ਪਹੁੰਚ ਜਾਣੇ ਆ, ਕੋਈ ਫੀਸ ਨਹੀਂ ਹੈ। ਹਾਂਜੀ ਨੰਬਰ 2 ਕਾਲਰ ਪਲੀਜ਼। ਹਾਂਜੀ ਬਸ ਸਤਿ ਸ਼੍ਰੀ ਅਕਾਲ ਜੀ। ਜੀ ਪ੍ਰੋਸੀਡ ਕਰੋ ਪਲੀਜ਼। ਹਾਂਜੀ ਉਹ ਬਸ ਮੈਂ ਜਿਹੜੀ ਗੱਲ ਕਰਨੀ ਸੀ ਨਾ, ਪਿਛਲੇ ਕਾਲਰ ਵੀ ਥੋੜੀ ਜਿਹੀ ਉਸ ਵੇ ਨਾਲ ਗੱਲ ਕਰਕੇ। ਪਹਿਲੀ ਗੱਲ ਤਾਂ ਦੇਖੋ ਜੀ, ਇਹਨਾਂ ਦੇ ਉੱਤੇ ਨਾ ਜੋ ਇਹਨਾਂ ਨੇ ਗੱਲ ਕੀਤੀ ਹੈ ਤੁਹਾਡੇ ਰੇਡੀਓ ਤੇ ਕਰ ਰਹੇ ਆ, ਸਾਰਾ ਕੁਝ ਰਿਕਾਰਡ ਹੋ ਰਿਹਾ। ਪਹਿਲੀ ਗੱਲ ਤਾਂ ਇਹਨਾਂ ਉੱਤੇ ਜੋ ਕੁਝ ਵੀ ਇਹਨਾਂ ਨੇ ਦੱਸਿਆ, ਪੈਸੇ ਲਏ ਮੁੰਡੇ ਵਾਲਿਆਂ ਤੋਂ, ਦਿਸ ਦੈਟ, ਚਲੋ ਜੋ ਵੀ ਕਹਾਣੀ ਹੈ, ਠੀਕ ਹੈ ਜੀ। ਇਹਨਾਂ ਦੇ ਉੱਤੇ ਮੰਜੂ ਜੀ ਉੱਤੇ ਹਿਊਮਨ ਟ੍ਰੈਫਿਕਿੰਗ ਦਾ ਕੇਸ ਬਣਦਾ ਸਿੱਧੇ ਤੌਰ ਤੇ, ਠੀਕ ਹੈ ਜੀ। ਇਹਨਾਂ ਨੂੰ ਹਲੇ ਪਤਾ ਨਹੀਂ ਹੈਗਾ ਵੀ ਜੋ ਕੁਝ ਕਰ ਰਹੇ ਆ, ਜੇ ਚਲੋ ਮੈਂ ਕਹਿੰਦਾ ਸੋਲਵ ਆਊਟ ਹੋ ਜਾਵੇ, ਪਰ ਜੇ ਨਹੀਂ ਹੁੰਦਾ ਸੋਲਵ ਆਊਟ, ਜੇ ਮੁੰਡੇ ਵਾਲਿਆਂ ਨੂੰ ਪਰੇਸ਼ਾਨ ਕਰਦੇ ਆ ਜੀ, ਮੁੰਡਾ ਇੱਥੇ ਨਹੀਂ ਬੁਲਾਉਂਦੇ ਹੈਗੇ ਇੰਨੇ ਪੈਸੇ ਲਵਾ ਕੇ ਮੁੰਡੇ ਵਾਲਿਆਂ ਤੋਂ, I will go ahead and I will do the complaint to the immigration and everything। ਤੇ ਮੈਂ I am pretty sure and I promise you ਕਿ ਫਿਰ ਮੰਜੂ ਨੂੰ ਵੀ ਨਹੀਂ ਇੱਥੇ ਰਹਿਣ ਦਿੰਦੇ ਕੈਨੇਡਾ ਦੇ ਵਿੱਚ। ਥੈਂਕ ਯੂ ਜੀ। ਮੰਜੂ ਜੀ ਪਬਲਿਕ ਫਾਈਲ ਤੇ ਤੁਹਾਡੀ ਆਵਾਜ਼ ਹੈ, ਕੀ ਕਹਿਣਾ ਚਾਹੁੰਦੇ ਹੋ? ਮੈਂ ਸਰ ਮੈਂ ਮਨਾ ਹੀ ਨਹੀਂ ਕੀਤਾ, ਮੇਰੇ ਖਿਆਲ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਮੈਂ ਸਪਾਂਸਰ ਕਰਨ ਤੋਂ ਇੱਕ ਦਿਨ ਨਹੀਂ ਮਨਾ ਕੀਤਾ। ਨੰਬਰ 3 ਕਾਲਰ ਪਲੀਜ਼। ਜੇ ਮੈਂ ਗੁੱਸੇ ਦੇ ਵਿੱਚ ਨਾ ਵੀ ਕੀਤੀ ਹੈ, ਮੰਜੂ ਜੀ ਮੈਂ ਉਹ ਵੀ ਮੰਨੀ ਆ ਵੀ ਮੈਂ ਗੁੱਸੇ 'ਚ ਨਾ ਕੀਤੀ। ਹੈਲੋ ਹਾਂਜੀ ਹਾਂਜੀ। ਅਰੇ ਮੰਜੂ, ਜਦੋਂ ਤੁਹਾਡਾ ਆਪਣਾ ਰਿਸ਼ਤਾ ਹੋਇਆ ਸੀ ਉਦੋਂ ਤੁਸੀਂ ਸੋਚਣ ਦਾ ਟਾਈਮ ਮੰਗਿਆ ਸੀਗਾ? ਹਾਂਜੀ। ਕਿੰਨੇ ਕੁ ਦਿਨ ਸੋਚਿਆ ਸੀਗਾ ਜਦੋਂ ਤੁਸੀਂ ਰਿਸ਼ਤਾ ਆਪਣੇ ਇਹਨਾਂ ਨਾਲ ਭਾਜੀ ਸਾਹਿਬ ਆਸ਼ੂ ਨਾਲ ਕੀਤਾ ਸੀਗਾ? ਮੇਰੇ ਖਿਆਲ ਦੇ ਵਿੱਚ 1 ਮਹੀਨਾ। 1 ਮਹੀਨਾ ਸੋਚਿਆ ਸੀਗਾ। ਆਖਰੀ ਕੁਐਸਚਨ ਇਹ ਆ, ਤੁਹਾਡੇ ਕੋਲ ਗੁੰਜਾਇਸ਼ ਸੀਗੀ ਕੈਨੇਡਾ ਆਉਣ ਜੋਗੀ? 25-30 ਲੱਖ ਰੁਪਈਆ ਸੀਗਾ ਤੁਹਾਡੀ ਜੇਬ ਦੇ ਵਿੱਚ ਘਰਦਿਆਂ ਕੋਲ? ਨਹੀਂ। ਤੇ ਫਿਰ ਪੱਕੇ 100% ਤੁਸੀਂ ਆਪਣੇ ਇਸੇ ਕਰਕੇ ਵਿਆਹ ਕਰਾਇਆ ਸੀਗਾ ਵੀ ਇਹਦੇ ਥਰੂ ਮੈਂ ਚੱਲ ਜਾਊਂਗੀ। ਪਲੀਜ਼ ਇਸ ਬੰਦੇ ਦਾ ਭਲਾ ਕਰੋ, ਜਾਂ ਇਹਦੀ 40-50 ਲੱਖ ਦੇ ਕੇ ਪੱਲੇ ਜਾਨ ਛੱਡੋ। ਕਿਉਂ ਮਰਵਾਉਣੇ ਲਓ ਬਗਾਨੇ ਪੁੱਤ? ਤੁਸੀਂ ਆਪ ਤੁਸੀਂ ਬੜੇ ਵਧੀਆ ਇਸ ਕੰਟਰੀ ਜਾ ਕੇ ਬਹਿ ਗਏ ਆ, ਉਹ 4 ਜਣੇ ਮਰਨੇ ਪਿੱਛੇ ਸੁਸਾਈਡ ਕਰਕੇ, ਕਿਉਂਕਿ ਇੰਨਾ ਪੈਸਾ ਨਹੀਂ ਦੇਣਾ ਕਿੱਥੋਂ ਆ? ਮੰਜੂ ਜੀ ਤੁਹਾਡੇ ਇਨ-ਲਾਸ 30,000 ਤੋਂ ਉੱਪਰ ਵਿਆਜ ਦੇ ਰਹੇ ਨੇ ਮੰਥਲੀ। ਹਾਂਜੀ ਮੰਜੂ ਜੀ। ਹਾਂਜੀ ਸਰ, ਕੀ ਕਿਹਾ ਤੁਸੀਂ? ਇੰਟਰਸਟ ਜਿਹੜਾ ਆ ਤੁਹਾਡੇ ਸਹੁਰਾ ਪਰਿਵਾਰ 30,000 ਰੁਪਏ ਤੋਂ ਉੱਪਰ, ਬਿਟਵੀਨ 30 ਤੋਂ 32-33,000 ਲਗਭਗ ਹਰ ਮਹੀਨੇ ਉਹ ਕਿਸ਼ਤ ਦੇ ਰਹੇ ਨੇ, ਤੇ ਉਹਨਾਂ ਦੀ ਇਨਕਮ ਜਿਹੜੀ ਹੈ 20,000 ਤੋਂ ਘੱਟ ਹੈ ਪੇ ਅਤੇ ਪੁੱਤ ਦੀ, ਤੇ ਹੋਰ ਕੋਈ ਇਨਕਮ ਨਹੀਂ ਹੈ। ਇੰਨਾ ਨਹੀਂ ਪਤਾ ਸੀ ਕਿ ਮੇਰੇ ਤੇ ਜੋ ਵੀ ਇਹਨਾਂ ਨੇ ਲਾਇਆ ਉਹ ਸਾਰਾ ਕੁਝ ਇੰਟਰਸਟ ਤੇ ਚੱਕ ਕੇ ਲਗਾ ਰਹੇ ਆ। ਮੈਨੂੰ ਦੱਸਿਆ ਗਿਆ ਸੀ ਕਿ ਇਹਨਾਂ ਕੋਲ ਇਹਨਾਂ ਨੇ ਆਪਣੇ ਬੱਚੇ ਲਈ ਰੱਖੇ ਹੋਏ ਆ, ਜੋ ਕਿ ਤੇਰੇ ਤੇ ਇਨਵੈਸਟ ਕਰਾਂਗੇ, ਤੇਰੇ ਰਾਹੀਂ ਸਾਡਾ ਮੁੰਡਾ ਚਲੇ ਜਾਏਗਾ। ਮੰਜੂ ਟੈਲ ਮੀ ਵਨ ਥਿੰਗ, ਕਿਹੜਾ ਬੰਦਾ ਇੰਨੇ ਪੈਸੇ ਰੱਖਦਾ 25-30,000 ਰੁਪਏ ਬੱਚੇ ਵਾਸਤੇ? ਕਿ ਉੱਥੇ ਪੈਸਾ ਹੈਗਾ ਆ ਉੱਥੇ? ਯੂ ਟੈਲ ਮੀ। ਇਹ ਕਿਹੜੇ ਕੋਈ ਚੋਰ ਲੋਕ ਨੇ, ਆਮ ਘਰੇਲੂ ਬੰਦੇ ਨੇ? ਤੂੰ ਘਰ 'ਚ ਰਹਿ ਕੇ ਆਈ ਆ, ਸਾਰਾ ਪਰਿਵਾਰ ਦੀ ਇੱਜ਼ਤ ਕਰਦੀ ਆ, ਹਾਲੇ ਵੀ ਕਰਦੀ ਆ, ਤੂੰ ਕਿਉਂ ਇੰਨਾ ਸਮਾਂ ਵੇਸਟ ਆਪਣਾ ਵੀ ਕਰ ਰਹੀ ਜ਼ਿੰਦਗੀ ਦਾ? ਤਾਂ ਕਿਉਂ ਨਹੀਂ ਆਪਣੀ ਜੱਦ ਨੂੰ ਛੱਡ ਰਹੀ? ਬੇਟਾ ਤੂੰ ਇੰਨੀ ਸਿਆਣੀ ਹੈ ਲੜਕੀ, ਮੈਂ ਬਹੁਤ ਤੇਰਾ ਸਤਿਕਾਰ ਕਰਦਾ। ਹਾਂਜੀ ਸਰ, ਮੈਂ ਜਿੱਦ ਤੋਂ ਇਹਨਾਂ ਕਰ ਰਹੀ, ਮੈਂ ਤੁਹਾਨੂੰ ਇਹੀ ਕਿਹਾ ਨਾ ਵੀ ਮੈਂ ਸੋਚ ਕੇ ਮੈਂ ਦੱਸ ਦੂੰਗੀ ਤੁਹਾਨੂੰ। ਓਕੇ ਨੰਬਰ 4 ਕਾਲਰ ਪਲੀਜ਼। ਹਾਂਜੀ ਆ ਮੰਜੂ ਜੀ ਨੂੰ ਮੈਂ ਪੁੱਛਣਾ ਸੀਗਾ, ਇਹ ਕਹਿੰਦੇ ਨੇ ਵੀ ਮੈਂ ਇਹਨਾਂ ਤੋਂ ਡਿਵੋਰਸ ਲੈ ਲੈਣਾ ਤੇ ਮੈਂ ਵਿਆਹ ਕਰਾ ਕੇ ਫਸ ਗਈ, ਤਾਂ ਇਹ ਤੋਂ ਬਾਅਦ ਫਿਰ ਇਹਨਾਂ ਨੇ ਛੱਡੇ ਰਹਿਣਾ ਹੈਗਾ?
ਤੇ ਦੂਜੀ ਗੱਲ ਇਹ ਹੈ ਜੀ ਜਿਹੜੇ ਉੱਚੀ ਬੋਲੋ ਕਾਲਰ, ਉੱਚੀ ਬੋਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਬੇਟਾ। ਹਾਂਜੀ, ਕੁਝ ਕਹਿਣਾ ਚਾਹੁੰਦੇ ਮੰਜੂ ਜੀ ਇਸ ਕਾਲਰ ਨੂੰ? ਮੈਨੂੰ ਸੁਣਿਆ ਹੀ ਨਹੀਂ ਸਰ ਕੀ ਕਹਿਣਾ ਚਾਹੁੰਦੇ ਉਹ ਕਹਿੰਦੇ ਕਿ ਤੁਸੀਂ ਹੁਣ ਇੱਥੋਂ ਡਿਵੋਰਸ ਲੈ ਕੇ ਫਿਰ ਬਾਹਰ ਵਿੱਚ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਆ ਕਿ ਮਤਲਬ ਤੁਸੀਂ ਅਨਮੈਰਿਡ ਰਹਿਣਾ ਲਾਈਫ ਵਿੱਚ। ਹਾਂਜੀ, ਅਨਮੈਰਿਡ ਰਹਿਣਾ ਤੁਸੀਂ, ਫਿਰ ਵਿਆਹ ਕਰਾਉਣਾ ਹੀ ਨਹੀਂ। ਹਾਂਜੀ, ਇਹ ਫੈਸਲਾ ਠੀਕ ਹੈ ਤੁਹਾਡਾ? ਹਾਂਜੀ। ਨੰਬਰ 5 ਕਾਲਰ ਪਲੀਜ਼। ਹੈਲੋ, ਹਾਂਜੀ ਬੋਲੋ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਜਿੱਦੇ ਮੁੰਡੇ ਵਾਲਿਆਂ ਨੇ ਪੈਸੇ ਲਾਏ ਆ ਤੇ ਉਹਦੇ ਮੰਜੂ ਨੂੰ ਮੁੰਡੇ ਦੀ ਏਜ ਨਹੀਂ ਦਿਸੀ ਵੀ ਇੰਨੀ ਏਜ ਹੈਗੀ ਤੇ ਪੈਸੇ ਲਾਉਣ ਲੱਗੇ ਮੇਰੇ ਤੇ। ਮੰਜੂ ਜੀ ਜਵਾਬ ਦਿਓ। ਮੈਨੂੰ ਮੈਨੂੰ ਦੱਸਿਆ ਗਿਆ ਸੀ 5-6 ਸਾਲ ਵੱਡੇ ਆ। ਮੈਂ ਉਹ ਕਹਿੰਨੀ ਆ, ਮੈਂ ਐਕਸੈਪਟ ਕੀਤਾ ਵੀ 5-6 ਸਾਲ ਵੱਡੇ ਤੇ ਮੈਂ ਮੰਨੀ ਸੀ। ਤੇ ਤਾਂ ਕੀ ਹੋ ਗਿਆ ਫਿਰ ਕਿ ਉਹਦੇ ਜੇ ਵੱਡੇ ਆ ਤਾਂ ਇਹਦਾ ਇਹ ਤਾਂ ਨਹੀਂ ਮਤਲਬ ਵੀ ਤੁਸੀਂ ਪੈਸੇ ਲਵਾ ਕੇ ਇੱਥੇ ਆ ਕੇ ਬਹਿ ਜਾਓ ਤੇ ਪਿਛਲਿਆਂ ਦਾ ਵੀ ਕੁਝ ਸੋਚੋ, ਉਹਨਾਂ ਦੀ ਇੱਜ਼ਤ ਹੈ। ਕੋਈ ਇਹ ਤਾਂ ਕੀਤਾ ਹੀ ਨਹੀਂ ਕਿ ਮੈਂ ਬਿਲਕੁਲ ਗੱਲ ਨਹੀਂ ਕੀਤੀ ਜਾਂ ਮੈਂ ਸਪਾਂਸਰ ਨਹੀਂ ਕੀਤਾ। ਮੈਂ ਜਿਹੜਾ ਬੰਦਾ ਰੋਜ਼ ਆ ਕੇ ਅਗਲੇ ਦੇ ਦਰ ਤੇ ਆਉਂਦਾ ਹੈਗਾ ਭਾਈ ਸਾਨੂੰ ਵਿਆਜ ਸਮੇਤ ਪੈਸੇ ਦਿਓ, ਉਹਨਾਂ ਦੀ ਕੋਈ ਇੱਜ਼ਤ ਨਹੀਂ ਹੈਗੀ ਜੀ। ਤੁਸੀਂ ਕੁੜੀਆਂ ਸੋਚਦੇ ਮੈਂ ਤਾਂ ਹੁਣ ਵੀ ਉਹਨਾਂ ਨੂੰ ਸਪਾਂਸਰ ਕਰਨ ਲਈ ਮੈਂ ਇੱਥੇ ਆਉਣ ਲਈ ਉਹਨਾਂ ਨੂੰ ਕਿਸੇ ਨੂੰ ਵੀ ਨਹੀਂ ਕਿਹਾ ਕਿ ਇਸ ਸ਼ੋਅ ਤੇ ਆਓ। ਓਕੇ ਓਕੇ ਵੀਰ ਜੀ, ਸਤਿ ਸ਼੍ਰੀ ਅਕਾਲ। ਨੰਬਰ 6 ਕਾਲ ਪਲੀਜ਼। ਹੈਲੋ ਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਜੀ, ਦੇਖੋ ਬਾਸੀ ਜੀ ਜਿਹੜਾ LMI ਦਾ ਇਸ਼ੂ ਹੈ ਤੇ ਇਹ ਇਸ਼ੂ ਹੈ, ਇਹ ਬਹੁਤ ਸੀਰੀਅਸਲੀ ਲੈ ਰਹੇ ਨੇ। ਦੇਖੋ ਸਾਰੀ ਗੱਲ ਤੁਸੀਂ ਮੰਨ ਰਹੇ ਹੋ ਹਨਾ, ਤੁਸੀਂ ਐਕਸੈਪਟ ਕਰ ਰਹੇ ਹੋ, ਤੁਸੀਂ ਕਿਉਂ ਜਿੱਦ ਕਰ ਰਹੇ ਹੋ? ਤੁਸੀਂ ਉਹਨਾਂ ਨੂੰ ਬੁਲਾਓ ਜੀ ਤੇ ਤੁਹਾਨੂੰ ਇਹ ਸਾਰਾ ਕੁਝ ਔਨ ਰਿਕਾਰਡ ਹੋ ਰਿਹਾ, ਤੁਸੀਂ ਟਰਬਲ ਦੇ ਵਿੱਚ ਜਾਓਗੇ ਜੀ ਮੰਜੂ ਜੀ। ਤੋਂ ਬਾਅਦ ਮਤਲਬ ਇਹੀ ਤੁਹਾਨੂੰ ਕਹਿਣਾ ਚਾਹੂੰਗਾ ਸਾਰਿਆਂ ਤਰ੍ਹਾਂ ਤੁਸੀਂ ਵੀਰ ਜੀ ਮੈਂ ਬੁਲਾਉਣ ਤੋਂ ਮਨਾ ਨਹੀਂ ਕੀਤਾ। ਮੈਂ ਤੁਹਾਨੂੰ ਕਹੀ ਜਾਂਦੀ ਹਾਂ ਮੈਂ ਸਪਾਂਸਰ ਕਰੂੰਗੀ। ਮੇਰੇ ਇੱਕ ਪਾਸਪੋਰਟ ਤੇ ਸਟੈਂਪ ਲੱਗਣ ਦਾ ਟਾਈਮ ਚਾਹੀਦਾ ਆ ਮੈਨੂੰ, ਉਹ ਟਾਈਮ ਨਹੀਂ ਇਹ ਦੇ ਰਹੇ ਮੈਨੂੰ। ਤੁਸੀਂ ਕੋਈ ਨਹੀਂ, ਤੁਸੀਂ ਥੋੜਾ ਜਿਹਾ ਆਪਣੀ ਆਪ ਦੀ ਆਤਮਾ ਦੀ ਆਵਾਜ਼ ਤੋਂ ਸੁਣੋ। ਤੁਸੀਂ ਇਦਾਂ ਨਾ ਫੈਸਲੇ ਜ਼ਿੰਦਗੀ ਦੇ ਲੈ ਜਾਂਦੇ ਹੁੰਦੇ। ਖੁਦ ਤੁਸੀਂ ਕੁਝ ਦੱਸ ਦਿਓ ਵੀ ਕਿਹੜੇ ਏਜੰਟ ਤੋਂ ਕਰਵਾਉਣਾ ਆ, ਮੈਂ ਉਹਨਾਂ ਨੂੰ ਦੇ ਦਿੰਨੀ ਆ ਆਪਣਾ ਪਾਸਪੋਰਟ, ਐਕਸਟੈਂਡਡ ਹੋ ਕੇ ਸਟੈਂਪ ਲਾ ਕੇ ਆ ਜਾਂਦੇ। ਮੈਂ ਨੈਕਸਟ ਡੇ ਇਹਨਾਂ ਨੂੰ ਡਾਕੂਮੈਂਟ ਸੈਂਡ ਕਰਨ ਨੂੰ ਰੈਡੀ ਹਾਂ। ਵੈਰੀ ਗੁੱਡ। ਸੋ ਤੁਸੀਂ ਮਤਲਬ ਕਿ ਹੁਣ ਤੁਸੀਂ ਆਪਣਾ ਫੈਸਲਾ ਰਾਈਟ ਵੇ ਬਣਾ ਲਿਆ, ਮਾਈਂਡ ਹੈ ਨਾ? ਹਾਂਜੀ ਸਰ, ਮੈਂ ਰਾਈਟ ਅਵੇ ਕੀ ਮੈਂ ਤਾਂ ਉਦੋਂ ਦੀ ਕਹਿ ਰਹੀ ਹਾਂ। ਮੈਂ ਜਸਪ੍ਰੀਤ ਦੀ ਨੂੰ ਵੀ ਇਹ ਗੱਲ ਕਹੀ ਸੀ। ਤੁਸੀਂ ਮੈਨੂੰ ਕਹਿੰਦੇ ਸੀ ਕਿ ਹਾਲੇ ਮੈਨੂੰ ਟਾਈਮ ਤੇ ਸੋਚਣ ਲਈ, ਪਰ ਹੁਣ ਤੁਸੀਂ ਬਸ ਸੋਚ ਲਿਆ ਆ ਕਿ ਡਾਕੂਮੈਂਟਸ ਭੇਜਣ ਨੂੰ ਮੈਂ ਸਰ ਬਿਲਕੁਲ ਨਾ ਨਹੀਂ ਕੀਤੀ। ਨਾ ਮੈਂ ਅੱਜ ਕਰੂੰਗੀ ਨਾ ਮੈਂ ਕੱਲ ਕਰੂੰਗੀ। ਉਹ ਮੈਂ ਉਸ ਦਿਨ ਜੋ ਇਹਨਾਂ ਨੂੰ ਕਿਹਾ ਸੀ, ਪਰ ਉਹ ਕਹਿੰਦਾ ਕਿ ਮੈਂ ਇੱਥੇ ਆਣ ਕੇ ਨਹੀਂ, ਉਹਦਾ ਇਹ ਮਕਸਦ ਨਹੀਂ, ਉਹਦਾ ਮਕਸਦ ਇਹ ਵੀ ਇਹ ਨਹੀਂ ਇਕੱਲਾ ਕਿ ਤੁਸੀਂ ਇਹਨੂੰ ਡਾਕੂਮੈਂਟ ਭੇਜ ਦਿਓ ਤੇ ਇੱਥੇ ਆ ਜਾਵੇ। ਉਹ ਕਹਿੰਦਾ ਕਿ ਤੁਸੀਂ ਮੇਰੀ ਵਾਈਫ ਹੋ ਤਾਂ ਅਸੀਂ ਇਕੱਠੇ ਰਹਿਣਾ ਆ। ਸਵਾਲ ਇਹ ਆ ਉਹਦੇ ਲਈ ਮੈਂ ਇਹ ਕਹਿੰਦੀ ਆ, ਮੈਨੂੰ ਸੋਚਣ ਦਾ ਟਾਈਮ ਚਾਹੀਦਾ ਕਿਉਂਕਿ ਜ਼ਖਮ ਹੌਲੀ ਹੌਲੀ ਭਰਦੇ ਇੱਕੋ ਦਮ ਤਾਂ ਨਹੀਂ ਕਰ ਜਾਂਦੇ। ਗੁਰ ਪੰਜਾਬ ਚ ਅਸੀਂ ਦੇਖੋ ਮੰਜੂ ਜੀ। ਹੈਲੋ, ਹਾਂਜੀ ਹਾਂਜੀ ਹਾਂਜੀ। ਦੇਖੋ ਜੋ ਮੈਂ ਇੱਕ ਗੱਲ ਜਾਣਦਾ, ਜੋ ਕਿਸੇ ਦਾ ਕੀਤਾ ਭੁੱਲ ਜਾਂਦਾ ਨਾ, ਇਹ ਧਰਤੀ ਵੀ ਸਿਰਫ ਉਹਦਾ ਭਾਰ ਮੰਨਦੀ ਹੈ, ਹੋਰ ਕਿਸੇ ਦਾ ਨਹੀਂ ਮੰਨਦੀ। ਤੁਸੀਂ ਉਹਨਾਂ ਦਾ ਕੀਤਾ ਨਾ ਭੁੱਲੋ ਜੀ। ਉਹਨਾਂ ਨੇ ਤੁਹਾਡੇ ਲਈ ਕੀਤਾ, ਉਹਨਾਂ ਨੂੰ ਇੱਥੋਂ ਤੱਕ ਪਹੁੰਚਾਇਆ ਉਹਨਾਂ ਨੇ, ਤੁਸੀਂ ਇਹ ਨਾ ਭੁੱਲੋ, ਠੀਕ ਹੈ? ਤੁਸੀਂ ਉਹਨਾਂ ਦਾ ਕੀਤਾ ਨਾ ਭੁੱਲੋ। ਅੱਜ ਟਰਬਲ 'ਚ ਨੇ, ਉਹਨਾਂ ਨੂੰ ਕੱਢੋ ਪਲੀਜ਼। ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ। ਹਾਂਜੀ ਆਸ਼ੂ, ਤੁਸੀਂ ਲਾਈਨ ਤੇ ਹੋ? ਆਸ਼ੂ, ਤੁਹਾਡੀ ਵਾਈਫ ਕਹਿੰਦੀ ਹੈ ਕਿ ਤੁਹਾਨੂੰ ਉਹ ਬਹੁਤ ਜਲਦੀ ਸਪਾਂਸਰ ਕਰਨ ਨੂੰ ਤਿਆਰ ਹੈ। ਠੀਕ ਹੈ ਸਰ। ਤੁਸੀਂ ਰੈਡੀ ਹੋ? ਸਰ ਮੈਂ ਉਸ ਗੱਲ ਲਈ ਤਾਂ ਰੈਡੀ ਹਾਂ, ਪਰ ਮੇਰੀ ਤੁਸੀਂ ਗੱਲ ਕੱਲ ਵੀ ਪਰਸੋਂ ਵੀ ਮੇਰੀ ਗੱਲ ਹੋਈ ਸੀ ਕਿ ਜੇ ਮੇਰਾ ਕੈਨੇਡਾ ਆ, ਜੇ ਮੈਂ ਕੈਨੇਡਾ ਆਣਾ ਤਾਂ ਫਿਰ ਮੈਂ ਆਣਾ ਕਿਹੜੀ ਵਜ੍ਹਾ ਕਰਕੇ ਸੀਗਾ। ਠੀਕ ਹੈ ਨਾ? ਕੱਲਾ ਕੈਨੇਡਾ ਤਾਂ ਮੈਂ ਪਹਿਲਾਂ ਵੀ ਆ ਸਕਦਾ ਸੀਗਾ। ਜਿਵੇਂ ਜਿਹੜਾ ਸਿਰਫ ਕੈਨੇਡਾ ਆਉਣ ਦਾ ਮੇਰਾ ਰੀਜ਼ਨ ਹੁੰਦਾ ਤੇ ਸਿਰਫ ਕੈਨੇਡਾ ਦਾ ਮੇਰਾ ਮਕਸਦ ਹੁੰਦਾ, ਪਹਿਲਾਂ ਵੀ ਆ ਸਕਦਾ, ਵਿਆਹ ਤੋਂ ਬਿਨਾਂ ਵੀ ਆ ਸਕਦਾ। ਤੁਹਾਡੇ ਕਹਿੰਦੇ ਭਾਵ ਹੈ ਤੁਸੀਂ ਕੈਨੇਡਾ ਸਿਰਫ ਤੁਸੀਂ ਆਉਣਾ ਮੰਜੂ ਕਰਕੇ ਆ, ਜੋ ਕਿ ਤੁਹਾਡੇ ਨਾਲ ਸ਼ਾਦੀ ਕਰਾਈ ਹੈ, ਨਾ ਕਿ ਤੁਸੀਂ ਕੈਨੇਡਾ ਕਰਕੇ ਆਉਣਾ। ਬਿਲਕੁਲ ਜੀ ਸਰ। ਆਈ ਸੀ। ਨੰਬਰ 4 ਕਾਲਰ ਸਰ ਦੱਸੋ ਜੀ। ਹਾਂਜੀ, ਕਿਉਂਕਿ ਮੰਜੂ ਜੀ ਮੰਜੇ ਵਾਸਤੇ ਇਹ ਸਾਰੇ ਘਰ ਦੇ ਨਾਲ ਲੈ ਕੇ ਆਏ ਨੇ। ਮੇਰੇ ਕਹਿੰਦਾ ਇੱਥੇ ਭਾਵ ਇਹ ਆ ਤਾਂ ਕਿ ਇਹ ਕਲਾਮ ਮੇਰਾ ਕਿ ਮੰਜੂ ਜੀ ਇਹਨਾਂ ਦੀ ਜ਼ਿੰਦਗੀ ਜਿਹੜੀ ਆ, ਇਹਨਾਂ ਦੀ ਸ਼ੁਰੂਆਤ ਇਕੱਠਿਆਂ ਦੀ ਹੋਈ ਆ ਤੇ ਇਕੱਠੇ ਹੀ ਇਹ ਚਾਹੁੰਦੇ ਕਿ ਅਸੀਂ ਰਹਿਣਾ ਆਪਣੀ ਜ਼ਿੰਦਗੀ ਵਿੱਚ। ਆਸ਼ੂ ਜੀ ਕਹਿੰਦੇ ਨੇ, ਆਸ਼ੂ ਜੀ ਨੂੰ ਆਸ ਹੈ ਮੰਜੂ ਜੀ। ਹਾਂਜੀ ਨੰਬਰ 4 ਕਾਲਰ ਪਲੀਜ਼। ਨੰਬਰ 4 ਕਾਲਰ ਲਾਈਨ ਤੇ ਤੁਸੀਂ। ਨੰਬਰ 2 ਕਾਲਰ ਪਲੀਜ਼। ਹੈਲੋ ਜੀ, ਲਾਈਨ ਤੇ ਤੁਸੀਂ ਬੋਲੋ, ਪ੍ਰੋਸੀਡ ਕਰੋ। ਹਾਂਜੀ ਮੰਜੂ ਜੀ ਨਾਲ ਗੱਲ ਕਰਨੀ ਜੀ। ਕਰੋ ਭਾਜੀ, ਕਰੋ ਜੀ। ਹਾਂਜੀ ਮੰਜੂ ਜੀ, ਮੈਂ ਤੁਹਾਨੂੰ ਇੱਕ ਐਡਵਾਈਸ ਦੇਣੀ ਸੀ ਕਿ ਅੱਜ ਤਾਂ ਤੁਸੀਂ ਰਿਸ਼ਤਾ ਤੋੜ ਰਹੇ ਹੋ ਕਿ ਤੁਹਾਡਾ ਹਸਬੈਂਡ ਤੁਹਾਡੇ ਤੇ ਸ਼ੱਕ ਕਰਦਾ ਜਾਂ ਤੁਹਾਨੂੰ ਗਲਤ ਬੋਲਿਆ, ਬਟ ਜਦੋਂ ਤੁਸੀਂ ਕਿਸੇ ਦੂਜੀ ਜਗ੍ਹਾ ਤੇ ਜਾਓਗੇ
ਓਬਵੀਅਸ ਉੱਥੇ ਵੀ ਤੁਹਾਡੀ ਲੜਾਈ ਝਗੜੇ ਹੋਣੇ ਆ, ਫਿਰ ਤੁਹਾਨੂੰ ਇੱਕ ਮਹੀਨਾ ਵੱਜਿਆ ਕਰਨਾ ਵੀ ਜਿਹੜੀ ਪਹਿਲੇ ਨਾਲ ਨਹੀਂ ਬਣੀ ਤੇ ਇੱਥੇ ਤੇਰੀ ਕਿੱਦਾਂ ਬਣਨੀ। ਇਹ ਤਾਂ ਤੁਹਾਡੀ ਮਤਲਬ ਇੱਕ ਤੁਸੀਂ ਇਹ ਚੀਜ਼ ਨੂੰ ਨਾਲ ਲੈ ਕੇ ਚੱਲਿਓ ਹਮੇਸ਼ਾ, ਜੇ ਤੁਹਾਨੂੰ ਹੋਣਾ ਹੀ ਹੋਣਾ ਆ, ਤੁਹਾਡੀ ਲਾਜ਼ ਵੀ ਮਾਰਨਗੇ। ਹਾਂਜੀ ਬੋਲੋ, ਆਪਣੀ ਮੰਜੂ ਸੁਣ ਲੈ ਕੀ ਕਹਿੰਦੇ ਨੇ ਉਹ। ਹਾਂਜੀ ਹਾਂਜੀ ਜੀ, ਕਿਉਂਕਿ ਲੜਾਈ ਝਗੜੇ ਤਾਂ ਹਰ ਜਗ੍ਹਾ ਹੋਣੀ ਆ, ਕੋਈ ਦੁੱਧ ਦਾ ਧੋਤਾ ਜਾਂ ਕੋਈ ਜੇ ਤੁਸੀਂ ਅੱਜ ਰਿਸ਼ਤਾ ਤੋੜਦੇ ਤਾਂ ਕੱਲ ਨੂੰ ਫੇਰ ਕੋਈ ਗੱਲ ਹੁੰਦੀ ਆ ਤਾਂ ਤੁਹਾਨੂੰ ਫੇਰ ਟਰਬਲ ਆਉਂਦੀ, ਫੇਰ ਤੁਸੀਂ ਕਰੋਗੇ। ਲੋਕਾਂ ਦੇ ਮਨ ਦੇ ਵਿੱਚ ਇਹ ਫਿਕਰ ਹੈ ਤੁਹਾਡੇ ਵਾਸਤੇ। ਸੋ ਦਾ ਗੁੱਡ ਥਿੰਕ ਕਿ ਤੁਸੀਂ ਆਪਣੀਆਂ ਛੋਟੀਆਂ ਚੀਜ਼ਾਂ ਨੂੰ ਖਤਮ ਕਰਕੇ ਆਪਣਾ ਰਿਲੇਸ਼ਨ ਠੀਕ ਕਰੋ ਐਂਡ ਅੱਗੇ ਵਧੋ ਜੀ। ਜੀ ਨੰਬਰ 6 ਕਾਲਰ ਪਲੀਜ਼। ਹਾਂਜੀ ਹੈਲੋ ਜੀ ਬੋਲੋ ਜੀ ਬੋਲੋ ਜੀ। ਮੰਜੂ ਨੂੰ ਮੈਨੇ ਇੱਕ ਪੁੱਛਣਾ, ਪਹਿਲਾਂ ਮੰਜੂ ਕਹਿ ਰਹੇ ਸੀਗੇ ਵੀ ਸਾਡੇ ਪੈਸੇ ਨਾਲ ਕੋਈ ਲੈਣ ਦੇਣ ਨਹੀਂ ਇਦਾਂ ਦਾ ਹੋਇਆ। ਪਹਿਲੀ ਗੱਲ ਤਾਂ ਜਿਹੜੇ ਕੁੜੀਆਂ ਆਉਂਦੀਆਂ ਨੇ ਤੇ ਘਰ ਦੇ ਮੁੰਡੇ ਵਾਲੇ ਪੈਸੇ ਲਾ ਕੇ ਭੇਜਦੇ ਨਾ, ਤੇ ਫਿਰ ਬਾਅਦ ਚ ਆਪ ਹੀ ਮੰਜੂ ਜੀ ਮੰਨ ਗਿਆ ਵੀ ਹਾਂਜੀ ਉਹਨਾਂ ਨੇ ਮੁੰਡੇ ਲਈ ਪੈਸੇ ਰੱਖੇ ਸੀ ਇਹਨੇ ਇੱਧਰ ਕੱਢਣ ਲਈ। ਪਹਿਲਾਂ ਇਹ ਮੰਜੂ ਜੀ ਕਾਹਤੋਂ ਮੁੱਕਰੇ ਸੀ, ਇਹਦਾ ਆਨਸਰ ਦਊਂਗੀ ਮੈਨੂੰ। ਮੰਜੂ ਆਨਸਰ ਦਿਓ ਕੁਐਸਚਨ ਦਾ। ਕਿਹੜੀ ਗੱਲ ਤੋਂ ਮੈਂ ਮੁੱਕਰੀ ਸੀ ਮੈਂ ਸਮਝੀ ਨਹੀਂ। ਲਾਈਨ ਕੱਟ ਗਈ। ਨੰਬਰ 5 ਕਾਲਰ ਪਲੀਜ਼। ਹੈਲੋ ਬਾਦਸ਼ਾਹ ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਕਹਿਣਾ ਸੀਗਾ, ਇਹ ਜਿਹੜੀ ਟਿਕਟੌਕ ਚਲਾਉਂਦੇ ਆ ਨਾ ਮੰਜੂ ਜੀ, ਇਹ ਸਾਰੀ ਕਲੇਸ਼ ਦਾ ਘਰ ਹੀ ਬਾਸੀ ਦਾ ਵੇ ਆ। ਜੇ ਟਿਕਟੌਕ ਬੰਦ ਕਰ ਦੇਣ ਨਾ, ਇਹ ਹਜੇ ਵੀ ਇਹਨਾਂ ਦਾ ਪੈਚਅਪ ਹੋ ਸਕਦਾ ਜੀ। ਇਹ ਟਿਕਟੌਕ ਦੇ ਉੱਤੇ ਕਦੇ ਲੱਕ ਹਿਲਾਉਂਦੇ ਆ, ਕਦੇ ਕੀ ਕਰਦੇ ਆ, ਇਹ ਗੱਲ ਸਹੀ ਥੋੜੀ ਨਾ ਜੀ। ਕਿੱਡੀ ਬਦਨਾਮੀ ਵਾਲੀ ਗੱਲ ਆ, ਇਹਨਾਂ ਨੂੰ ਮਾੜਾ ਸਮਝਾਓ ਜੀ। ਟਿਕਟੌਕ ਬੰਦ ਕਰਨੇ ਆਪਦੀ। ਮੰਜੂ ਜੀ ਜਦੋਂ ਸਾਡੀਆਂ ਲੜਾਈਆਂ ਹੋਈਆਂ ਸੀਗੀਆਂ ਨਾ, ਉਦੋਂ ਮੇਰਾ ਕੁਝ ਨਹੀਂ ਚੱਲਦਾ ਸੀ। ਮੇਰਾ ਸੋਸ਼ਲ ਮੀਡੀਆ ਸਾਰਾ ਕੁਝ ਇਹਨਾਂ ਦੇ ਕੋਲ ਸੀ ਪਾਸਵਰਡਸ, ਜਿਹੜੀ ਮੈਨੂੰ ਫੇਸਬੁੱਕ ਆਈਡੀ ਇਹਨਾਂ ਨੇ ਬਣਾ ਕੇ ਦਿੱਤੀ ਸੀ, ਉਹ ਵੀ ਪਾਸਵਰਡ ਇਹਨਾਂ ਦੇ ਕੋਲ ਸੀ। ਤੇ ਫਿਰ ਤੁਸੀਂ ਟਿਕਟੌਕ ਕਿਉਂ ਬਣਾਈ ਹੈ ਜੀ? ਟਿਕਟੌਕ ਤੇ ਕੀ ਚੱਕਰ ਹੈ ਜੀ, ਇਹ ਦੱਸੋ ਮੈਨੂੰ ਮਾੜਾ ਜਿਹਾ। ਇਹ ਟਿਕਟੌਕ ਇਹ ਤਾਂ ਮੇਰੇ ਖਿਆਲ ਦੇ ਵਿੱਚ ਮੇਰੀ ਬਣੀ ਨੂੰ ਹੀ ਹਜੇ 3-4 ਮਹੀਨੇ ਹੋਏ ਹੋਣੇ ਆ। ਤੇ ਤੁਹਾਡੇ ਫਾਲੋਅਰਸ ਹੀ ਬੜੇ ਆ, ਮੈਂ ਤਾਂ ਦੇਖ ਕੇ ਹੈਰਾਨ ਰਹਿ ਗਿਆ ਜੀ। ਏਦਾਂ ਤੁਸੀਂ ਕਿੱਦਾਂ ਗਰੋਥ ਇੰਨੀ ਕਿਵੇਂ ਕੀਤੀ, ਮੈਨੂੰ ਵੀ ਦੱਸੋ ਜੀ ਮਾੜਾ ਜਿਹਾ। ਪਰ ਆਪਣੇ ਦੂਸਰੇ ਨਾਮ ਕੀ ਹੈ, ਆਪਣੇ ਅੰਸ਼ੂ, ਆਪਣੇ ਦੂਸਰੇ ਮੰਜੂ, ਵਾਈ ਯੂ ਵੇਸਟਿੰਗ ਟਾਈਮ ਟਿਕਟੌਕ ਤੇ ਕਿਉਂ ਇਨਾ ਟਾਈਮ ਵੇਸਟ ਕਰਦੇ ਹੋ? ਉਹੀ ਸਾਹਿਬ ਤੁਸੀਂ 1 ਮਿੰਟ ਬ੍ਰੇਕ ਲੈ ਕੇ ਨਾ ਇਹਦਾ ਟਿਕਟੌਕ ਅਕਾਊਂਟ ਖੋਲ ਕੇ ਦੇਖੋ 1 ਮਿੰਟ ਜੀ। ਇਹ ਇੰਨਾ ਟਾਈਮ ਪਤਾ ਨਹੀਂ ਕਿੱਦਾਂ ਕੱਢ ਲੈਂਦੇ ਆ ਜੀ, ਇੰਨਾ ਟਾਈਮ ਟਿਕਟੌਕ ਲਈ। ਆਪਣੇ ਮੰਜੂ ਵਾਈ ਯੂ ਡੂਇੰਗ ਦਿਸ? ਸਾਰਾ ਦਿਨ ਤੁਸੀਂ ਟਿਕਟੌਕ ਤੇ ਰਹਿੰਦੇ ਹੋ? ਹਾਂਜੀ ਹਾਂਜੀ ਦੇਖੋ ਤਾਂ ਸਹੀ ਖੋਲ ਕੇ ਤੁਸੀਂ ਜੀ। ਕਿੰਨੇ ਫਾਲੋਅਰ ਸਬਸਕ੍ਰਾਈਬਰ ਕਿੰਨੇ ਨੇ ਤੁਹਾਡੇ ਮੰਜੂ? ਟੈਲ ਮੀ ਟਰੂ। ਹੋਣਗੇ ਸਰ 4400 ਦੇ ਲੱਗੇ। ਓ ਸ਼ਿਟ, ਇਹਨਾਂ ਦੇ ਇੱਥੇ ਰੇਡੀਓ ਵਾਲੇ ਦੇ ਨੇ ਕਈਆਂ ਦੇ ਉਹਨਾਂ ਨੇ 40-30 ਆ। ਵਾਈ ਯੂ ਮੇਕ ਦਿਸ ਵਨ ਸਵੀਟੀ? ਯੂ ਮੰਜੂ ਸਟਾਪ ਦਿਸ ਵਨ। ਤੁਸੀਂ ਮੰਜੇ ਤੇ ਬੈਠੇ ਸਾਰਾ ਦਿਨ ਇਹੋ ਜਿਹੇ ਕੰਮ ਕਰਦੇ, ਇਹਨੂੰ ਬੰਦ ਕਰੋ। ਇਹਨੂੰ ਕੋਈ ਵੀਡੀਓ ਨਹੀਂ ਪਾਉਣਾ ਚਾਹੁੰਦਾ। ਬਾਕੀ ਦਾ ਸਾਰਾ ਕੁਝ ਸਹੀ ਹੋ ਜਾਣਾ, ਸਾਰਾ ਕੁਝ ਸਹੀ ਹੋ ਜਾਣਾ। ਇਹਦੀ ਟਿਕਟੌਕ ਬੰਦ ਕਰਾ ਦਿਓ ਜੀ। ਤੁਹਾਡੇ ਹਸਬੰਡ ਨੂੰ ਵੀ ਸਿਰਫ ਤੁਹਾਡੀਆਂ ਇਹ ਜਿਹੜੀਆਂ ਬੱਚਿਆਂ ਵਾਲੀਆਂ ਤੁਸੀਂ ਟਿਕਟੌਕ ਬਣਾਉਂਦੇ ਹੋ, ਜੋ ਵੀ ਕਰਦੇ ਹੋ, ਉਹਦੇ ਕਰਕੇ ਮੇਰੇ ਖਿਆਲ ਕਿ ਉਹਦੇ ਮਨ ਦੇ ਵਿੱਚ ਤੁਸੀਂ ਸ਼ੰਕਾ ਜਿਹੜੀ ਫੀਡ ਕਰਦੇ ਹੋ, ਰੋਜ਼ਾਨਾ ਤੁਸੀਂ ਫੀਡ ਕਰਦੇ ਹੋ ਚੀਜ਼ਾਂ ਉਹਦੇ ਦਿਮਾਗ ਦੇ ਵਿੱਚ, ਜਿਸ ਕਰਕੇ ਉਹ ਪਰੇਸ਼ਾਨੀ ਦੀ ਹਾਲਤ ਵਿੱਚ ਨੇ। ਸਰ ਇੱਕ ਵਾਰ ਤੁਸੀਂ ਨਾ ਟਿਕਟੌਕ ਤੇ ਤੁਸੀਂ ਇਹਨਾਂ ਦੇ ਕਮੈਂਟ ਪੜਿਓ, ਇਹਨਾਂ ਦੇ ਮੈਸੇजेस ਦੇਖੋ ਕੀ ਆ ਇੱਕ ਹਸਬੰਡ ਹੋਣ ਦੇ ਨਾਤੇ। ਸਰ ਮੇਰਾ ਤਾਂ ਕਲੇਜੇ ਚਲ ਗਿਆ ਦੇਖ ਕੇ। ਇਹ ਚਲੋ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਸਰ, ਜਿਹੜੀ ਗੱਲ ਮੈਂ ਕਹਿਣੀ ਸੀ, ਵੈਲੈਂਟਾਈਨ ਡੇ ਤੇ ਇਹਨੇ ਇੱਕ ਕਮੈਂਟ ਮਾਰਿਆ ਹੋਇਆ ਤੇ ਅੱਗੇ ਵੀ ਕਮੈਂਟ ਆਇਆ ਹੋਇਆ ਵਾ। ਕੀ ਕਮੈਂਟ ਕੀ ਆਇਆ ਦੱਸੋ ਮੈਨੂੰ, ਬੋਲੋ। ਸਹੀ ਗੱਲ ਹੈ ਜੀ, ਸਹੀ ਗੱਲ। ਇਹਨੇ ਕਿਹਾ, ਮੰਜੂ ਨੇ ਕਿਹਾ ਕਿ ਹਾਂਜੀ ਅੱਜ ਵੈਲੈਂਟਾਈਨ ਡੇ ਆ, ਮੈਨੂੰ ਰਾਤ ਨੂੰ ਮੈਨੂੰ ਕਿੱਥੇ ਲੈ ਘੁਮਾਉਣ ਲੈ ਕੇ ਜਾਣਾ ਆ ਤੇ ਮੈਨੂੰ ਕੀ ਕੀ ਖਰੀਦ ਕੇ ਦੇਣਾ। ਉਹ ਅੱਗੇ ਕਮੈਂਟ ਆਇਆ, ਉਹ ਕਹਿੰਦਾ ਵੀ ਤੂੰ ਮੇਰਾ ਕਾਰਡ ਹੀ ਰੱਖ ਲਈ, ਸਾਰਾ ਕੁਝ ਤੈਨੂੰ ਜੋ ਚਾਹੀਦਾ ਲੈ ਲਈ, ਮੇਰਾ ਕਾਰਡ ਲੈ ਲਈ ਦਾ। ਮੰਜੂ ਹੁਣ ਤਾਂ ਸ਼ਾਦੀशुदा ਹੋਵੇਂ ਜਿਹੜੇ 4 ਲਾਵਾਂ ਲਈਆਂ, ਉਹ ਟਾਇਲਟ ਕਰ ਸਕਦਾ? ਉਹਦੇ ਮਨ ਤੇ ਕੀ ਬੀਤਦੀ ਹੋਵੇਗੀ? ਉਹਦੇ ਮਨ ਤੇ ਤਲਵਾਰਾਂ। ਸਰ ਮੈਂ ਉਹਦੇ ਲਈ ਸੌਰੀ ਹਾਂ। ਵਾਈ ਯੂ ਡੂ ਦਿਸ ਸਨੀ? ਜੂ ਟੈਲ ਮੀ ਵਨ ਥਿੰਗ। ਸਰ ਇੱਕ ਗੱਲ ਮੈਂ ਹੋਰ ਕਰਨੀ ਸੀ। ਮੰਜੂ ਬਾਲਾ ਨੇ ਕਿਹਾ ਜਸਪ੍ਰੀਤ ਕੌਰ ਨੂੰ ਕਿ ਮੇਰਾ ਇੱਕ ਕਨਸੈਪਟ ਹੈ, ਦੱਸੋ ਮੈਨੂੰ ਟਿਕਟੌਕ ਵਾਲਾ ਕਿਹੜਾ ਕਨਸੈਪਟ ਹੈ? ਇਹ ਕਹਿ ਰਹੀ ਵੀ ਮੇਰਾ ਇੱਕ ਕਨਸੈਪਟ ਹੈ। ਇਹ ਕਹਿ ਰਹੀ ਮੈਂ ਹੁਣ ਪੈਸਾ ਸਾਰੇ ਤੋਂ ਪਹਿਲਾਂ ਪੁੱਛੋ ਇਹ ਤੋਂ ਫੋਨ ਕਿੰਨੇ ਹੈਗੇ ਨੇ, ਮੋਬਾਈਲ ਕਿੰਨੇ ਨੇ? I don't think she have more than one phone, might two. ਮੰਜੂ ਕਿੰਨੇ ਫੋਨ ਤੁਹਾਡੇ ਕੋਲ? ਸਰ ਮੇਰੇ ਕੋਲ 2 ਨੇ, ਜਿਨ੍ਹਾਂ ਚੋਂ ਮਤਲਬ ਕਿ ਇੱਕ ਮੇਰਾ ਪ੍ਰੋਪਰ ਚੱਲਦਾ ਨਹੀਂ ਆ, ਵੀ ਜਸਟ ਆਪਾਂ ਉਹਦੇ ਤੇ ਹਨਾ ਉਹਦਾ ਲੌਕ ਖੋਲਦਾ ਆ, ਉਹਦਾ ਹੋਮ ਬਟਨ ਨਹੀਂ ਚੱਲਦਾ। ਉਹ ਫੋਨ ਬਾਰੇ ਇਹਨਾਂ ਨੂੰ ਵੀ ਪਤਾ ਆ ਵੀ ਮੇਰੇ ਤੋਂ ਕਿਹੜਾ ਫੋਨ ਆ ਉਹ। ਠੀਕ ਹੈ,
ਸਰ ਮੰਜੂ ਵਾਲਾ ਪ੍ਰਿੰਸ ਜੌਰਜ ਵੀ ਸੀ ਜਦੋਂ ਇੱਥੇ ਗਏ 3 ਮਹੀਨਿਆਂ ਬਾਅਦ ਇਹਨਾਂ ਨੇ ਉੱਥੇ ਆਈਫੋਨ ਲੈ ਲਿਆ ਤੇ ਮੈਨੂੰ ਪਤਾ ਵੀ ਨਹੀਂ ਸੀ ਇਹ ਤੋਂ ਦੋ ਫੋਨ ਨੰਬਰ ਚੱਲਦੇ ਆ। ਜਿਹੜਾ ਮੇਰੀ ਫਸਟ ਸਪਾਂਸਰਸ਼ਿਪ ਲੈਟਰ ਆਈ ਆ ਉਹਦੇ ਵਿੱਚ ਨੰਬਰ ਹੋਰ ਤੇ ਹੁਣ ਇਹਨਾਂ ਕੋਲ ਨੰਬਰ ਹੋਰ ਆ, ਮੈਨੂੰ ਪਤਾ ਹੀ ਨਹੀਂ। ਮੈਨੂੰ ਚਲੋ ਐਨੀਵੇ ਅੱਜ ਤੁਹਾਨੂੰ ਅੱਜ ਮੰਜੂ ਜੀ ਹਰ ਹਾਲਤ ਵਿੱਚ ਮਾਈਂਡ ਆਪਣਾ ਚੇਂਜ ਕਰਨਗੇ ਫॉर श्योर। ਤੁਹਾਡੀ ਗੱਲਾਂ ਸੁਣ ਕੇ ਇਮੋਸ਼ਨਲ ਸ਼ੋਰ ਹੋਣਗੇ ਤਾਂ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਹੀ ਫੋਨ ਕਰਕੇ ਨੰਬਰ ਦੇਣਗੇ। ਮੰਜੂ ਜੀ ਤੁਹਾਡੇ ਕੋਲ ਨੰਬਰ ਇਹਨਾਂ ਦਾ ਹੈਗਾ, ਤੁਸੀਂ ਬਲੌਕ ਕੀਤਾ ਹੋਇਆ ਨਾ? ਹਾਂਜੀ ਸਰ। ਤੁਸੀਂ ਇਹਨਾਂ ਮੇਰੇ ਕਹਿਣ ਤੇ ਅਨਬਲੌਕ ਕਰ ਦੋਗੇ ਰਾਈਟ ਵੇ? ਹਾਂਜੀ ਸਰ। ਪ੍ਰੋਮਿਸ? ਬਿਲਕੁਲ। ਆਈ ਸਲੂਟ ਯੂ। ਪਰ ਇੱਕ ਗੱਲ ਐਕਸੈਪਟ ਦੀ ਮੰਜੂ ਜੀ ਕਹਿਣੇਕਾਰ ਨੇ, ਇਹ ਮੰਨਣਾ ਪਊਗਾ ਇਸ ਬੱਚੀ ਨੂੰ ਕਿ ਛੋਟੀ ਉਮਰ ਦੇ ਵਿੱਚ ਔਰ ਆਪਣੀ ਗਲਤੀ ਮੰਨ ਰਹੇ ਨੇ ਤੇ ਦੂਜੇ ਪਾਸੇ ਕਹਿਣੇਕਾਰ ਵੀ ਆ। ਮੈਂ ਸਲੂਟ ਕਰਦਾ ਮੰਜੂ ਦੀ ਮਾਂ ਅਤੇ ਬਾਪ ਨੂੰ ਜਿਨ੍ਹਾਂ ਨੇ ਇੱਕ ਐਸੀ ਧੀ ਨੂੰ ਜਨਮ ਦਿੱਤਾ ਕਿ ਜਿਹੜੀ ਐਟਲੀਸਟ ਬੱਚਾ ਗਲਤੀ ਕਰਕੇ ਮੰਨ ਰਿਹਾ ਅਤੇ ਕਹਿਣੇਕਾਰ ਇਹ ਲੜਕੀ ਹੈ। ਇਹ ਮੰਨਣਾ ਪਊਗਾ। ਮੈਂ ਆਪਣੀ ਜ਼ਿੰਦਗੀ ਦੀ ਗਾਰੰਟੀ ਦੇ ਸਕਦਾ ਕਿ ਜਿੰਨੇ ਮੈਂ ਗੱਲ ਕਹੀਆਂ ਉਹਨੀਆਂ ਮੰਜੂ ਨੂੰ ਸੁਣੀਆਂ। ਮੰਜੂ I love you. You're so great girl. Thank you, sir. Yeah, I salute your mom and dad. Please keep it up, okay? Thank you so much, sir. Please, okay? Fine. Okay, number 4 caller. ਨੰਬਰ ਜੀ ਬਾਸੀ ਸਾਹਿਬ ਜੀ, ਮੰਜੂ ਦੀਆਂ ਗੱਲਾਂ ਤੋਂ ਲੱਗਦਾ ਇਹਦੇ ਨਾਲ ਉਹਦੇ ਨਹੀਂ ਰਹਿਣਾ ਜੀ। ਇਹ ਮੁੰਡੇ ਦੇ ਤੁਸੀਂ ਪੈਸੇ ਦਿਵਾਓ ਤੇ ਇਦਾਂ 1-2 ਜਣਿਆਂ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਤਾਂ ਕਿ ਬਾਕੀਆਂ ਨੂੰ ਅਕਲ ਆ ਜਾਵੇ, ਮੁੜ ਕੇ ਨਾ ਇਦਾਂ ਹੋਵੇ। ਬਹੁਤ ਕੇਸ ਇਦਾਂ ਦੇ ਆ ਚੁੱਕੇ ਹੁਣ ਤੱਕ ਹੀ। ਨੰਬਰ 2 caller please. ਹੈਲੋ ਜੀ। ਮੈਨੂੰ ਲੱਗਦਾ ਜੀ ਮੰਜੂ ਬਾਲਾ ਨੇ ਮੰਨ ਜਾਣਾ ਹੈ, ਬਸ ਉਹ ਆਪਦੀਆਂ ਗਲਤੀਆਂ ਮੰਨਦੀ ਪਈ ਆ, ਕੁੜੀ ਨੇ ਮੰਨ ਜਾਣਾ, ਇਹਨੂੰ ਕਹੀ ਪਿਆਰ ਨਾਲ ਰਹੇ ਬਸ। ਓਕੇ, ਥੈਂਕ ਯੂ ਸੋ ਮਚ। ਹਾਂਜੀ ਨੰਬਰ 5 caller please. ਹੈਲੋ ਜੀ। ਹਾਂਜੀ ਬਾਸੀ, ਕੀ ਹਾਲ ਚਾਲ ਹੈ? ਤੁਸੀਂ ਹਾਲ ਛੱਡੋ, ਤੁਸੀਂ ਪ੍ਰੋਸੀਡ ਕਰੋ ਆਪਣੇ ਮੈਟਰ ਪਲੀਜ਼। actually ਤੁਹਾਡਾ ਮੇਨ ਕੁਐਸਚਨ ਕੀ ਹੈ? ਤੁਹਾਡੀ ਵਾਈਫ ਸੀ ਬਾਰ-ਬਾਰ ਦੱਸ ਰਹੇ ਹੋ ਕਿ ਉੱਥੇ ਜਾਂਦੇ ਨੇ ਆਈ ਮੀਨ ਟਿਕਟੌਕ ਤੇ ਇਹਨਾਂ ਦਾ ਕਰੈਕਟਰ ਠੀਕ ਨਹੀਂ ਹੈ, ਤੁਸੀਂ ਸਟਿਲ ਇਹਨਾਂ ਨਾਲ ਰਹਿਣਾ ਚਾਹੁੰਦੇ ਹੋ? ਹੈਲੋ ਹਾਂਜੀ ਆਸ਼ੂ, ਤੁਸੀਂ ਸਟਿਲ ਆਪਣੀ ਵਾਈਫ ਨਾਲ ਰਹਿਣਾ ਚਾਹੁੰਦੇ ਹੋ? ਜੋ ਤੁਸੀਂ ਉਹਨਾਂ ਦੇ ਬਲੇਮ ਹੀ ਲਗਾ ਰਹੇ ਹੋ, ਤੁਸੀਂ ਸਟਿਲ ਉਹਨਾਂ ਨਾਲ ਰਹਿਣਾ ਚਾਹੁੰਦੇ ਹੋ? ਮੇਰੇ ਮਾਂ-ਬਾਪ ਨੇ ਮੈਨੂੰ ਇੱਕ ਗੱਲ ਸਮਝਾਈ ਹੈ, ਜੇ ਕੋਈ ਸਵੇਰ ਦਾ ਪਹਿਲਾਂ ਸ਼ਾਮੀ ਵਾਪਸ ਆ ਜਾਵੇ ਨਾ ਤਾਂ ਕੋਈ ਗੱਲ ਨਹੀਂ। ਚਲੋ ਮਾਂ-ਬਾਪ ਨੂੰ ਛੱਡੋ, ਤੁਸੀਂ ਆਪਣੀ ਪਰਸਨਲ ਗੱਲ ਦੱਸੋ। ਜਾਂ ਅਡਲਟ ਤੁਹਾਡੀ ਵਾਈਫ ਹੈ, ਤੁਸੀਂ ਸਟਿਲ ਉਹਨਾਂ ਨਾਲ ਰਹਿਣਾ ਚਾਹੁੰਦੇ ਹੋ? ਮੇਰੀ ਅਰੇਂਜ ਮੈਰਿਜ ਆ, ਇਹ ਮੇਰੀ ਮਾਂ-ਬਾਪ ਦੀ ਮਰਜ਼ੀ ਦੇ ਨਾਲ ਹੋਈ, ਮੇਰੀ ਲਵ ਮੈਰਿਜ। ਮੈਂ ਤੁਹਾਨੂੰ ਸਵਾਲ ਤੁਹਾਨੂੰ ਪੁੱਛ ਰਿਹਾ, ਤੁਸੀਂ ਉਹਨਾਂ ਰਹਿਣਾ ਚਾਹੁੰਦੇ ਹੋ ਸਟਿਲ? ਬਿਲਕੁਲ ਸਰ, ਮੈਂ ਪਹਿਲਾਂ ਹੀ ਇਸ ਗੱਲ ਦਾ ਜਵਾਬ ਦੇ ਚੁੱਕਿਆ। ਮੰਜੂ ਜੀ ਹੁਣ ਤੁਹਾਨੂੰ ਸਵਾਲ ਹੈ, ਤੁਸੀਂ ਅਪਲਾਈ ਕਰਨਾ ਚਾਹੁੰਦੇ ਹਸਬੈਂਡ ਨੂੰ ਕਿ ਨਹੀਂ? ਹਾਂਜੀ ਸਰ, ਮੇਰਾ ਕਹਿਣਾ ਬਸ ਠੀਕ ਹੈ, ਫਿਰ ਤਾਂ ਸਟੋਰੀ ਖਤਮ ਹੈ ਨਾ। ਬਾਸੀ ਨੇ ਤੁਹਾਨੂੰ ਦੱਸਤਾ, ਫਿਰ ਤਾਂ ਤੁਹਾਡੀ ਸਟੋਰੀ ਖਤਮ ਹੈ। ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਡੇ ਹਸਬੈਂਡ ਤੁਹਾਨੂੰ ਐਕਸੈਪਟ ਕਰਨਾ ਚਾਹੁੰਦੇ ਹੋ, ਫਿਰ ਤੁਹਾਡੀ ਪ੍ਰੋਬਲਮ ਸੋਲਵ ਹੈ। ਥੈਂਕ ਯੂ ਸੋ ਮਚ ਸਰ। ਤੁਸੀਂ ਪੂਰੀ ਕਨਵਰਸੇਸ਼ਨ ਸੁਣੀ ਹੋਣੀ ਤੁਸੀਂ ਤੇ ਮੰਜੂ ਵੱਲ ਇੱਕ ਵਾਰ ਵੀ ਨਹੀਂ ਕਿ ਉਹ ਕਹਿ ਰਹੀ ਮੈਂ ਸੋਚ ਰਹੀ ਹਾਂ ਇਟ ਮੀਨਸ ਟੂ ਮਾਈਂਡ। ਤੁਹਾਨੂੰ ਕਿਹਾ ਤੇਰੇ ਬਾਸੀ ਨੂੰ ਉਹਨਾਂ ਨੇ ਕਿਹਾ, ਤੁਹਾਨੂੰ ਵੀ ਕਿਹਾ ਕਿ ਮੈਂ ਅਪਲਾਈ ਕਰਾਂਗੀ ਹਸਬੈਂਡ ਨੂੰ। ਹਾਂਜੀ ਸਰ, ਮੇਰਾ ਕੱਲਾ ਅਪਲਾਈ ਕਰਨ ਦਾ ਨਹੀਂ ਸੀਗਾ। ਅਪਲਾਈ ਤਾਂ ਸਰ ਚਲੋ ਠੀਕ, ਉਹ ਵੀ ਗੱਲ ਹੈਗੀ ਇੱਕ, ਬਟ ਕੋਈ ਤੁਸੀਂ ਇਹ ਵੀ ਸੋਚੋ ਨਾ ਵੀ ਉਹ ਕੀ ਸੋਚ ਰਹੇ। ਇੰਨਾ ਦੇਖੋ, ਉਹ 33 ਦਿਨ ਸਿਰਫ ਮੇਰੇ ਕੋਲ ਰਹਿ ਕੇ ਗਏ, ਮੈਂ ਐਡਾ ਕੀ ਕਰ ਦਿੱਤਾ? ਮੈਂ ਕੁੱਟਦਾ ਸੀ, ਮਾਰਦਾ ਸੀ, ਮੈਂ ਕੁਝ ਦਹੇਜ ਮੰਗਿਆ ਇਹਨਾਂ ਤੋਂ ਜੀ? ਨੰਬਰ 6 33 ਦਿਨ ਵਿੱਚ ਕਰਤਾ ਕਿ ਓਕੇ ਫਾਈਨ, ਆਮ ਟੇਕਿੰਗ ਜਸਟ 1 ਮਿੰਟ। ਨੰਬਰ 6 ਕਾਲਰ ਗੋ ਹੈਡ ਜੀ। ਹਾਂਜੀ, ਜਿਹੜੇ ਰੋਜ਼ ਦੀ ਰੋਜ਼ ਕਾਰਨ ਵੱਧ ਰਹੇ ਨਾ ਜੀ, ਇਹਨਾਂ ਦਾ ਕਾਰਨ ਇਹ ਵੀ ਆ ਵੀ ਇਹ ਕੁੜੀਆਂ ਇੱਥੇ ਆ ਕੇ ਜੀ ਮੁੰਡੇ 2 ਝੂਠ ਬੋਲਦੇ ਆ, ਉਹਨਾਂ ਨਾਲ ਪਿੱਛੇ ਲੱਗ ਜਾਂਦੇ ਉਹਨਾਂ ਦੇ ਨਾਂ। ਫਿਰ ਇਹਨਾਂ ਨੇ ਐਂ ਦੇਖਣਾ ਵੀ ਪਰਿਵਾਰ ਅਸੀਂ ਪਿੱਛੇ 1 ਛੱਡਿਆ 2 ਛੱਡੇ ਆ, ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਜੀ। ਇਹੀ ਕਾਰਨ ਆ ਬਸ, ਮੁੰਡੇ 1 ਕੀ 2 ਝੂਠ ਬੋਲਦੇ ਬਸ ਪਿੱਛੇ ਲੱਗ ਜਾਂਦੀਆਂ ਨੇ। ਬਾਕੀ ਜੇ ਇਹਨੂੰ ਸੋਚਣਾ ਪੈ ਰਿਹਾ, ਆਪਦੇ ਘਰ ਵਾਲੇ ਵਾਸਤੇ ਸੋਚਣਾ ਪੈ ਰਿਹਾ, ਤਾਂ ਫਿਰ ਇਹ ਰਿਸ਼ਤਾ ਨਹੀਂ ਮਿਲਦਾ ਜੀ। ਕਿਉਂਕਿ ਪਿਆਰ ਦੇ ਰਿਸ਼ਤੇ ਵਿੱਚ ਸੋਚਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਫਿਰ ਇਟ ਮੀਨਸ ਇਹਨਾਂ ਨੇ ਇਹਨਾਂ ਤੋਂ ਬੁਲਾ ਕੇ ਉਸ ਤੋਂ ਬਾਅਦ ਆਪਦਾ ਦੂਜਾ ਘਰ ਵਸਾਉਣਾ, ਜਿੱਥੇ ਵਸਾਉਣਾ ਚਾਹੁੰਦੇ ਨੇ, ਇਹਨਾਂ ਨੂੰ ਪਤਾ ਹੀ ਹੈ। ਆਈ ਸੀ she have in mind ਕੋਈ ਮਾਈਂਡ ਵਿੱਚ ਨਹੀਂ ਹੈ। ਮੰਜੂ ਜੀ ਤੁਹਾਡੇ ਟੈਲ ਮੀ ਟਰੂ, ਤੁਹਾਡੇ ਮਨ ਦੇ ਵਿੱਚ ਕੋਈ ਹੋਰ ਤੁਹਾਡਾ ਪਿਆਰ ਤਾਂ ਲੈ ਬੈਠਾ ਜਿਹੜਾ ਹਸਬੈਂਡ ਨੇ ਪਿਆਰ ਤਾਂ? ਨਹੀਂ ਬਿਲਕੁਲ ਨਹੀਂ ਸਰ, ਇਦਾਂ ਦਾ ਕੁਝ ਨਹੀਂ ਹੈ। ਯੂ ਸ਼ੋਰ? ਤੁਸੀਂ ਸਰ ਮੈਂ ਮੰਜੂ ਬਾਰੇ ਕੁਝ ਪੁੱਛਣਾ ਚਾਹੁੰਦਾ। ਬਹੁਤ ਸ਼ੋਰ ਹਾਂ ਮੈਂ। ਓਕੇ, ਆਈ ਗਿਵ ਯੂ ਟਾਈਮ, ਤੁਸੀਂ ਕਲੋਜ਼ ਹੋਵੋ ਆਪਸ ਵਿੱਚ ਹੀ, ਪਿਆਰ ਦੀ ਨੋਕ ਝੋਕ ਕਰੋ। ਆਈ ਗਿਵ ਯੂ ਲਿਟਲ ਟਾਈਮ। ਓਕੇ ਪ੍ਰੋਸੀਡ ਕਰੋ। ਕਮਨ ਆਸ਼ੂ, ਗੱਲ ਕਰੋ ਆਪਣੀ ਵਾਈਫ ਨਾਲ। ਹਾਂਜੀ ਸਰ, ਮੈਨੂੰ ਮੰਜੂ ਬਾਰੇ ਚ ਇੱਕ ਕੁਐਸਚਨ ਆ ਵੀ ਟਿਕਟੌਕ ਤੇ ਮੰਜੂ ਨੇ ਇੱਕ ਫੋਟੋ ਅਪਲੋਡ ਕੀਤੀ ਹੋਈ ਹੈ, ਠੀਕ ਹੈ, ਜਿਹਦੇ ਵਿੱਚ ਉਹ ਇਹ ਸੈਲਫੀ ਲੈ ਰਹੀ, ਸੈਲਫੀ ਨਹੀਂ ਇੱਕ ਮਿਰਰ ਦੇ ਸਾਹਮਣੇ ਖੱਟੇ ਤੇ ਇਹਦੇ ਨਾਲ ਇੱਕ ਲੜਕੇ ਨੇ ਜੱਫੀ ਪਾਈ ਹੋਈ ਹੈ। ਕਿਸੇ ਹੋਰ ਲੜਕੇ ਨਾਲ? ਇੱਕ ਵਾਲਪੇਪਰ ਸੀਗਾ ਮੇਰੇ ਖਿਆਲ ਚ, ਮੈਂ ਜਸਟੀਫਾਈ ਕਰ ਚੁੱਕੀ ਹਾਂ। ਸਾਡੇ ਉਸ ਦਿਨ ਕਾਲ ਕੋਈ ਜਸਟੀਫਾਈ ਨਹੀਂ ਕੀਤਾ, ਇਹ ਸਰ ਇੱਕ ਪੂਰਾ ਝੂਠ ਹੈ।
ਇੱਕ ਕੋਰਾ ਝੂਠ ਹੈ, ਮੈਂ ਤੁਹਾਨੂੰ ਸੈਂਡ ਕਰ ਸਕਦਾ, ਮੈਂ ਤੁਹਾਨੂੰ ਸੈਂਡ ਕਰ ਸਕਦਾ, ਕੋਰਾ ਝੂਠ ਹੈ ਤੇ ਮੈਂ ਕਲੀਅਰ ਕਰ ਦੂੰਗਾ। ਮੰਜੂ ਵਾਲਾ ਰਿਸਟਬੈਂਡ ਪਾਇਆ ਹੋਇਆ ਹੈ, ਠੀਕ ਹੈ। ਓਕੇ ਮੰਜੂ ਹੋਲਡਰ 1 ਸੈਕਿੰਡ, ਮੰਜੂ ਹੋਲਡਰ ਪਲੀਜ਼, ਲੈਟ ਫਿਨਿਸ਼ ਦਿਸ ਵਨ। ਇਹਨੂੰ ਇਹਨਾਂ ਮਨ ਦੀ ਪੜਾਸ ਕੱਢਣ ਦਿਓ, ਉਸ ਤੋਂ ਬਾਅਦ ਇਟ ਵਿਲ ਬੀ ਸੋਲਵ। ਓਕੇ ਬੋਲੋ, ਜਲਦੀ ਕਰੋ, ਬੋਲੋ। ਬਿਲਕੁਲ ਸਰ, ਇਹਨਾਂ ਨੇ ਆਪਣਾ ਰਿਸਟਬੈਂਡ ਪਾਇਆ, ਫੋਟੋ ਖਿੱਚੀ ਹੋਈ ਤੇ ਮੇਰਾ ਦੇਖ ਕੇ ਕਾਲਜਾ ਫੂਕ ਹੋ ਗਿਆ, ਠੀਕ ਹੈ। ਅੱਜ ਦੀ ਡੇਟ 'ਚ ਇਹਨੇ ਨਾ ਸਹੁੰ ਖਾਦੀ ਆਪਣੀ ਮਦਰ ਦੀ ਵੀ ਨਹੀਂ ਏਦਾਂ ਕੋਈ ਗੱਲ ਨਹੀਂ ਹੈ। ਬਟ ਸਰ ਇੱਕ ਗੱਲ, ਮੈਂ ਜਦੋਂ ਥੋੜੇ ਦਿਨ ਪਹਿਲਾਂ ਇਹਨਾਂ ਦੇ ਘਰ ਗਿਆ ਤਾਂ ਮੰਜੂ ਵਾਲਾ ਨੇ ਸੋਚੋਗੇ ਵੀ ਕੀ ਲਫ਼ਜ਼ ਮੈਨੂੰ ਬੋਲੇ, ਇਹਨੇ ਘਰ ਬੁਲਾ ਕੇ ਜਲੀਲ ਕੀਤਾ ਮੈਨੂੰ। ਕਹਿੰਦੇ ਜੇ ਤੂੰ ਮਰਦਾ ਹੋਏਗਾ ਨਾ ਤਾਂ ਮੈਂ ਤੇਰੇ ਕੋਲ ਪਾਣੀ ਪਿਆਊਗਾ, ਮੈਂ ਪਾਣੀ ਤੇਰੇ ਮੂੰਹ ਵਿੱਚ ਨਹੀਂ ਪਾਉਂਗਾ, ਉਹਨੂੰ ਲੱਤ ਮਾਰ ਕੇ ਲੰਘ ਜਾਵਾਂਗੀ ਉਸ ਪਾਣੀ ਦੇ ਗਲਾਸ ਨੂੰ। ਸ਼ੀ ਟੋਲਡ ਮੀ। ਹੂ ਟੋਲਡ ਯੂ? ਹੂ ਸ਼ੀ? ਮੰਜੂ ਵਾਲਾ ਨੇ। ਮੰਜੂ, why you say that? ਸਰ ਮੈਂ ਉਸ ਦਿਨ ਮੈਂ ਬਹੁਤ ਗੁੱਸੇ 'ਚ ਸੀ। ਮੈਂ ਤੁਹਾਨੂੰ ਦੱਸਿਆ ਨਾ, ਮੈਨੂੰ ਐਕਸਟ੍ਰੀਮ ਲੈਵਲ ਤੇ ਗੁੱਸਾ ਆਇਆ ਹੋਇਆ ਸੀ, ਕਿਉਂਕਿ ਉਸ ਤੋਂ ਮਤਲਬ ਕਿ ਇੱਕ ਦਿਨ ਪਹਿਲਾਂ ਹੀ, ਜਿਸ ਦਿਨ ਇਹ ਮੇਰੇ ਘਰ ਗਏ ਆ, ਉਸ ਤੋਂ ਇੱਕ ਦਿਨ ਪਹਿਲਾਂ ਹੀ ਮੇਰੇ ਮਾਰਨਿੰਗ ਘਰ ਕਾਲ ਕਰਕੇ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਇਹ ਚੀਜ਼ ਕਹੀ ਆ ਕਿ ਤੁਹਾਡੀ ਕੁੜੀ ਮੈਨੂੰ ਫਾਲਤੂ ਬੋਲਦੀ ਆ, ਲੱਖ ਦੀ ਲਾਹਨਤ ਤੁਹਾਡੇ ਜੰਮਣ ਵਾਲਿਆਂ ਤੇ, ਲੱਖ ਦੀ ਲਾਹਨਤ ਉਸ ਕੁੜੀ ਦੇ ਉੱਤੇ, ਠੀਕ ਹੈ। ਕਲੀਅਰ ਕਰ ਦੇਣਾ ਸਰ, ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ। ਮੰਜੂ ਨੇ let her finish, okay। ਇਹਨਾਂ ਨੇ ਇਹ ਵੀ ਗੱਲ ਕਹੀ, ਕਹਿੰਦੇ ਤੁਸੀਂ ਜੋ ਕਰਨਾ ਚਾਹੁੰਦੇ ਕਰ ਲਓ, ਤਲਾਕ ਲੈਣਾ ਚਾਹੁੰਦੇ ਕਹਿੰਦੇ ਲਓ, ਬਟ ਕਹਿੰਦਾ ਸਾਡਾ ਖਹਿੜਾ ਛੱਡ ਦੋ। ਮੈਨੂੰ ਵੀ ਗੁੱਸਾ ਆਊਗਾ, ਮੇਰੇ ਪਾਪਾ ਨੇ ਇੰਨੀ ਗੱਲ ਵੀ ਕਹੀ ਆ ਕਿ ਆਸ਼ੂ ਅਸੀਂ ਸੁੱਤੇ ਉੱਠੇ ਆ, ਹਜੇ ਉੱਠੇ ਨਹੀਂ ਆ ਪ੍ਰੋਪਰ। ਇਹ ਕਹਿ ਰਿਹਾ ਵਾ, ਉਹ ਕਹਿੰਦਾ ਘਰ ਦੇ ਵੀ ਨਹੀਂ ਚੰਗੇ ਹੁੰਦੇ ਜਿਹੜੀਆਂ ਮਾਵਾਂ ਆਪਣੀਆਂ ਧੀਆਂ ਦੇ ਘਰ ਨਾ ਵਸਣ ਦੇ। ਮੇਰੇ ਪੇਰੈਂਟਸ ਨੂੰ ਕਿਉਂ ਬੋਲਦਾ ਹੈ? ਮੈਂ ਕਦੀ ਵੀ ਇਹਨਾਂ ਦੇ ਫਾਦਰ ਸਾਹਿਬ ਨੂੰ, ਠੀਕ ਆ ਮੈਂ ਬੋਲੀ ਆ, ਮੈਂ ਉਹ ਮੰਨਦੀ ਆ ਕਿ ਮੈਂ ਜਿਸ ਚੀਜ਼ ਤੇ ਬੋਲੀ ਆ ਮੈਂ ਉਸ ਚੀਜ਼ ਨੂੰ ਮੰਨਦੀ ਆ, ਪਰ ਮੈਂ ਕਦੀ ਇਹਨਾਂ ਦੇ ਫਾਦਰ ਸਾਹਿਬ ਨੂੰ ਏਦਾਂ ਨਹੀਂ ਬੋਲੀ। ਅੱਜ ਤਾਈਂ ਮੈਂ ਇਹਨਾਂ ਦੇ ਰਿਸਪੈਕਟ ਨਹੀਂ ਕੀਤੀ ਉਹਨਾਂ ਦੀ, ਬਿਲਕੁਲ ਵੀ। ਓਕੇ ਹੋਲਡ ਔਨ 1 ਸੈਕਿੰਡ। ਓਕੇ ਆਸ਼ੂ ਜਸਟ ਪ੍ਰੋਸੀਡ ਕਰੋ, ਆਈ ਜਸਟ ਨੀਡ 1 ਮਿੰਟ। ਸਰ ਮੈਨੂੰ ਨਾ ਮੰਜੂ ਵਾਲੇ ਨੇ 10 ਦਿਨ ਪਹਿਲਾਂ, ਸਾਡੇ ਇੱਕ ਬੱਬੀ ਅੰਕਲ ਆ ਜਿਹੜੇ ਇਹਨਾਂ ਦੇ ਬਹੁਤ ਕਲੋਜ਼ ਰਿਸ਼ਤੇਦਾਰ ਆ, ਠੀਕ ਹੈ ਜੀ। ਮੰਜੂ ਵਾਲੇ ਨੇ ਉਹਨਾਂ ਨੂੰ ਰਿਕਾਰਡਿੰਗਾਂ ਪਾਈਆਂ ਕਿਉਂਕਿ ਮੇਰੇ ਫਾਦਰ ਸਾਹਿਬ ਨੂੰ 20 ਤੋਂ 25 ਦਿਨ ਪਹਿਲਾਂ ਹਾਰਟ ਅਟੈਕ ਆ ਗਿਆ ਸੀ, ਠੀਕ ਹੈ। ਰਾਤ ਨੂੰ ਉੱਤੇ ਅਸੀਂ ਬਹੁਤ ਵਰਿਡ, ਮੇਰੇ ਫਾਦਰ ਤੋਂ ਬਿਨਾਂ ਮੇਰਾ ਕੌਣ ਆ, ਮੈਂ ਬਹੁਤ ਜ਼ਿਆਦਾ ਵਰਿਡ ਹੋ ਗਿਆ ਸੀ। ਤੇ ਇਹਨੂੰ ਮੰਜੂ ਵਾਲੇ ਨੂੰ ਅੰਕਲ ਨੂੰ ਦੱਸਿਆ ਇਦਾਂ ਕਰਕੇ ਅਟੈਕ ਆ ਗਿਆ। ਮੰਜੂ ਵਾਲੇ ਨੇ ਰਿਕਾਰਡਿੰਗ ਭੇਜੀ, ਕਹਿੰਦੀ ਜਦੋਂ ਪੈਸੇ ਲੈਣੋਂ ਕਦੇ ਉਹਦੇ ਪਿਓ ਦੀ ਧੜਕਣ ਵੱਜ ਜਾਂਦੀ ਆ, ਮੁੰਡੇ ਦੇ ਸਾਹ ਉੱਪਰ ਥੱਲੇ ਹੋ ਜਾਂਦੇ, ਮੁੰਡੇ ਨੂੰ ਬੁਖਾਰ ਚੜ ਜਾਂਦਾ, ਭੈਣ ਏਦਾਂ ਪੈ ਜਾਂਦੀ ਆ, ਮਾਂ ਦਾ BP ਵੱਜ ਜਾਂਦਾ। ਸਰ ਆਹ ਟੋਨ ਹੈ ਨਾ, ਜਿਹੜੀ ਟੋਨ ਮੰਜੂ ਵਾਲੇ ਦੀ ਅੱਜ ਆ ਨਾ ਸਰ, ਇਹ ਰੀਅਲ ਟੋਨ ਨਹੀਂ ਆ। ਰੀਅਲ ਟੋਨ ਤੁਹਾਨੂੰ ਮੈਂ ਸੁਣਾ ਦੇਵਾਂ, ਤੁਸੀਂ ਕਹੋਗੇ ਵੀ ਤੁਸੀਂ ਸਰਪ੍ਰਾਈਜ਼ ਹੋ ਜਾਓਗੇ। ਸਰ ਮੈਂ ਉਸ ਦਿਨ ਦੀ ਵੀ ਗੱਲ ਕਲੀਅਰ ਕਰ ਦਿੰਨੀ ਆ, ਇੱਕ ਸੈਕਿੰਡ। ਮੈਂ ਉਸ ਦਿਨ ਦੀ ਗੱਲ ਕਲੀਅਰ ਕਰ ਦਿੰਨੀ ਆ। ਮੈਂ ਉਹਨਾਂ ਨੂੰ ਇਹ ਨਹੀਂ ਏਦਾਂ ਨਹੀਂ ਭੇਜੀ ਸੀ ਰਿਕਾਰਡਿੰਗ ਜਿੱਦਾਂ ਇਹ ਮੈਨੂੰ ਦੱਸ ਰਹੇ ਨੇ, ਕਿਉਂਕਿ ਮੈਂ ਰਿਕਾਰਡਿੰਗ ਸੈਂਡ ਕਰ ਦਾਂਗਾ। ਇਹ ਕਹਿੰਦੇ ਸੀਗੇ ਕਿ ਪ੍ਰੂਫ ਹੈਗਾ, ਪ੍ਰੂਫ ਚਾਹੁੰਦੇ ਆ ਲੜਕੀ ਦੇ ਨਾਲ ਅਸੀਂ ਗੱਲ ਕਰਨਾ ਚਾਹੁੰਦੇ ਆ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਗੱਲ ਕਰਨੀ ਆ, ਮੈਂ ਗੱਲ ਕਰੂੰਗੀ ਸ਼ਾਮ ਨੂੰ। ਮੈਂ ਇਹਨਾਂ ਨੂੰ okay fine, just okay, anyway just stop this one, this is like little kids, छोटे बच्चे वाली गल्ला, we can't proceed that too long। हाँ जी, number 2 caller please। हेलो जी, हाँ जी मैं प्रिया बोल रही हूँ। ओके मंजू मैं ਤੁਹਾਨੂੰ 2 ਗੱਲਾਂ ਪੁੱਛ ਸਕਦੀ ਹਾਂ? हाँ जी दी पूछो। ओके ਜੇ ਤੁਹਾਡੇ ਹਸਬੰਡ ਉਹਨਾਂ ਨੇ ਕਦੀ ਤੁਹਾਨੂੰ ਕੁੱਟਿਆ ਮਾਰਿਆ ਥੋੜੋ ਆ ਰਾਈਟ? ਨਹੀਂ। ओके ਤਾਂ ਫਿਰ ਕੋਈ ਨਸ਼ਾ ਵੀ ਨਹੀਂ ਕਰਦੇ, ਲਾਈਕ ਸ਼ਰਾਬ ਸਿਗਰਟ ਡਰੱਗਸ ਏਦਾਂ ਕੁਛ? ਨਹੀਂ ਪੀਂਦੇ। ਨਹੀਂ ਮੈਂ ਕਰੈਕਟ ਕਰਦਾ, ਮੈਂ ਓਕੇਜਨਲੀ ਡਰਿੰਕ ਕਰਦਾ, ਮੈਂ ਓਕੇਜਨਲੀ। ओके आशु she asked you to her, not you, please stop it। okay हाँ जी। ओके ਨੰਬਰ 3 ਕੋਈ ਜੂਏ ਦੀ ਕੋਈ ਪ੍ਰੋਬਲਮ ਥੋੜੋ ਹੈ ਜੂਆ ਖੇਲਣ ਦੀ? ਨਹੀਂ। ਤਾਂ ਨਾ ਏਜ ਦਾ ਕੋਈ ਗਰਲਫ੍ਰੈਂਡ ਏਦਾਂ ਕੋਈ ਚੱਕਰ ਤਾਂ ਨਹੀਂ ਰਾਈਟ? ਨਹੀਂ। ओके ਮੈਨੂੰ ਕਦੀ ਪਤਾ ਨਹੀਂ ਕਿ ਮੇਰਾ ਦੀ ਕਹਾਣੀ ਕਦੀ ਪੜ੍ਹੀ? ਤੁਹਾਨੂੰ ਦੱਸਿਆ ਮੇਰਾ ਕੰਟੈਕਟ ਜਿਹੜਾ ਬਿਲਕੁਲ ਟੁੱਟਿਆ ਹੋਇਆ ਵਾ। ਇਹ ਲੋਕਾਂ ਰਾਹੀਂ ਮੇਰੇ ਨਾਲ ਕੰਟੈਕਟ ਕਰਦਾ ਹੈ, ਖੁਦ ਨਹੀਂ ਗੱਲ ਕਰਦਾ। ਕਦੀ ਕਹਾਣੀ ਤੁਸੀਂ ਪੜ੍ਹੀ ਹੈ, ਕਿਸਨੇ ਤੁਹਾਨੂੰ ਕਦੀ ਸੁਣਾਈ ਹੈ? ਹਾਂਜੀ, ਇੱਕ ਬੀਬੀ ਰਜਨੀ ਆ, ਉਹਦੀ ਤੁਸੀਂ ਕਹਾਣੀ ਕਦੀ ਪੜ੍ਹੀ ਆ? ਨਹੀਂ ਮੈਂ ਨਹੀਂ ਪੜ੍ਹੀ। ਓਕੇ ਉਹ ਤੁਸੀਂ ਪੜ੍ਹਿਓ ਕਦੀ, ਨਹੀਂ ਤਾਂ ਆਪਣੇ ਮਾਮ ਨੂੰ ਕਿਉਂ ਤੁਹਾਨੂੰ ਸੁਣਾਵੇ। ਹੁਣ ਜਦੋਂ ਵਿਆਹ ਹੁੰਦਾ ਆ ਭੈਣ ਜੀ, ਲਾਈਕ ਸਾਰਾ ਕੁਛ ਨਹੀਂ ਕਿਸੇ ਨੂੰ ਮਿਲਦਾ। ਲੋਕੀ ਹੁਣ ਜਦੋਂ ਮੂਵੀਆਂ ਦੇਖਦੇ ਆ, ਨਹੀਂ ਤਾਂ ਫੇਸਬੁੱਕ ਤੇ ਜਾਂਦੇ ਤਾਂ ਸੋਚਦੇ ਆ ਵੀ ਉਹ ਵਾਹ ਸਾਰਾ ਕੁਛ ਏਦਾਂ, ਕੰਪੈਰੀਜ਼ਨ ਕਰਦੇ ਆ। ਪਰ ਹੁਣ ਜੇ ਮੁੰਡੇ 'ਚ ਕੋਈ ਕਮੀ ਨਹੀਂ ਤਾਂ ਫਿਰ ਪ੍ਰੋਬਲਮ ਤੁਸੀਂ ਹੁਣ ਮੇਰੇ ਖਿਆਲ ਮੰਦਿਰ 'ਚ ਵਿਆਹ ਕੀਤਾ ਰਾਈਟ? 18 ਚ। ਹਾਂਜੀ। ਸੋ ਆਪਣੇ ਰਿਲੀਜਨ ਦੇ ਨਾਲ
ਲਾਈਕ ਫਿਰ ਥੋੜਾ ਜਿਹਾ ਲਾਈਕ ਇਹ ਵੀ ਸੋਚਣਾ ਚਾਹੀਦਾ ਹੈ ਰਿਸਪੈਕਟ ਦੇ ਹਿਸਾਬ ਨਾਲ ਤੇ ਕੋਈ ਖੇਲ ਨਹੀਂ ਜਿਹੜੇ ਤੁਸੀਂ ਫੇਰੇ ਲਏ ਆ ਅਗਨੀ ਦੇ ਕੋਲ। ਹੁਣ ਜੇ ਤਾਂ ਕਹਿ ਲਓ ਇਹਨਾਂ ਚ ਕੋਈ ਪ੍ਰੋਬਲਮ ਹੁੰਦੀ ਲਾਈਕ ਨਹੀਂ ਸਾਡੀਆਂ ਲਾਵਾਂ ਹੋਈਆਂ ਸੀ, ਸਾਡੇ ਤੁਹਾਡੇ ਖਿਆਲ ਨਹੀਂ ਮਿਲਦੇ ਰਾਈਟ। ਉਹ ਤਾਂ ਠੀਕ ਹੈ, ਉਹ ਤਾਂ ਕਿਸੇ ਨਾਲ ਵੀ ਕੋਈ ਜ਼ਰੂਰੀ ਨਹੀਂ ਲਾਈਕ ਸਾਰਿਆਂ ਨਾਲ ਜੇ ਤੁਹਾਡੀ ਲਵ ਮੈਰਿਜ ਵੀ ਹੁੰਦੀ ਲੋਕੀ ਬਦਲ ਜਾਂਦੇ ਆ, ਬਹੁਤ ਕੁਛ ਹੁੰਦਾ ਆ, ਪਰ ਹਾਲੇ ਤੱਕ ਤਾਂ ਮੁੰਡਾ ਤੁਹਾਡਾ ਠੀਕ ਆ। ਜੇ ਥੋੜੀਆਂ ਥਿੰਕਿੰਗ ਡਿਫਰੈਂਟ ਆ ਉਹ ਤੁਸੀਂ ਗੱਲਾਂ ਨਾਲ ਵੀ ਸਮਝਾ ਸਕਦੇ ਹੋ। ਹੁਣ ਜਿਹੜੇ ਉਹ ਕਹਿੰਦੇ ਵੀ ਮੈਂ ਤੁਹਾਨੂੰ ਦੱਸ ਦੂੰਗੀ ਮੈਨੂੰ ਪ੍ਰੋਬਲਮ ਇਹਦੇ ਤੋਂ ਨਹੀਂ ਆ, ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਮੈਨੂੰ ਪ੍ਰੋਬਲਮ ਆ ਵੀ ਹਨਾ ਇਹ ਮੈਨੂੰ ਬੋਲਿਆ ਸੀ ਆਪਾਂ ਟਾਈਮ ਬਾਅਦ ਉਹ ਭੁੱਲ ਜਾਂਦੇ ਆ। ਮੈਨੂੰ ਪ੍ਰੋਬਲਮ ਆ ਜੋ ਐਕਟੀਵਿਟੀਜ਼ ਕਰਦਾ ਆ ਇੰਡੀਆ ਦੇ ਵਿੱਚ ਥਾਂ ਥਾਂ ਤੇ ਜਾ ਕੇ ਦੱਸਣਾ ਕਿ ਮੇਰੇ ਨਾਲ ਆਹ ਚੀਜ਼ ਹੋ ਰਹੀ ਆ, ਕਦੀ ਮੁੰਡੇ ਦੇ ਕਾਉਂਸਲਰ ਕੋਲ ਚਲ ਜਾਣਾ, ਕਦੀ ਥਾਣੇ ਕਚਹਿਰੀਆਂ 'ਚ ਚਲ ਜਾਣਾ, ਕਦੀ ਪੇਰੈਂਟਸ ਨੂੰ ਕਿਤੇ ਬੁਲਾਣਾ, ਕਦੀ ਪੇਰੈਂਟਸ ਨੂੰ ਕਿਤੇ ਬੁਲਾਣਾ। ਮੈਂ ਵੀ ਇੱਥੇ ਬੈਠੀ ਹਾਂ, ਮੇਰੇ ਤੇ ਕੀ ਬੀਤਦੀ ਆ। ਇੱਕ ਤਾਂ ਉਹ ਵਿਚਾਰੇ ਹਨਾ ਵੀ ਲਾਈਕ ਮੇਰੀਆਂ ਫੀਸਾਂ ਪੇ ਕਰਦੇ ਆ, ਇਹਨਾਂ ਨੂੰ ਡਾਕੂਮੈਂਟਸ ਹਰ ਵਾਰੀ ਉਹ ਲੈ ਕੇ ਦਿੰਦੇ ਆ, ਫਿਰ ਉਹਨਾਂ ਨੂੰ ਕਹਿ ਦਿੰਦੇ ਤੁਸੀਂ ਜੀ ਸਾਡਾ ਬਣਨ ਨਹੀਂ ਦਿੰਦੇ, ਤੂੰ ਆਪਣੀ ਮੇਰੀ ਮਮ ਨੂੰ ਕਹਿੰਦੇ ਤੂੰ ਆਪਣੀ ਧੀ ਦਾ ਘਰ ਨਹੀਂ ਵਸਣ ਦਿੰਦੀ। ਤੇ ਨਾਲੇ ਜਿਹੜੀ ਉਹਨਾਂ ਨੂੰ ਏਦਾਂ ਦੀਆਂ ਲਾਈਕ ਮੈਂ ਇਹਨਾਂ ਦੇ ਪੇਰੈਂਟਸ ਨੂੰ ਗਲਤ ਨਹੀਂ ਬੋਲਦੀ, ਇਹਨਾਂ ਦੇ ਪੇਰੈਂਟਸ ਨੂੰ ਮੈਂ ਇੱਕ ਵਾਰ ਗਲਤ ਬੋਲੀ ਹੋਈ ਆ, ਇਹਨਾਂ ਨੂੰ ਕਿੰਨਾ ਫੀਲ ਹੋਈ ਆ ਉਹ ਚੀਜ਼। ਮੇਰੇ ਪੇਰੈਂਟਸ ਨੂੰ ਹਰ ਵਾਰ ਗਲਤ ਬੋਲਦਾ ਮੈਨੂੰ ਕੋਈ ਫੀਲ ਨਾ ਹੋਵੇ। ਮੇਰੇ ਵੀ ਮਾਪਿਓ ਨੇ ਮੈਨੂੰ ਪਾਲ ਪੋਸ ਕੇ ਦਿੱਤਾ ਆ ਇਹਨਾਂ ਨੂੰ। ਉਹ ਤਾਂ ਠੀਕ ਹੈ, ਉਹਨੂੰ ਪੇਰੈਂਟਸ ਤੱਕ ਨਹੀਂ ਹੋਣੀ ਚਾਹੀਦੀ ਗੱਲ। ਜੇ ਤੁਹਾਡੇ ਨਾਲ ਗੱਲ ਹੈ ਤੁਹਾਡੇ ਨਾਲ ਹੀ ਕਰਨੀ ਚਾਹੀਦੀ। ਆਲਰਾਈਟ ਲੰਚੀ ਟਾਕ, ਥੈਂਕ ਯੂ ਸੋ ਮਚ ਪ੍ਰਿਆ, ਔਰ ਤੁਸੀਂ ਚੰਗੀ ਗਾਈਡੈਂਸ ਦਿੱਤੀ ਹੈ। ਯੂ ਆਰ ਗ੍ਰੇਟ ਕਾਲਰ ਆਫ ਦ ਸ਼ੋ। ਹੁਣ ਨਾ ਤੁਸੀਂ ਆ ਛੱਡ ਕੇ ਗਾਂ ਪਛਤਾਵੋ। ਹੁਣ ਜਿੱਦਾਂ ਤੁਸੀਂ ਕਹਿੰਦੇ ਬਿਆਨ ਨਹੀਂ ਕਰਨਾ, ਠੀਕ ਹੈ ਦੈਟਸ ਫਾਈਨ ਟੂ। ਹੁਣ ਤਾਂ ਤੁਸੀਂ ਯੰਗ ਆ, ਗਾਂ ਜਦੋਂ ਤੁਹਾਡੀ ਉਮਰ ਜ਼ਿਆਦੀ ਹੋਊਗੀ 40 ਫਿਰ ਤੁਸੀਂ ਮੇ ਵੀ ਪਛਤਾਓਗੇ।